ਮੋਦੀ ਉਹਨਾਂ ਦੇ ਅਮਿਤ ਸ਼ਾਹ ਨੂੰ ਤੁਹਾਨੂੰ ਕੀ ਲੱਗਦਾ ਉੱਥੋਂ ਕਿਸੇ ਨੂੰ ਹੁਣ ਚੰਗੇ ਲੱਗਣ ਲੱਗੇ ਹੋ? ਬਿਲਕੁਲ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਮੋਦੀ ਅਮਿਤ ਸ਼ਾਹ ਉਹਨਾਂ ਨੂੰ ਅੱਜ ਵੀ ਅਸੀਂ ਉਸੇ ਜ਼ਹਿਰੀਲੀ ਨਜ਼ਰ ਦੇ ਨਾਲ ਦੇਖਦੇ ਹਾਂ ਤੇ ਹੁਣ ਤਾਂ ਬੰਗਾਲ ਦੇ ਵਿੱਚ ਜਾ ਕੇ ਆਏ ਉਹਨਾਂ ਨੂੰ ਹਰਾਉਣ ਵਾਸਤੇ। ਲੇਕਿਨ ਜੇ ਤੁਸੀਂ ਇਹ ਕਹੋ ਵੀ ਸਾਡਾ ਮੋਦੀ ਉਹਨਾਂ ਦੇ ਖਿਲਾਫ ਜਾਂ ਅਮਿਤ ਸ਼ਾਹ ਉਹਨਾਂ ਦੇ ਖਿਲਾਫ ਕੋਈ ਸਾਡਾ ਜਿਹੜੀ ਧਾਰ ਹੈ ਸਾਡੀ ਉਹ ਕਿਤੇ ਕਮਜ਼ੋਰ ਪੈ ਗਈ ਤਾਂ ਮੈਨੂੰ ਲੱਗਦਾ ਬਿਲਕੁਲ ਗਲਤ। ਇਸ ਤੋਂ ਮਤਲਬ ਕਿਸੇ ਵੀ ਸਿਆਸੀ ਲੀਡਰ ਵਾਸਤੇ ਚਾਹੇ ਅਮਿਤ ਸ਼ਾਹ ਹੈ ਚਾਹੇ ਉਹ ਮੋਦੀ ਹੈ ਉਹਨਾਂ ਵਾਸਤੇ ਸਭ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਸਭ ਤੋਂ ਵੱਡੀ ਗੱਲ ਉਹਨਾਂ ਵਾਸਤੇ ਸਿਆਸੀ ਕੁਰਸੀ ਹੈ ਆਪਣੀ। ਸੋ ਉਹਨਾਂ ਦੀ ਕੁਰਸੀ ਤਾਂ ਹੋ ਕੇ ਹਟੇ। ਲੇਕਿਨ ਉਸ ਤੋਂ ਬਿਨਾਂ ਇਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਵੀ ਨੌਜਵਾਨ ਜਿਹੜਾ ਉਹ ਪੂਰਾ ਤਬਦੀਲੀ ਵਾਸਤੇ ਕਿਸੇ ਵਾਸਤੇ ਚੱਲ ਪਿਆ ਹੋਵੇ ਉਹ ਨਜ਼ਰ ਨਹੀਂ ਸੀ ਆਉਂਦਾ ਜੋ ਕਿ ਇਸ ਅੰਦੋਲਨ ਨੇ ਦਿਖਾਇਆ। ਨਹੀਂ ਪਰ ਨੌਜਵਾਨਾਂ ਦਾ ਇਤਰਾਜ਼ ਰਿਹਾ ਹੈ ਵੀ ਕਿ ਕਿਤੇ ਨਾ ਕਿਤੇ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੇ ਸਿਸਟਮ ਨੂੰ 26 ਤੋਂ ਪਹਿਲਾਂ ਸਿਰੇ ਤੋਂ ਨਕਾਰਿਆ ਜਾਂਦਾ ਰਿਹਾ। 26 ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੀ ਮੌਜੂਦਗੀ ਕੁਝ ਬੰਦੇ ਠੇਕੇਦਾਰੀ ਕਰਨਾ ਚਾਹੁੰਦੇ ਨੇ। ਜਿਹਨੂੰ ਮਰਜ਼ੀ ਸਾਡੇ ਨੂੰ ਸਟੇਜ ਦੇ ਉੱਤੇ ਚੜਾ ਕੇ ਦੇਖ ਲਓ ਤੁਹਾਨੂੰ ਉਹੀ ਅੱਗ ਵਰਦੀ ਮਿਲੂਗੀ ਮੋਦੀ ਦੇ ਉੱਤੇ। ਇਹਨਾਂ ਵਾਸਤੇ ਕਿਸ ਕਿਸਮ ਦੀ ਢਿੱਲ? ਇਹਨਾਂ ਨੂੰ ਅਸੀਂ ਮੋਰਚਾ ਮੈਂ ਕਹਿੰਦਾ ਅਸੀਂ ਜਿੱਤ ਲਾਂਗੇ, ਇਹ ਜਿੱਤਾਂਗੇ। ਅਸੀਂ ਉਦੋਂ ਬਾਅਦ ਵੀ ਇਹਨਾਂ ਨੂੰ ਮਾਫ ਨਹੀਂ ਕਰਨ ਜਾ ਰਹੇ ਜੋ ਇਹ ਕਰ ਚੁੱਕੇ ਨੇ। 450 ਤੋਂ ਵੱਧ ਸਾਥੀ ਜਿਹੜੇ ਨੇ ਸ਼ਹੀਦ ਹੋ ਚੁੱਕੇ ਨੇ। ਸੋ ਅਸੀਂ ਇਹਨਾਂ ਨੂੰ ਕਿਵੇਂ ਮਾਫ ਕਰ ਸਕਦੇ? ਅਸੀਂ ਜਿੱਤਣ ਤੋਂ ਬਾਅਦ ਵੀ ਇਹਨਾਂ ਨੂੰ ਮਾਫ ਨਹੀਂ ਕਰਾਂਗੇ। ਮੈਂ ਸਪਸ਼ਟ ਕਹਿ ਰਿਹਾ ਸੀ। ਕੀ ਕਿਸਾਨ ਅੰਦੋਲਨ SKM ਸੰਯੁਕਤ ਕਿਸਾਨ ਮੋਰਚਾ ਮੰਨਦਾ ਵੀ ਕਰੋਨਾ ਹੈ? ਹਾਂ, ਨਾ ਤਾਂ ਇਹਨਾਂ ਕੋਲ ਆਕਸੀਜਨ ਹੈ ਨਾ ਇਹਨਾਂ ਕੋਲ ਦਵਾਈਆਂ ਨੇ। ਇਹ ਲਾਕਡਾਊਨ ਲਾਣਾ ਕਾਹਦੇ ਵਾਸਤੇ ਚਾਹੁੰਦੇ ਨੇ? ਇਹ ਲਾਕਡਾਊਨ ਲਾਣਾ ਇੱਕੋ ਹੀ ਪਰਪਸ ਲਈ ਚਾਹੁੰਦੇ ਨੇ ਕਿ ਲਾਕਡਾਊਨ ਜਿਹੜਾ ਹੈਗਾ ਉਹ ਲੋਕਾਂ ਦੀ ਜ਼ੁਬਾਨ ਨੂੰ ਬੰਦ ਕਰ ਦੇਵੇ। ਇਹ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਆਪਦੀ ਜਵਾਬਦੇਹੀ ਖਤਮ ਕਰਨਾ ਚਾਹੁੰਦੇ ਨੇ। ਆਪਦੀਆਂ ਪਿਛਲੇ 1 ਸਾਲ ਦੀਆਂ ਗਲਤੀਆਂ ਦੇ ਉੱਤੇ ਪਰਦਾਪੋਸ਼ੀ ਕਰਨਾ ਚਾਹੁੰਦੇ ਨੇ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪ ਇੰਨਾ ਲਾਚਾਰ ਹੈ ਫਿਰ ਉਹਨਾਂ ਨੂੰ ਇਸ ਗੱਲ ਦਾ ਕੀ ਹੱਕ ਹੈ ਵੀ ਉਹ ਲੋਕਾਂ ਦੇ ਐਜੀਟੇਸ਼ਨ ਨੂੰ ਫਿਰ ਤਾਂ ਉਹ ਆਪ ਲੋਕਾਂ ਦੇ ਨਾਲ ਆ ਕੇ ਖੜ ਜਾਵੇ। ਉੱਥੇ ਸਰਕਾਰ ਦਾ ਰੋਲ ਬਣਦਾ ਜਿਹੜਾ ਇਹਨਾਂ ਨੇ ਲੱਖਾਂ ਕਰੋੜਾਂ ਰੁਪਈਆ PM ਕੇਅਰ ਫੰਡ ਦੇ ਨਾਂ ਦੇ ਉੱਤੇ ਜਾਂ ਹੋਰ ਫੰਡਾਂ ਦੇ ਨਾਂ ਤੇ ਇਕੱਠਾ ਕੀਤਾ ਹੈ ਉਹਦੇ ਚੋਂ ਕੱਢਣ ਦੇਣ ਉੱਥੇ ਲੋਕਾਂ ਨੂੰ ਵੀ ਤੁਹਾਨੂੰ ਹਰ ਮਹੀਨੇ ਦਾ ਤੁਸੀਂ ਕਿਰਾਏਦਾਰ ਤੋਂ ਕਿਰਾਇਆ ਨਹੀਂ ਮੰਗਣਾ ਹੈਗਾ। ਜਿਹੜੇ ਮੰਨ ਲਓ ਬੰਦੇ ਦੇ ਇਨਕਮ ਦਾ ਮੇਨ ਸੋਰਸ ਹੀ ਉਹ ਹੈ ਉਹਨੂੰ ਵੀ ਕੰਪਨਸੇਸ਼ਨ ਚਾਹੀਦਾ। ਕਿ ਜਿੱਦਣ ਪੱਛਮੀ ਬੰਗਾਲ 'ਚ BJP ਹਾਰੀ ਹੈ ਤਾਂ ਭੰਗੜੇ ਪਏ ਨੇ, ਲੱਡੂ ਵੰਡੇ ਗਏ ਨੇ, ਪਟਾਕੇ ਚੱਲੇ ਨੇ। ਸਾਡੇ 'ਚ ਮੈਨੂੰ ਲੱਗਦਾ ਉਹਨੇ ਮਮਤਾ ਬੈਨਰਜੀ ਹੋਰਾਂ ਨੇ ਨਹੀਂ ਚਲਾਏ ਹੋਣੇ ਉਹਨਾਂ ਦੇ ਸਪੋਰਟਰਾਂ ਨੇ ਜਿੰਨੇ ਅਸੀਂ ਚਲਾਏ ਨੇ। ਮਮਤਾ ਬੈਨਰਜੀ ਦੀ ਜਿੱਤ ਤੇ ਨਹੀਂ ਖੁਸ਼ ਹੋ ਰਹੇ, ਅਸੀਂ ਮੋਦੀ ਦੀ ਹਾਰ ਤੇ ਖੁਸ਼ ਹੋ ਰਹੇ ਹਾਂ। ਤੇ ਅਸੀਂ ਮੋਦੀ ਨੂੰ ਹਲੇ ਵੀ ਇਹ ਚੈਲੰਜ ਕਰਦੇ ਹਾਂ ਕਿ ਤੂੰ ਸਾਨੂੰ ਬਿਠਾ ਕੇ ਰੱਖ ਉੱਥੇ, ਹੋਰ ਜਿੰਨੀ ਦੇਰ ਬਿਠਾ ਕੇ ਰੱਖਣਾ ਬਿਠਾ ਕੇ ਰੱਖ। ਤੇਰੀ UP ਦੀ ਚੋਣ ਆਊਗੀ ਤੈਨੂੰ ਉਹਦੇ 'ਚ ਵੀ ਆਹੀ ਕੁਝ ਦਿਖਾਵਾਂਗੇ। ਤਕਰੀਬਨ ਕਿਸਾਨ ਅੰਦੋਲਨ ਨੂੰ ਚੱਲਿਆ 5 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ। ਹਰ ਕਦਮ ਤੋਂ ਬਾਅਦ ਨਵੇਂ ਪੜਾਅ ਉੱਥੇ ਦੇਖਣ ਨੂੰ ਮਿਲ ਰਹੇ ਨੇ। ਬੀਤੇ ਦਿਨੀ ਇਹ ਪ੍ਰਭਾਵ ਕਿਸਾਨ ਅੰਦੋਲਨ ਦੇ ਆਗੂਆਂ ਦਾ ਪਿਆ ਕਿ ਉਹ ਕਿਤੇ ਨਾ ਕਿਤੇ ਜਿਹੜੇ ਹੁਣ ਫੈਸਲੇ ਲੈ ਰਹੇ ਨੇ ਉਹ ਸਿਆਸੀ ਪ੍ਰਭਾਵ ਜਾਂ ਸਿਆਸੀ ਇੱਕ ਥਾਂ ਲੱਭਣ ਵਾਸਤੇ ਨੇ। ਜਿਵੇਂ ਕਿ ਬੀਤੇ ਦਿਨ ਹੀ ਉਹਨਾਂ ਨੇ ਇਹ 8 ਤਰੀਕ ਨੂੰ ਜਿਹੜਾ ਲਾਕਡਾਊਨ ਸੀ ਉਹਦੇ ਅਗੇਂਸਟ ਫੈਸਲਾ ਲਿਆ ਕਿ ਦੁਕਾਨਾਂ ਖੁਲਵਾਵਾਂਗੇ ਅਸੀਂ ਆਖੇ। ਉਹ ਕਿੰਨੇ ਕਾਮਯਾਬ ਰਹੇ, ਵਪਾਰੀਆਂ ਨੇ ਕਿੰਨਾ ਕੁ ਸਾਥ ਦਿੱਤਾ, ਇਹ ਇੱਕ ਜੁਦਾ ਗੱਲ ਹੈ। ਇਸ ਤੋਂ ਪਹਿਲਾਂ ਪੱਛਮੀ ਬੰਗਾਲ ਦੇ ਇਲੈਕਸ਼ਨ ਹੋਏ, ਉੱਥੇ ਜਾ ਕੇ ਇੱਕ ਪਾਸੇ ਤਾਂ ਉਹਨਾਂ ਨੇ ਇਹ ਕਿਹਾ ਕਿ ਸਿਰਫ ਤੇ ਸਿਰਫ ਭਾਜਪਾ ਸਰਕਾਰ ਹੈ ਜਿਹੜੀ ਇੱਕ ਦੇਸ਼ ਦੇ ਵੱਡੇ ਵਰਗ ਕਿਸਾਨ ਵਰਗ ਨੂੰ ਨਜ਼ਰਅੰਦਾਜ਼ ਕਰਕੇ ਲੋਕਾਂ ਨੂੰ ਗੁੰਮਰਾਹ ਕਾਨੂੰਨ ਦਿਖਾ ਕੇ ਲੋਕਾਂ ਦਾ ਲਾਂਭੇ ਕਰਕੇ ਆਪਦੇ ਮਸਲੇ ਹੱਲ ਕਰਨ ਵਾਸਤੇ ਵਪਾਰੀਆਂ ਨੂੰ ਅੱਗੇ ਲਿਆ ਰਹੀ ਹੈ। ਉਸ ਦੇ ਸਿਲਸਿਲੇ ਨੂੰ ਲੈ ਕੇ ਉਹਨਾਂ ਨੇ ਵੈਸਟ ਬੰਗਾਲ ਦੇ ਵਿੱਚ ਜਾ ਕੇ ਵੀ ਇੱਕੋ ਹੀ ਗੱਲ ਕਹੀ ਕਿ ਹੋਰ ਕਿਸੇ ਨੂੰ ਮਰਜ਼ੀ ਵੋਟ ਪਾ ਦਿਓ ਪਰ ਭਾਜਪਾ ਨੂੰ ਵੋਟ ਨਹੀਂ ਪਾਉਣੀ। ਇਹ ਪ੍ਰਭਾਵ ਕਿਤੇ ਨਾ ਕਿਤੇ ਸਿਆਸੀ ਸਪੇਸ ਤਲਾਸ਼ਣ ਵੱਲ ਇਸ਼ਾਰਾ ਕਰ ਰਿਹਾ। ਚਰਚਾਵਾਂ ਵੀ ਛਿੜ ਗਈਆਂ ਨੇ ਇਸ ਸਿਸਟਮ ਨੂੰ ਲੈ ਕੇ। ਇਸ ਅੰਦੋਲਨ ਦੇ ਵਿੱਚ ਲਗਾਤਾਰ ਆ ਰਹੇ ਬਦਲਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਗੱਲ ਕਰ ਰਹੇ ਹਾਂਗੇ ਪੰਜਾਬ ਕਿਸਾਨ ਯੂਨੀਅਨ ਦੇ ਬੁਲਾਰੇ ਸ਼੍ਰੀ ਕਮਲਜੀਤ ਸਿੰਘ ਜੀ, ਉਹ ਸਾਡੇ ਨਾਲ ਨੇ। ਕਮਲਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਤੁਹਾਡਾ ਸਕਾਈ ਨਿਊਜ਼ ਪੰਜਾਬ 'ਤੇ ਸਵਾਗਤ ਹੈ। 26 ਤੋਂ ਪਹਿਲਾਂ ਤੇ 26 ਤੋਂ ਬਾਅਦ ਤੁਸੀਂ ਕਿਸਾਨ ਅੰਦੋਲਨ ਨੂੰ ਕਿਵੇਂ ਦੇਖਦੇ ਹੋ? ਦੇਖੋ 26 ਤੋਂ ਪਹਿਲਾਂ ਤੇ 26 ਤੋਂ ਬਾਅਦ ਵਾਕਈ ਇਹ ਪੜਾਅ ਜਿਹੜਾ ਹੈਗਾ ਨੋਟ ਕਰਦੇ ਹਾਂ। ਜੇ ਆਪਾਂ 26 ਕਹਿ ਰਹੇ ਹਾਂ ਤਾਂ ਇਹਦਾ ਮਤਲਬ ਹੈ 26 ਜਨਵਰੀ ਦੀ ਆਪਾਂ ਸ਼ਾਇਦ ਗੱਲ ਕਰਨਾ ਚਾਹ ਰਹੇ ਹਾਂ। ਜੀ ਬਿਲਕੁਲ। ਤਾਂ 26 ਜਨਵਰੀ ਤੋਂ ਬਾਅਦ ਇੱਕ ਵਾਰ ਇਹ ਲੱਗਿਆ ਸੀ ਲੋਕਾਂ ਨੂੰ 26 ਜਨਵਰੀ ਦੀਆਂ ਘਟਨਾਵਾਂ ਤੋਂ ਬਾਅਦ ਕਿ ਸ਼ਾਇਦ ਇਸ ਅੰਦੋਲਨ ਨੂੰ ਜਿੱਡਾ ਕੁ ਵੱਡਾ ਝਟਕਾ ਲੱਗ ਗਿਆ ਤਾਂ ਸ਼ਾਇਦ ਇਹ ਅੰਦੋਲਨ ਜਿਹੜਾ ਇਹ ਦੁਆਰਾ ਖੜਾ ਨਹੀਂ ਹੋ ਸਕੇਗਾ। ਲੇਕਿਨ ਆਪਾਂ ਸਾਰਿਆਂ ਨੇ ਦੇਖਿਆ ਕਿ ਉਹ ਅੰਦੋਲਨ ਦੀਆਂ ਜੜ੍ਹਾਂ ਇੰਨੀਆਂ ਕੁ ਡੂੰਘੀਆਂ ਨੇ ਕਿ ਉਹ ਉਸ ਤੋਂ ਬਾਅਦ ਵੀ ਖੜਾ ਹੋਇਆ। ਉਹ ਆਪਣੇ ਆਪ ਖੜਾ ਹੋਇਆ ਔਰ ਉਸ ਤੋਂ ਬਾਅਦ ਮੈਂ ਸਮਝਦਾ ਅੰਦੋਲਨ ਜਿਹੜਾ ਹੈਗਾ ਉਹ ਪੂਰਾ ਮਜ਼ਬੂਤ ਡੂੰਘੀਆਂ ਜੜ੍ਹਾਂ ਦੇ ਨਾਲ ਠਰਮੇ ਦੇ ਨਾਲ ਪੈਰ ਗੱਡ ਕੇ ਖੜਾ ਹੈ। ਅਸੀਂ ਇਹ ਵੀ ਦੇਖਿਆ ਵੀ ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕਾਂ ਨੂੰ ਬੜਾ ਚਾਅ ਵੀ ਸੀ ਵੀ ਇੰਨੇ ਲੋਕ ਚੱਲ ਕੇ ਦਿੱਲੀ ਦੀਆਂ ਬਰੂਹਾਂ 'ਤੇ ਆਏ ਨੇ ਤੇ
ਉਸ ਕਿਸਮ ਦਾ ਇੱਕ ਕਾਹਲ ਵੀ ਹੁਣੇ ਇਹਨਾਂ ਲੋਕਾਂ ਦੀ, ਆਪਣੇ ਲੋਕਾਂ ਦੀ ਸੇਵਾ ਕਰੀਏ, ਇੱਕ ਭਾਵਨਾ ਜਿਹੜੀ ਹੈ ਉਹ ਹੁੰਦੀ ਹੈ, ਉਹ ਸੀ। ਉਸ ਤੋਂ ਬਾਅਦ ਹੌਲੀ ਹੌਲੀ ਅਸੀਂ ਦੇਖਿਆ ਵੀ ਹੁਣ ਉੱਥੇ ਪੰਜਾਬ ਦੇ ਵਿੱਚੋਂ ਖਾਸ ਕਰਕੇ ਜਾਣ ਵਾਲੇ ਜਿਹੜੇ ਲੋਕ ਨੇ ਉਹ ਸਾਰੇ ਬਕਾਇਦਾ ਇਸ ਗੱਲ ਦਾ ਮਨ ਬਣਾ ਕੇ ਬੈਠੇ ਨੇ ਵੀ ਅਸੀਂ ਇੱਕ ਹੰਬਲੇ ਦੇ ਵਿੱਚ ਕੋਈ ਕੱਲ ਉੱਥੇ ਕੰਮ ਨਿਬੇੜ ਕੇ ਨਹੀਂ ਆ ਜਾਣਾ, ਹੁਣ ਅਸੀਂ ਉੱਥੇ ਬਹੁਤ ਲੰਬਾ ਸਮਾਂ ਪੈਰ ਗੱਡ ਕੇ ਠਰਮੇ ਦੇ ਨਾਲ ਅੰਦੋਲਨ ਜਿਹੜਾ ਹੈ ਉਹ ਲੜ ਕੇ ਜਿੱਤ ਕੇ ਹੀ ਵਾਪਸ ਆਉਣਾ ਹੈ। ਸੋ ਉਹਨਾਂ ਨੇ ਡਿਊਟੀਆਂ ਬੰਨ੍ਹ ਲਈਆਂ, ਹਰ ਪਿੰਡ ਨੇ ਗੇੜੇ ਬੰਨੇ ਹੋਏ ਨੇ ਵੀ ਕੌਣ ਕਿੰਨੇ ਬੰਦੇ ਐਟ ਏ ਟਾਈਮ ਉੱਥੇ ਰਹਿਣਗੇ, ਕਿੰਨੇ ਬੰਦੇ ਪਿੰਡ ਦੇ ਵਿੱਚ ਕੰਮ ਕਰਨਗੇ, ਜਿਹੜੇ ਬੰਦੇ ਉੱਥੇ ਰਹਿੰਦੇ ਨੇ ਉਹਨਾਂ ਦਾ ਕੰਮ ਪਿੰਡਾਂ ਦੇ ਵਿੱਚ ਸਾਂਭਿਆ ਜਾ ਰਿਹਾ ਹੈ। ਸੋ ਮੈਂ ਸਮਝਦਾ ਵੀ 26 ਤੋਂ ਬਾਅਦ ਅੰਦੋਲਨ ਨੇ ਬਹੁਤ ਕੁਝ ਸਿੱਖਿਆ। 26 ਤੋਂ ਬਾਅਦ ਅੰਦੋਲਨ ਜਿਹੜਾ ਉਹ ਹੋਰ ਜ਼ਿਆਦਾ ਮਜ਼ਬੂਤ ਪੈਰਾਂ ਦੇ ਉੱਤੇ ਖੜਾ ਹੋਇਆ। ਇਸ ਅੰਦੋਲਨ ਦੇ ਵਿੱਚ ਫਿਰ ਮੈਂ ਉਹੀ ਗੱਲ ਕਰੂੰਗਾ ਜੀ, ਨੌਜਵਾਨ ਵਰਗ ਦੀ ਤੁਸੀਂ ਕੀ ਭੂਮਿਕਾ ਸਮਝਦੇ ਹੋ? ਦੇਖੋ, ਨੌਜਵਾਨ ਵਰਗ ਨੇ ਹੀ ਇਸ ਅੰਦੋਲਨ ਦੀ ਕਹਿ ਲਈਏ ਰੀੜ੍ਹ ਦੀ ਹੱਡੀ ਨੌਜਵਾਨ ਵਰਗ ਹੈ। ਨੌਜਵਾਨ ਵਰਗ ਨੇ ਜਦੋਂ ਅਸੀਂ ਪੰਜਾਬ ਦੇ ਵਿੱਚ ਸੀ, ਜਦੋਂ ਪਹਿਲਾਂ ਅਸੀਂ ਇੱਥੇ ਲੜ ਰਹੇ ਸੀ, ਉਸ ਵੇਲੇ ਪੂਰੀ ਜ਼ਬਰਦਸਤ ਮਤਲਬ ਜਿਹੜਾ ਜੋਸ਼ ਦੇ ਨਾਲ ਨੌਜਵਾਨਾਂ ਨੇ ਜਿੰਨੀਆਂ ਕਾਲਾਂ ਆਈਆਂ ਪੰਜਾਬ ਦੇ ਵਿੱਚ ਲਾਗੂ ਕੀਤੀਆਂ। ਉਸ ਤੋਂ ਬਾਅਦ ਜਦੋਂ ਉੱਥੇ ਜਾਣਾ ਸੀ, ਚਾਹੇ ਉਹ ਮੋਰਚਿਆਂ ਦੇ ਉੱਤੋਂ ਦੀ ਮਤਲਬ ਇੱਕ ਪ੍ਰਸ਼ਾਸਨ ਦੇ ਨਾਲ ਟਕਰਾ ਕੇ ਅੱਗੇ ਵਧਣ ਦੀ ਗੱਲ ਸੀ ਸਰਕਾਰ ਦੇ ਨਾਲ, ਉਹਦੇ 'ਤੇ ਨੌਜਵਾਨਾਂ ਨੇ ਪੂਰੀ ਦਲੇਰੀ ਦਿਖਾਈ। ਤੇ ਸਾਰਿਆਂ ਦਾ ਰੋਲ ਹੈ, ਮਤਲਬ ਇਹ ਨਹੀਂ ਮੈਂ ਕਹਿ ਸਕਦਾ ਵੀ ਬਜ਼ੁਰਗਾਂ ਨੇ ਕੋਈ ਘੱਟ ਰੋਲ ਅਦਾ ਕੀਤਾ, ਉਹਨਾਂ ਨੂੰ ਵੀ ਸਲਾਮ ਹੈ, ਉਹਨਾਂ ਨੇ ਬਹੁਤ ਕਮਾਲ ਦਾ ਕੰਮ ਕੀਤਾ। ਲੇਕਿਨ ਇਹਦੇ 'ਚ ਸ਼ੱਕ ਨਹੀਂ ਵੀ ਨੌਜਵਾਨ ਜਿਹੜੇ ਨੇ ਉਹਨਾਂ ਦਾ ਜੋਸ਼ ਇਸ ਕਰਕੇ ਅਸੀਂ ਸਪੈਸ਼ਲ ਗਿਣਦੇ ਹਾਂ ਕਿ ਬਹੁਤ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਅੰਦੋਲਨਾਂ ਦੇ ਵਿੱਚ ਨੌਜਵਾਨ ਨਜ਼ਰ ਨਹੀਂ ਸੀ ਆ ਰਹੇ। ਜਾਂ ਤਾਂ ਸਾਨੂੰ ਸਿਰਫ ਕੁਝ ਇੱਕ ਸਟੂਡੈਂਟ ਯੂਨੀਅਨਾਂ ਕੰਮ ਕਰਦੀਆਂ ਦਿਸਦੀਆਂ ਸੀਗੀਆਂ, ਲੇਕਿਨ ਉਸ ਤੋਂ ਬਿਨਾਂ ਇਸ ਰੂਪ ਦੇ ਵਿੱਚ ਪੰਜਾਬ ਦੇ ਵਿੱਚ ਵੀ ਨੌਜਵਾਨ ਜਿਹੜਾ ਉਹ ਪੂਰਾ ਤਬਦੀਲੀ ਵਾਸਤੇ ਕਿਸੇ ਵਾਸਤੇ ਚੱਲ ਪਿਆ ਹੋਵੇ, ਉਹ ਨਜ਼ਰ ਨਹੀਂ ਸੀ ਆਉਂਦਾ ਜੋ ਕਿ ਇਸ ਅੰਦੋਲਨ ਨੇ ਦਿਖਾਇਆ। ਸੋ ਇਸ ਕਰਕੇ ਸਾਨੂੰ ਲੱਗਦਾ ਵੀ ਨੌਜਵਾਨਾਂ ਦੀ ਇਸ ਅੰਦੋਲਨ ਦੇ ਵਿੱਚ ਬਹੁਤ ਵੱਡੀ ਭੂਮਿਕਾ, ਤੇ ਉਹਨੂੰ ਮਤਲਬ ਅੰਦੋਲਨ ਜਿਹੜਾ ਉਹਦੇ ਤੇ ਮਾਣ ਕਰਦਾ। ਨਹੀਂ, ਕਿਤੇ ਨਾ ਕਿਤੇ ਨੌਜਵਾਨ ਇੱਕ ਕੰਧੇ ਨਾਲ ਕੰਧਾ ਜੋੜ ਕੇ ਚੱਲ ਰਹੇ ਨੇ, ਮੋਢੇ ਨਾਲ ਮੋਢਾ ਜੋੜ ਕੇ ਮਾਣ ਕੀਤਾ ਜਾ ਰਿਹਾ। ਅੰਦੋਲਨ ਮਾਣ ਕਰਦਾ ਵੀ ਆਪਣੇ ਨੌਜਵਾਨਾਂ ਦੇ ਉੱਤੇ ਇਸ ਵੇਲੇ। ਨਹੀਂ, ਪਰ ਨੌਜਵਾਨਾਂ ਦਾ ਇਤਰਾਜ਼ ਰਿਹਾ ਹੈ ਵੀ ਕਿ ਕਿਤੇ ਨਾ ਕਿਤੇ ਉਹਨਾਂ ਦੇ ਵਿਚਾਰਾਂ ਨੂੰ, ਉਹਨਾਂ ਦੇ ਸਿਸਟਮ ਨੂੰ 26 ਤੋਂ ਪਹਿਲਾਂ ਸਿਰੇ ਤੋਂ ਨਕਾਰਿਆ ਜਾਂਦਾ ਰਿਹਾ। 26 ਤੋਂ ਬਾਅਦ ਕਿਤੇ ਨਾ ਕਿਤੇ ਉਹਨਾਂ ਦੀ ਮੌਜੂਦਗੀ ਕੁਝ ਬੰਦੇ ਠੇਕੇਦਾਰੀ ਕਰਨਾ ਚਾਹੁੰਦੇ ਨੇ। ਇਸ ਤਰ੍ਹਾਂ ਨਹੀਂ ਹੈਗਾ ਵੀ ਨੌਜਵਾਨਾਂ ਦਾ ਇਤਰਾਜ਼ ਰਿਹਾ। ਨੌਜਵਾਨ ਦਾ ਤਾਂ ਫਿਰ ਅੰਦੋਲਨ ਚਲਾ ਕੌਣ ਰਿਹਾ? ਅੰਦੋਲਨ ਦੇ ਵਿੱਚ ਉੱਥੇ ਮੌਕੇ ਦੇ ਉੱਤੇ ਖੜੇ ਕੌਣ ਨੇ? ਨੌਜਵਾਨ ਖੜੇ ਨੇ ਵੱਡੇ ਪੱਧਰ ਤੇ ਉਹਨਾਂ ਨੇ ਹੀ ਸਟੇਜਾਂ ਚਲਾਈਆਂ ਨੇ, ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਹਨੂੰ ਜਿਹੜਾ ਇਸ ਕਿਸਮ ਦੀਆਂ ਬਹੁਤ ਸਧਾਰਨ ਵੰਡਾਂ ਨੇ, ਮੈਂ ਕਹਿੰਦਾ ਇਸ ਕਿਸਮ ਦੀ ਵੰਡ ਪਾ ਕੇ ਜਿਹੜਾ ਦੇਖ ਰਿਹਾ ਹੈ ਵੀ ਨੌਜਵਾਨ ਅੱਡ ਸੋਚਦਾ ਹੈ, ਬਜ਼ੁਰਗ ਅੱਡ ਸੋਚਦੇ ਨਹੀਂ। ਮੈਂ ਕਹਿੰਦਾ ਜਿਹੜੀ ਗੱਲ ਜਿਨ੍ਹਾਂ ਨੌਜਵਾਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਜਿਹੜੇ ਇਹ ਦਾਅਵਾ ਕਰਦੇ ਨੇ ਵੀ ਅਸੀਂ ਨੌਜਵਾਨਾਂ ਦੀ ਨੁਮਾਇੰਦਗੀ ਕਰਦੇ ਹਾਂ, ਉਹਨਾਂ ਵਾਲੀ ਹੀ ਗੱਲ ਬਹੁਤ ਸਾਰੇ ਬਜ਼ੁਰਗ ਵੀ ਕਰਦੇ ਹੋਣਗੇ। ਸੇਮ ਵੇ ਜਿਹੜੀ ਦੂਜੇ ਪਾਸੇ ਜਿਨ੍ਹਾਂ ਨੂੰ ਉਹ ਕਹਿ ਰਹੇ ਨੇ ਵੀ ਇਹ ਬਜ਼ੁਰਗ ਲੀਡਰਸ਼ਿਪ ਹੈ, ਉਹਨਾਂ ਵਾਲੀ ਗੱਲ ਬਹੁਤ ਵੱਡੀ ਗਿਣਤੀ 'ਚ ਨੌਜਵਾਨ ਮੰਨਦੇ ਨੇ। ਸੋ ਇਸ ਕਰਕੇ ਇਸ ਕਿਸਮ ਦੀ ਬੰਡੀ ਕੋਈ ਲਕੀਰ ਖਿੱਚ ਕੇ ਕੋਈ ਦਾਅਵਾ ਕਰ ਨਹੀਂ ਸਕਦਾ। ਆਬਜੈਕਟਿਵਲੀ ਦਿਖਾ ਦਿਓ ਸਾਨੂੰ ਕਿੱਥੇ ਇਸ ਕਿਸਮ ਦੀ ਗੰਭੀਰ ਪਾੜਾ ਹੈ ਵੀ ਸਿਰਫ ਨੌਜਵਾਨ ਉਹਨਾਂ ਵਾਂਗੂ ਸੋਚਦੇ ਨੇ ਤੇ ਸਾਰੇ ਬਜ਼ੁਰਗ ਦੂਜੇ ਪਾਸੇ ਸੋਚਦੇ ਨੇ। ਐਸਾ ਹੈ ਹੀ ਨਹੀਂਗਾ। ਸਾਰੀਆਂ ਧਿਰਾਂ 'ਚ ਸਾਰੇ ਨੇ, ਸਾਰੀਆਂ ਧਿਰਾਂ ਦੇ ਕੋਲ ਨੌਜਵਾਨ ਨੇ, ਸਾਰੀਆਂ ਧਿਰਾਂ ਕੋਲ ਬਜ਼ੁਰਗ ਨੇ। ਨੌਜਵਾਨ ਉਹ ਨਹੀਂ ਹੈਗਾ, ਸਾਰੀਆਂ ਧਿਰਾਂ ਕੋਲ ਹੈਗੇ ਨੇ, ਬਟ ਕਿਤੇ ਨਾ ਕਿਤੇ ਇਹ ਗੱਲ ਜ਼ਰੂਰ ਜਾਂਦੀ ਹੈ, ਇਹ ਪ੍ਰਭਾਵ ਜ਼ਰੂਰ ਜਾਂਦਾ ਹੈ ਕਿ ਨੌਜਵਾਨ ਸਿਰਫ ਕੰਮ ਕਰਨ ਵਾਸਤੇ ਨਹੀਂ ਵੀ ਜਿਹੜੇ ਅਸੀਂ ਆਦੇਸ਼ ਦੇਤਾ ਉਹ ਫਾਈਨਲ ਹੈ। ਉਹੀ ਗੱਲ ਕਰਨੀ ਹੈ ਕਿ ਜੇ ਕਿਤੇ ਉਹ ਵਿਚਾਰ ਰੱਖਦੇ ਉੱਥੇ ਦਿੱਕਤ ਹੋ ਜਾਂਦੀ। ਨਾ ਨੌਜਵਾਨਾਂ ਦੇ ਵਿਚਾਰਾਂ ਦੇ ਮਤਲਬ ਮੈਂ ਕਹਿੰਦਾ ਕਿ ਨੌਜਵਾਨਾਂ ਦੇ ਵੱਖਰੇ, ਕਿਸੇ ਇੱਕ ਦਾ ਕੋਈ ਵੱਖਰਾ ਵਿਚਾਰ ਹੋ ਸਕਦਾ ਹੈ, ਕਿਸੇ ਦੋ ਦਾ ਵੱਖਰਾ ਵਿਚਾਰ ਹੋ ਸਕਦਾ, ਕਿਸੇ 5 ਦੇ ਵੱਖਰੇ ਵਿਚਾਰ ਹੋ ਸਕਦੇ ਨੇ, ਲੇਕਿਨ ਉਹਨੂੰ ਆਪਾਂ ਐਂ ਕਹਿ ਦਈਏ ਵੀ ਸਾਰੇ ਨੌਜਵਾਨਾਂ ਦਾ ਕੋਈ ਇੱਕ ਕਿਸਮ ਦਾ ਵਿਚਾਰ ਹੈ, ਫਿਰ ਸਾਨੂੰ ਸਮਾਜ ਦੀ ਸਮਝ ਨਹੀਂ ਹੈ। ਸਮਾਜ ਨੂੰ ਸਮਝੀਏ। ਸਮਾਜ ਦੇ ਵਿੱਚ ਐਸਾ ਕਦੀ ਵੀ ਨਹੀਂ ਹੁੰਦਾ ਵੀ ਸਾਰੇ ਨੌਜਵਾਨ ਇੱਕ ਤਰੀਕੇ ਨਾਲ ਸੋਚ ਰਹੇ ਹੋਣ ਜਾਂ ਸਾਰੇ ਬਜ਼ੁਰਗ ਇੱਕ ਤਰੀਕੇ ਨਾਲ ਸੋਚ ਰਹੇ ਹੋਣ। ਐਸਾ ਨਹੀਂ ਹੁੰਦਾ। ਸਾਰੇ ਕਿਸਮ ਦੇ ਵਿਚਾਰ ਜਥੇਬੰਦੀਆਂ ਦੇ ਵਿੱਚ ਹੈਗੇ ਨੇ। ਇੱਕ ਗੱਲ ਹੋਰ ਮੰਨੋ ਕਿ ਜਿਵੇਂ ਮੰਨਿਆ ਜਾ ਰਿਹਾ ਕਿ ਜਿਹੜੇ ਉੱਥੇ 32 ਆਪਣੀਆਂ ਪੰਜਾਬ ਤੋਂ ਕਿਸਾਨ ਜਥੇਬੰਦੀਆਂ ਨੇ, 8 ਬਾਹਰ ਤੋਂ ਨੇ ਜੀ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਸਾਰੇ ਸਿਆਸੀ ਆਈਡੀਓਲੋਜੀ ਵਾਲੇ, ਵੱਖ ਸਿਆਸੀ ਧਿਰਾਂ ਵਾਲੇ, ਵੱਖ-ਵੱਖ ਵਿਚਾਰਾਂ ਵਾਲੀ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ। ਉਹਨਾਂ ਦੇ ਵਿਚਾਰ ਵੱਖਰੇ ਵੱਖਰੇ ਪਰ ਇੱਕ ਮਤ ਤੇ ਇਕੱਠੇ ਨੇ। ਪਰ ਇੱਕ 26 ਤੋਂ ਬਾਅਦ ਸਰਕਾਰ, ਪਹਿਲਾਂ ਇਹ ਹੁੰਦਾ ਸੀ ਮੋਦੀ ਇਸ ਤਰ੍ਹਾਂ ਕਰ ਰਿਹਾ, ਅਮਿਤ ਸ਼ਾਹ ਇਸ ਤਰ੍ਹਾਂ ਕਰ ਰਿਹਾ, ਉਦੋਂ ਬਾਅਦ ਕਿਤੇ ਨਾ ਕਿਤੇ ਸੰਯੁਕਤ ਮੋਰਚੇ ਦੀ ਸਟੇਜ ਤੋਂ, ਮੰਚ ਤੋਂ ਆਸ ਵਿੱਚ ਦੂਸ਼ਣਬਾਜ਼ੀ ਵੀ ਸ਼ੁਰੂ ਹੋਈ ਹੈ। ਉਹ ਕੀ ਹੈ? ਦੇਖੋ, ਆਪਸ ਦੇ ਵਿੱਚ ਦੂਸ਼ਣਬਾਜ਼ੀ ਜਿਹੜੀ ਹੈ ਉਹ ਜੇ ਕਿਤੇ ਕਿਸੇ ਦੋ ਵਿਅਕਤੀਆਂ ਦੇ ਵਿੱਚ ਜਾਂ ਕਿਤੇ ਕੋਈ ਇੱਕ ਵਿਅਕਤੀ ਕਿਸੇ ਦੂਜੇ ਦੇ ਉੱਤੇ ਕਰ ਦਿੰਦਾ ਹੈ ਤਾਂ ਉਹਦੇ ਤੇ ਮੋਰਚਾ ਜਿਹੜਾ ਹੈਗਾ ਸਖਤ ਨੋਟਿਸ ਲੈਂਦਾ ਤੇ ਉਸ ਤੋਂ ਬਾਅਦ ਬਕਾਇਦਾ ਕਾਰਵਾਈ ਹੁੰਦੀ ਹੈ। ਤੁਹਾਨੂੰ ਵੀ ਪਤਾ ਹੈ ਵੀ ਪਿਛਲੇ ਸਮੇਂ ਦੇ ਵਿੱਚ ਉੱਥੇ ਬਕਾਇਦਾ ਲੀਡਰਾਂ ਤੱਕ ਤੇ ਉੱਤੇ ਕਾਰਵਾਈਆਂ ਹੁੰਦੀਆਂ ਰਹੀਆਂ ਨੇ। ਕਦੇ ਕਿਸੇ ਨੂੰ ਇੱਕ ਮੀਟਿੰਗ ਲਈ ਸਸਪੈਂਡ ਕਰਤਾ, ਕਿਸੇ ਨੂੰ 2 ਦਿਨ ਲਈ ਸਸਪੈਂਡ ਕਰਤਾ, ਕਿਸੇ ਨੂੰ ਲੰਬਾ ਸਮਾਂ, ਜਾਂ ਕਿਸੇ ਨੂੰ ਇਕੱਲੀ ਵਾਰਨਿੰਗ ਦੇਤੀ। ਕਈ ਵਾਰੀ ਉਹਦੀ ਬਾਹਰ ਵੀ ਨਹੀਂ ਅਸੀਂ ਕੱਢਦੇ, ਵੀ ਸਿਰਫ ਉੱਥੇ ਆਪਸ ਦੇ ਵਿੱਚ ਹੀ ਗੱਲ ਹੋ ਜਾਂਦੀ ਹੈ, ਸਹਿਮਤੀ ਬਣ ਜਾਂਦੀ ਹੈ ਵੀ ਹਾਂ ਠੀਕ ਹੈ ਵੀ ਆਹ ਗੱਲ ਠੀਕ ਨਹੀਂ, ਇਹ ਨਹੀਂ ਕਰਨਾ
ਆਪਾਂ ਅੱਗੇ ਤੋਂ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਤਾਂ ਚਲੋ ਹੁੰਦੀਆਂ ਰਹਿੰਦੀਆਂ ਨੇ, ਉਹ ਤਾਂ ਕੋਈ ਵੱਡਾ ਇਸ਼ੂ ਨਹੀਂ ਹੈਗਾ। ਲੇਕਿਨ ਜੇ ਤੁਸੀਂ ਇਹ ਕਹੋ ਵੀ ਸਾਡਾ ਮੋਦੀ ਉਹਨਾਂ ਦੇ ਖਿਲਾਫ ਜਾਂ ਅਮਿਤ ਸ਼ਾਹ ਉਹਨਾਂ ਦੇ ਖਿਲਾਫ ਕੋਈ ਸਾਡਾ ਜਿਹੜੀ ਧਾਰ ਹੈ ਸਾਡੀ ਉਹ ਕਿਤੇ ਕਮਜ਼ੋਰ ਪੈ ਗਈ, ਤਾਂ ਮੈਨੂੰ ਲੱਗਦਾ ਬਿਲਕੁਲ ਗਲਤ ਸਮਝ ਰਹੇ ਹੋ ਤੁਸੀਂ, ਕਿਉਂਕਿ ਪਿਛਲੇ ਦਿਨਾਂ 'ਚ ਬੰਗਾਲ ਇਲੈਕਸ਼ਨ ਹੋ ਗਿਆ ਘਟ ਗਿਆ ਸਰ, ਪਹਿਲਾਂ ਡਾਇਰੈਕਟ ਹੁੰਦਾ ਸੀ ਸਿੱਧਾ ਨਹੀਂ ਬਹੁਤ ਡਾਇਰੈਕਟ ਮੰਚ ਤੋਂ। ਅੱਜ ਵੀ ਮੋਦੀ ਉਹਨਾਂ ਦੇ ਅਮਿਤ ਸ਼ਾਹ ਨੂੰ ਤੁਹਾਨੂੰ ਕੀ ਲੱਗਦਾ ਉੱਥੋਂ ਕਿਸੇ ਨੂੰ ਹੁਣ ਚੰਗੇ ਲੱਗਣ ਲੱਗੇ ਹੋ? ਬਿਲਕੁਲ ਨਹੀਂ ਹੈਗਾ। ਅਸੀਂ ਕਹਿੰਦੇ ਹਾਂ ਮੋਦੀ ਅਮਿਤ ਸ਼ਾਹ ਉਹਨਾਂ ਨੂੰ ਅੱਜ ਵੀ ਅਸੀਂ ਉਸੇ ਜ਼ਹਿਰੀਲੀ ਨਜ਼ਰ ਦੇ ਨਾਲ ਦੇਖਦੇ ਹਾਂ, ਤੇ ਹੁਣ ਤਾਂ ਬੰਗਾਲ ਦੇ ਵਿੱਚ ਜਾ ਕੇ ਆਏ ਉਹਨਾਂ ਨੂੰ ਹਰਾਉਣ ਵਾਸਤੇ। ਇਸ ਤੋਂ ਮਤਲਬ ਕਿਸੇ ਵੀ ਸਿਆਸੀ ਲੀਡਰ ਵਾਸਤੇ, ਚਾਹੇ ਅਮਿਤ ਸ਼ਾਹ ਹੈ ਚਾਹੇ ਉਹ ਮੋਦੀ ਹੈ, ਉਹਨਾਂ ਵਾਸਤੇ ਸਭ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ? ਸਭ ਤੋਂ ਵੱਡੀ ਗੱਲ ਉਹਨਾਂ ਵਾਸਤੇ ਸਿਆਸੀ ਕੁਰਸੀ ਹੈ ਆਪਣੀ। ਸੋ ਉਹਨਾਂ ਦੀ ਕੁਰਸੀ ਤਾਂ ਖੋ ਕੇ ਹਟੇ ਆ, ਉਹਨਾਂ ਦੀ ਬੰਗਾਲ ਦੇ ਵਿੱਚ ਅਸੀਂ ਕੁਰਸੀ ਦੇ ਉੱਤੇ ਹੀ ਹਮਲਾ ਕਰਕੇ ਆਏ ਹਾਂ। ਸੋ ਇਸ ਕਰਕੇ ਕੋਈ ਮਤਲਬ ਜੇ ਇਹ ਕੋਈ ਕਹਿ ਰਿਹਾ ਹੈ ਵੀ ਇਹ ਮੋਦੀ ਤੇ ਅਮਿਤ ਸ਼ਾਹ ਦੇ ਉੱਤੇ ਕਿਸਾਨ ਅੰਦੋਲਨ ਦੀ ਸ਼ਾਇਦ ਕੋਈ ਮਤਲਬ ਪੈਨਿਆਪਨ ਦੇ ਵਿੱਚ ਕੋਈ ਕਮੀ ਆਈ ਹੈ, ਤਾਂ ਮੈਨੂੰ ਲੱਗਦਾ ਉਹ ਵਿਅਕਤੀ ਦੇਖਣ ਦੇ ਵਿੱਚ ਪ੍ਰੋਬਲਮ ਹੈ। ਤੁਸੀਂ ਦੇਖੋ ਧਿਆਨ ਨਾਲ, ਸਾਰੇ ਬਿਆਨ ਪੜ੍ਹੋ ਜਿੰਨੇ ਵੀ ਪਿਛਲੇ ਸਮੇਂ 'ਚ ਆਏ ਨੇ, ਤੁਸੀਂ ਸਾਰੇ ਪਿਛਲੇ ਸਮੇਂ ਦੇ ਵਿੱਚ ਜਿਹੜੀਆਂ ਐਕਸ਼ਨ ਲਏ ਨੇ ਮੋਰਚੇ ਨੇ ਉਹ ਦੇਖੋ ਕਿੱਥੋਂ ਕਮੀ। ਨਹੀਂ ਮੈਂ ਤੁਹਾਨੂੰ ਪਿਛਲੇ ਦਿਨਾਂ ਦੀ ਗੱਲ ਦੱਸਦਾ। ਹਰਮੀਤ ਕਾਦੀਆਂ ਜੀ ਚੰਗੇ ਆਗੂ ਨੇ, ਸ਼ੁਰੂ ਤੋਂ ਨਾਲ ਚੱਲ ਰਹੇ ਨੇ। ਉਹਨਾਂ ਦਾ ਆਪਦਾ ਕਹਿਣਾ ਹੈ ਕਿ ਉਹਨਾਂ ਦੀ ਗੱਲ ਕਿਤੇ ਉਹਨਾਂ ਨੇ ਕਿਹਾ ਹੈ ਕਿ ਸਾਨੂੰ ਸਾਡੇ ਪ੍ਰਧਾਨ ਮੰਤਰੀ ਦੇ ਖਿਲਾਫ ਇੰਨੇ ਬੁਰੇ ਸ਼ਬਦ, ਇੰਨੇ ਤਿੱਖੇ ਸ਼ਬਦ ਨਹੀਂ ਬੋਲਣੇ ਚਾਹੀਦੇ, ਉਹਦਾ ਖਿਆਲ ਰੱਖਣਾ ਚਾਹੀਦਾ। ਇਹ ਕਿਤੇ ਨਾ ਕਿਤੇ ਇਸ਼ਾਰਾ ਕਰਦਾ ਹੈ ਕਿ ਢੈਲੇ ਪਏ ਥੋੜੇ ਜਿਹੇ ਸਿੱਧੀਆਂ ਗੱਲਾਂ ਕਰਨ ਨੂੰ। ਪਹਿਲਾਂ ਕੇਜਰੀਵਾਲ ਸਾਹਿਬ, ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਮੰਨੇ ਜਾਂਦੇ, ਉਹ ਪਹਿਲਾਂ ਸਿੱਧੇ ਬਹੁਤ ਅਟੈਕ ਕਰਦੇ ਸੀ, ਹੁਣ ਉਹ ਵੀ ਜਿਵੇਂ ਠੰਡੇ ਉਸੇ ਤਰ੍ਹਾਂ ਹੀ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੀ ਆਗੂਆਂ ਨੇ ਇਸ ਗੱਲ ਨੂੰ ਹਰਮੀਤ ਸਿੰਘ ਕਾਦੀਆਂ ਉਹਨਾਂ ਨੂੰ ਹੀ ਇਹ ਸਵਾਲ ਪੁੱਛੋ ਤਾਂ ਉਹ ਜ਼ਿਆਦਾ ਵਧੀਆ ਜਵਾਬ ਦੇਣਗੇ ਇਸ ਦਾ। ਪਰ ਜਿੱਥੇ ਤੱਕ ਮੈਂ ਉਹਨਾਂ ਨੂੰ ਜਾਣਦਾ, ਉਹ ਐਡੇ ਠਰਮੇ ਤੇ ਟਿਕੇ ਹੋਏ ਆਗੂ ਨੇ। ਉਹ ਇਹ ਨਹੀਂ ਕਹਿ ਰਹੇ ਤੁਹਾਨੂੰ ਕਿ ਉਹਨਾਂ ਦੇ ਉੱਤੇ ਅਸੀਂ ਹਮਲਾ ਕਰ ਦਈਏ, ਉਹ ਸਿਰਫ ਇਹ ਕਹਿ ਰਹੇ ਹੋਣਗੇ ਕਿਤੇ ਕਿਸੇ ਸ਼ਬਦਾਵਲੀ ਦੀ ਗੱਲ ਆਈ ਹੋਊਗੀ, ਤੁਸੀਂ ਯਾਦ ਕਰਿਓ ਜਾਂ ਉਹਨਾਂ ਨੂੰ ਪੁੱਛ ਕੇ ਦੇਖਿਓ। ਇਹੀ ਗੱਲ ਮੈਂ ਤੁਹਾਨੂੰ ਕਹਿ ਰਿਹਾ ਵੀ ਕੋਈ ਸਖਤ ਸ਼ਬਦ ਕਈ ਵਾਰੀ ਸਖਤ ਦੀ ਗੱਲ ਨਹੀਂ ਹੁੰਦਾ, ਕਈ ਵਾਰੀ ਬੜੇ ਗੈਰ ਪਾਰਲੀਮਾਨੀ ਸ਼ਬਦ ਵੀ ਨਿਕਲ ਜਾਂਦੇ ਨੇ। ਉਸ ਕਿਸਮ ਦੀਆਂ ਚੀਜ਼ਾਂ ਦੇ ਉੱਤੇ ਜ਼ਰੂਰ ਕਿਹਾ ਜਾਂਦਾ ਹੁੰਦਾ ਵੀ ਮੰਨ ਲਓ ਹੁਣ ਜਿਵੇਂ ਬਹੁਤ ਸ਼ੁਰੂ 'ਚ ਅਸੀਂ ਇੱਥੋਂ ਗਏ ਸੀ ਤਾਂ ਜਦੋਂ ਲੋਕ ਰਾਤ ਨੂੰ ਉੱਥੇ ਨਾਅਰੇ ਮਾਰਦੇ ਹੁੰਦੇ ਸੀ ਤਾਂ ਵਿੱਚ ਹੀ ਕਈ ਲੋਕ ਜਿਹੜੇ ਨੇ ਉਹ ਮਤਲਬ ਗਾਲਾਂ ਬੜੇ ਭਾਸ਼ਾ ਦੇ ਵਿੱਚ ਵੀ ਗੱਲ ਕਰਦੇ ਸੀ। ਉਹਨੂੰ ਅਸੀਂ ਵੀ ਕਹਿੰਦੇ ਹੁੰਦੇ ਸੀਗੇ ਵੀ ਯਾਰ ਗਾਲਾਂ ਆਪਣੀ ਭਾਸ਼ਾ ਨਹੀਂ, ਆਪਾਂ ਪੰਜਾਬ 'ਚੋਂ ਗਏ ਆ, ਗਾਲਾਂ ਤਾਂ ਆਪਾਂ ਇੱਥੇ ਲੜਾਈ ਦੇ ਵਿੱਚ ਗਲੀ ਦੇ ਵਿੱਚ ਕੱਢੀ ਜਾਂਦੇ ਹੁੰਦੇ ਇੱਕ ਦੂਜੇ ਨੂੰ। ਸੋ ਗਾਲਾਂ ਨਹੀਂ, ਅਸੀਂ ਨਵੀਂ ਜਿਹੜੀ ਚੀਜ਼ ਸਿੱਖੀ ਹੈ ਉਹ ਨਾਅਰੇ ਨੇ। ਅਸੀਂ ਜਿਹੜੀ ਨਵੀਂ ਚੀਜ਼ ਸਿੱਖੀ ਹੈ ਉਹ ਹੈ ਵੀ ਦੁਸ਼ਮਣ ਨੂੰ ਸਮਝਣਾ, ਵੀ ਉਹਨੂੰ ਕਿੱਥੇ ਕਿਹੜੀ ਉਹਦੀ ਦੁੱਖ ਦੀ ਰਗ ਹੈ ਉਹਨੂੰ ਛੇੜਨਾ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਵੀਆਂ ਸਿੱਖੀਆਂ ਨੇ, ਅਸੀਂ ਇਹ ਨਵੀਆਂ ਚੀਜ਼ਾਂ ਦਾ ਵਿਖਾਵਾ ਉੱਥੇ ਕਰੀਏ, ਨਾ ਕਿ ਅਸੀਂ ਉਹੀ ਪੁਰਾਣਾ ਆਪਣਾ ਜਿਹੜਾ ਗਾਲਾਂ ਵਾਲਾ ਕਲਚਰ ਹੈ ਉਹਨੂੰ ਉੱਥੇ ਜਾ ਕੇ ਸਗੋਂ ਉਹਨੂੰ ਸਿੱਖੀਏ ਵੀ ਅਸੀਂ ਹੁਣ ਉਸ ਕਿਸਮ ਦੇ ਕਲਚਰਾਂ ਤੋਂ ਗਾਹਾਂ ਵਧਣਾ। ਸੋ ਇਹ ਹੋ ਸਕਦਾ ਹੈ ਵੀ ਜੇ ਕਾਦੀਆਂ ਸਾਹਿਬ ਨੇ ਜੇ ਕੋਈ ਇਸ ਤਰ੍ਹਾਂ ਦੀ ਗੱਲ ਕਹੀ ਹੈ, ਮੈਨੂੰ ਪਤਾ ਨਹੀਂ, ਕਿਉਂਕਿ ਜੇ ਤਾਂ ਠੋਸ ਕੋਈ ਗੱਲ ਰੱਖੋ ਸਾਹਮਣੇ, ਕੋਈ ਵੀਡੀਓ ਕਲਿੱਪ ਚਲਾਓ, ਜੇ ਕੋਈ ਵੀਡੀਓ ਕਲਿੱਪ ਚਲਾਓ ਤਾਂ ਮੈਂ ਹੋਰ ਜ਼ਿਆਦਾ ਵਧੀਆ ਜਵਾਬ ਦਿੰਦਾ, ਪਰ ਮੈਨੂੰ ਪਤਾ ਨਹੀਂ, ਉਹ ਬਿਹਤਰ ਦੱਸਣਗੇ। ਪਰ ਮੈਨੂੰ ਇਸ ਗੱਲ ਦਾ ਪੂਰਾ ਮਤਲਬ ਆਪਦੇ ਲੀਡਰਾਂ ਦੇ ਉੱਤੇ ਪਤਾ ਹੁੰਦਾ ਨਾ, ਉਹ ਇਹਨਾਂ ਆਗੂਆਂ ਨੂੰ ਜਾਣਦੇ ਆ, ਉਹਨਾਂ ਦੇ ਨਾਲ ਵਿਚਰਦੇ ਰਹੇ ਆ, ਵੀ ਐਸਾ ਨਹੀਂ ਹੈ ਵੀ ਉਹ ਕਿਤੇ ਢਿੱਲੇ ਪੈ ਜਾਣਗੇ, ਕੋਈ ਢਿੱਲੇ ਪੈਣ ਵਾਲਾ ਢਿੱਲੇ ਨਹੀਂ। ਇਹ ਉਹਨਾਂ ਦੀ ਗੱਲ ਹੈ ਕਿ ਪਰ ਕਿਤੇ ਨਾ ਕਿਤੇ ਥੋੜੀਆਂ ਜਥੇਬੰਦੀਆਂ ਦਾ ਠਰਮਾ ਹੋਏਗਾ, ਜਾਂ ਉਹ ਸਮਝ ਲਓ ਵੀ ਸਮਝਣ ਵਾਲੀ ਭਾਸ਼ਾ ਵਰਤਣ ਲੱਗੇ, ਪਹਿਲਾਂ ਸਿੱਧੀਆਂ ਗੱਲਾਂ ਸਾਡੇ ਨੌਲੇਜ 'ਚ ਨਹੀਂ ਆਇਆ। ਲੇਕਿਨ ਇੱਕ ਗੱਲ ਪੱਕੀ ਹੈ ਵੀ ਕੋਈ ਲੀਡਰ ਜਿਹਨੂੰ ਮਰਜ਼ੀ ਸਾਡੇ ਨੂੰ ਸਟੇਜ ਦੇ ਉੱਤੇ ਚੜਾ ਕੇ ਦੇਖ ਲਓ, ਤੁਹਾਨੂੰ ਉਹੀ ਅੱਗ ਵਰਦੀ ਮਿਲੂਗੀ ਮੋਦੀ ਦੇ ਉੱਤੇ। ਹਾਂ ਇਹ ਠੀਕ ਹੈ ਵੀ ਜੇ ਕੋਈ ਮਤਲਬ ਸਿੱਧੀਆਂ ਸ਼ਬਦਾਵਲੀ ਦੇ ਉੱਤੇ ਕਈ ਵਾਰੀ ਹੋ ਸਕਦਾ, ਮਤਲਬ ਵੀ ਕੋਈ ਨਹੀਂ ਵੀ ਉਹਨਾਂ ਦੇ ਨਾਲ ਕੋਈ ਢਿੱਲ ਵਰਤੀ ਜਾਵੇ। ਇਹਨਾਂ ਲੋਕਾਂ ਨੇ ਜਿਹੜਾ ਇਹ ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਹੈ, ਇਹਨੇ ਬਰਬਾਦ ਕਰਕੇ ਰੱਖਤਾ ਕਿਸਾਨੀ ਨੂੰ। ਇਹਨਾਂ ਵਾਸਤੇ ਕਿਸ ਕਿਸਮ ਦੀ ਢਿੱਲ? ਇਹਨਾਂ ਨੂੰ ਅਸੀਂ ਮੋਰਚਾ, ਮੈਂ ਕਹਿੰਦਾ ਅਸੀਂ ਜਿੱਤ ਲਾਂਗੇ, ਇਹ ਜਿੱਤਾਂਗੇ। ਅਸੀਂ ਉਦੋਂ ਬਾਅਦ ਵੀ ਇਹਨਾਂ ਨੂੰ ਮਾਫ ਨਹੀਂ ਕਰਨ ਜਾ ਰਹੇ ਜੋ ਇਹ ਕਰ ਚੁੱਕੇ ਨੇ। 450 ਤੋਂ ਵੱਧ ਸਾਥੀ ਜਿਹੜੇ ਨੇ ਸ਼ਹੀਦ ਹੋ ਚੁੱਕੇ ਨੇ। ਸੋ ਅਸੀਂ ਇਹਨਾਂ ਨੂੰ ਕਿਵੇਂ ਮਾਫ ਕਰ ਸਕਦੇ ਹਾਂ? ਅਸੀਂ ਜਿੱਤਣ ਤੋਂ ਬਾਅਦ ਵੀ ਇਹਨਾਂ ਨੂੰ ਮਾਫ ਨਹੀਂ ਕਰਾਂਗੇ। ਮੈਂ ਸਪਸ਼ਟ ਕਹਿ ਰਿਹਾ, ਅਸੀਂ ਜਿੱਤਣ ਤੋਂ ਬਾਅਦ ਵੀ ਇਹਨਾਂ ਨੂੰ ਮਾਫ ਨਹੀਂ ਕਰਾਂਗੇ। ਚਲੋ 400 ਤੋਂ ਬਾਅਦ ਤੁਸੀਂ ਕਹਿੰਦੇ ਸਾਥੀ ਤੁਹਾਡੇ ਸ਼ਹੀਦ ਹੀ ਚੁੱਕੇ, ਕੀ ਕਿਸਾਨ ਅੰਦੋਲਨ SKM ਸੰਯੁਕਤ ਕਿਸਾਨ ਮੋਰਚਾ ਮੰਨਦਾ ਵੀ ਕਰੋਨਾ ਹੈ? ਹਾਂ ਕਿਉਂ ਨਹੀਂ ਮੰਨਦਾ। ਅਸੀਂ ਬਕਾਇਦਾ ਪਿਛਲੇ ਸਮੇਂ ਦੇ ਵਿੱਚ ਬਕਾਇਦਾ ਇਹ ਕਿਹਾ ਵੀ ਅਸੀਂ ਆਪਣੇ ਉੱਥੇ ਸਾਥੀਆਂ ਨੂੰ ਗਾਈਡ ਵੀ ਕੀਤਾ ਜਿਹੜੇ ਮੋਰਚਿਆਂ ਦੇ ਵਿੱਚ ਬੈਠੇ ਨੇ, ਵੀ ਭਾਈ ਥੋੜ੍ਹੀ ਜਿਹੀ ਆਪਦੇ ਇੱਕ ਦੂਜੇ ਦਾ ਖਿਆਲ ਰੱਖੋ। ਜੇ ਕਿਸੇ ਸਾਥੀ ਦੇ ਵਿੱਚ ਕੋਈ ਥੋੜ੍ਹੀ ਜਿਹੀ ਵੀ ਕੋਈ ਬਿਮਾਰੀ ਦੀ ਸਿੰਪਟਮ ਆਉਂਦੀ ਹੈ, ਉਹਦੀ ਤੁਰੰਤ ਮਦਦ ਕੀਤੀ ਜਾਵੇ, ਉਹਨੂੰ ਸਹੀ ਜਗ੍ਹਾ ਦੇ ਉੱਤੇ ਪਹੁੰਚਾਇਆ ਜਾਵੇ, ਉਹਨੂੰ ਕਿਸੇ ਹੈਲਪ ਸੈਂਟਰ, ਉੱਥੇ ਆਪਦੇ ਸਾਡੇ ਮੈਡੀਕਲ ਸੈਂਟਰ ਬਣੇ ਹੋਏ ਨੇ, ਉੱਥੇ ਪਹੁੰਚਾਇਆ ਜਾਵੇ। ਦੂਜੀ ਗੱਲ ਅਸੀਂ ਇਹ ਕਹੀ ਹੈ ਵੀ ਵੈਕਸੀਨੇਸ਼ਨ ਸਰਕਾਰ ਕਿਉਂ ਨਹੀਂ ਕਰ ਰਹੀ। ਅਸੀਂ ਵੈਕਸੀਨੇਸ਼ਨ ਵਾਸਤੇ ਮੰਗ ਕੀਤੀ, ਉੱਥੇ ਬਕਾਇਦਾ ਵੀ ਕੈਂਪ ਲਾਓ। ਹਾਲੇ ਤੱਕ ਸਰਕਾਰ ਨੇ ਨਹੀਂ ਲਾਏ ਕੈਂਪ, ਅਸੀਂ ਮੰਗ ਕੀਤੀ ਹੈ ਉੱਥੇ ਕੈਂਪ ਜਿਹੜਾ ਮੰਨਦੇ ਆ ਤਾਂ ਹੀ ਕਹੀ। ਜਿਹੜੇ ਤੁਸੀਂ ਪਿਛਲੇ ਦਿਨੀ ਲਾਕਡਾਊਨ ਨੂੰ ਵਿਰੋਧ ਦਾ ਇੱਕ ਦੁਕਾਨਾਂ ਖਲਾਉਣ ਦੀ ਲਾਕਡਾਊਨ ਕੀਤਾ, ਉਹ ਕੀ ਸੀ? ਉਹ ਮੈਂ ਦੱਸਦਾ, ਉਹ ਅੱਡ ਚੀਜ਼ ਹੈ। ਲਾਕਡਾਊਨ ਦਾ ਵਿਰੋਧ ਅਸੀਂ ਚੰਡੀਗੜ੍ਹ ਦੇ ਵਿੱਚ ਵੀ ਤੁਹਾਡੇ ਧਿਆਨ 'ਚ ਹੋਣਾ, ਅਸੀਂ ਲਾਕਡਾਊਨ ਵਿਰੋਧੀ ਮੋਰਚਾ ਬਣਾਇਆ ਬਕਾਇਦਾ ਚੰਡੀਗੜ੍ਹ ਦੇ ਵਿੱਚ। ਅਸੀਂ ਮੰਗ ਕੀਤੀ ਵੀ ਲਾਕਡਾਊਨ ਨਹੀਂ ਲੱਗਣਾ ਚਾਹੀਦਾ। ਉਸ ਤੋਂ ਬਾਅਦ ਜਦੋਂ ਲੇਟਰ ਔਨ ਇਹ ਪੰਜਾਬ 'ਚ ਜਾਂ ਹੋਰ ਥਾਵਾਂ ਦੇ ਉੱਤੇ ਲਾਕਡਾਊਨ ਦਾ ਮਾਹੌਲ ਬਣਿਆ, ਉਹਦਾ ਕਾਰਨ ਇਹ ਹੈ ਲੋਕਾਂ ਨੂੰ ਪਿਛਲੇ ਸਾਲ ਦਾ ਲਾਕਡਾਊਨ ਯਾਦ ਹੈ।
ਇਸ ਸਰਕਾਰ ਦੀ ਲੋਕਡਾਊਨ ਲਾਉਣ ਵਾਸਤੇ 1 ਸਾਲ ਦੇ ਵਿੱਚ ਕੋਈ ਤਿਆਰੀ ਨਹੀਂ ਹੋਈ। ਸਾਨੂੰ ਜਾਂ ਤਾਂ ਇਹ ਦਿਖਾਣ ਵੀ ਆਹ ਪਏ ਨੇ ਸਾਡੇ ਰਾਸ਼ਨ ਦੇ ਭੰਡਾਰ, ਆਹ ਪਏ ਨੇ ਸਾਡੇ ਕੋਲ ਉਹ ਬਜਟ ਜਿਹਦੇ 'ਚੋਂ ਅਸੀਂ ਖਾਤਿਆਂ ਦੇ ਵਿੱਚ ਲੋਕਾਂ ਦੇ ਘਰੇ ਬੈਠਿਆਂ ਦੇ ਪੈਸੇ ਟ੍ਰਾਂਸਫਰ ਕਰ ਦੇਣੇ ਨੇ, ਆਹ ਪਈਆਂ ਨੇ ਸਾਡੀਆਂ ਮੈਡੀਕਲ ਦੀਆਂ ਸਪਲਾਈਜ਼ ਜਿਹੜੀਆਂ ਤੁਹਾਨੂੰ ਤੁਰੰਤ ਅਵੇਲੇਬਲ ਹੋ ਜਾਣੀਆਂ ਨੇ, ਆਹ ਪਏ ਨੇ ਸਾਡੇ ICU ਦੇ ਬੈੱਡ, ਆਹ ਪਏ ਨੇ ਸਾਡੇ ਹਸਪਤਾਲਾਂ 'ਚ ਬੈੱਡ। ਨਾ ਤਾਂ ਇਹਨਾਂ ਕੋਲ ਆਕਸੀਜਨ ਹੈ, ਨਾ ਇਹਨਾਂ ਕੋਲ ਦਵਾਈਆਂ ਨੇ। ਇਹ ਲੋਕਡਾਊਨ ਲਾਉਣਾ ਕਾਹਦੇ ਵਾਸਤੇ ਚਾਹੁੰਦੇ ਨੇ? ਇਹ ਲੋਕਡਾਊਨ ਲਾਉਣਾ ਇੱਕੋ ਹੀ ਪਰਪਸ ਲਈ ਚਾਹੁੰਦੇ ਨੇ ਕਿ ਲੋਕਡਾਊਨ ਜਿਹੜਾ ਹੈਗਾ ਉਹ ਲੋਕਾਂ ਦੀ ਜ਼ੁਬਾਨ ਨੂੰ ਬੰਦ ਕਰ ਦੇਵੇ। ਇਹ ਲੋਕਾਂ ਨੂੰ ਘਰਾਂ 'ਚ ਬੰਦ ਕਰਕੇ ਆਪਦੀ ਜਵਾਬਦੇਹੀ ਖਤਮ ਕਰਨਾ ਚਾਹੁੰਦੇ ਨੇ, ਆਪਦੀਆਂ ਪਿਛਲੇ 1 ਸਾਲ ਦੀਆਂ ਗਲਤੀਆਂ ਦੇ ਉੱਤੇ ਪਰਦਾਪੋਸ਼ੀ ਕਰਨਾ ਚਾਹੁੰਦੇ ਨੇ। ਇਸ ਕਰਕੇ ਅਸੀਂ ਲੋਕਡਾਊਨ ਦਾ ਵਿਰੋਧ ਕਰਦੇ ਹਾਂ। ਦੂਜੇ ਨੰਬਰ ਤੇ ਲੋਕਡਾਊਨ ਦਾ ਵਿਰੋਧ ਇਸ ਕਰਕੇ ਕਰਦੇ ਹਾਂ ਕਿ ਪਿਛਲੇ ਲੋਕਡਾਊਨ ਨੇ ਜਿਹੜਾ ਸਾਡੇ ਜਿਸ ਕਿਸਮ ਦਾ ਸਾਡਾ ਮਾਹੌਲ ਹੈ, ਮੈਂ ਤੁਹਾਨੂੰ ਉਦਾਹਰਨ ਦੇ ਕੇ ਗੱਲ ਕਰਾਂਗਾ। ਮੰਨ ਲਓ ਆਪਾਂ ਇਸ ਵੇਲੇ ਚੰਡੀਗੜ੍ਹ 'ਚ ਬੈਠੇ ਹਾਂ, ਸਟੂਡੀਓ ਤੁਹਾਡਾ ਚੰਡੀਗੜ੍ਹ ਦੇ ਵਿੱਚ ਸਾਡੇ ਇੱਥੇ ਬਸਤੀਆਂ ਨੇ ਜੀ, ਪਿੰਡ ਨੇ, ਠੀਕ ਹੈ। ਪਿੰਡ ਤੁਸੀਂ ਵੀ ਜਾਣਦੇ ਹੋ, ਉੱਥੇ ਹੱਲੂ ਮਾਜਰਾ ਪਿੰਡ ਹੈ, ਰਾਮ ਦਰਬਾਰ ਹੈ, ਇੱਥੇ ਮੰਨ ਲਓ ਛੋਟੇ ਛੋਟੇ ਪਿੰਡ ਨੇ, ਛੋਟੀਆਂ ਬਸਤੀਆਂ ਨੇ, ਜਿਵੇਂ 4 ਨੰਬਰ ਕਲੋਨੀ ਹੈ, ਇੱਥੇ ਧਨਾਸ ਟੈਨਾਮੈਂਟ ਕਲੋਨੀ ਹੈ, ਛੋਟੇ ਕਸਬੇ ਨੇ, ਗਰੀਬ ਕਸਬੇ ਨੇ, ਨਿੱਕੇ ਨਿੱਕੀਆਂ ਜਿਹੜੇ ਕਲਸਟਰ ਨੇ ਜਿਹੜੇ ਬਹੁਤ ਹਾਈਲੀ ਪੋਪੂਲੇਟਿਡ ਨੇ। ਤੁਹਾਨੂੰ ਯਾਦ ਹੋਊਗਾ ਪਿਛਲੇ ਸਾਲ 26 ਸੈਕਟਰ ਦੀ ਬਾਪੂ ਧਾਮ ਕਲੋਨੀ ਦੇ ਵਿੱਚ ਬਹੁਤ ਵੱਡਾ ਮਤਲਬ ਇੱਕ ਆਲਮੋਸਟ ਐਕਸਪਲੋਜਨ ਸੀਗਾ ਕਰੋਨਾ ਦਾ। ਸੋ ਉਸ ਕਿਸਮ ਦੀ ਜਿਹੜੀ ਡੈਮੋਗ੍ਰਾਫੀ ਹੈ ਉਹ ਸਾਨੂੰ ਕੀ ਦੱਸਦੀ ਹੈ? ਹੁਣ ਤੁਸੀਂ ਜਦੋਂ ਲੋਕਡਾਊਨ ਲਾਤਾ ਤਾਂ ਤੁਸੀਂ ਸਾਰੇ ਸ਼ਹਿਰ ਦੇ ਵਿੱਚ ਸੜਕਾਂ ਤੇ ਲੋਕਾਂ ਦਾ ਫਿਰਨਾ ਬੰਦ ਕਰਤਾ ਤੇ ਲੋਕਾਂ ਨੂੰ ਤਾੜਤਾ ਵੀ 26 ਵਾਲਾ 26 'ਚ ਹੀ ਰਵੇ, ਹੱਲੂ ਮਜਰੇ ਵਾਲਾ ਹੱਲੂ ਮਜਰੇ ਬੰਦ ਰਹੇ, ਧਨਾਸ ਵਾਲਾ ਧਨਾਸ ਬੰਦ ਰਹੇ। ਉੱਥੇ ਅੰਦਰ ਕੀ ਇੰਤਜ਼ਾਮ ਹੈ? ਉੱਥੇ 50 ਗਜ ਦਾ ਘਰ ਹੈ ਤੇ ਜਿਹਦੇ ਵਿੱਚ 8 ਬੰਦੇ ਰਹਿ ਰਹੇ ਨੇ। ਹੁਣ ਜਦੋਂ 50 ਗਜ ਦੇ ਘਰ ਦੇ ਵਿੱਚ 6, 7 ਜਾਂ 8 ਬੰਦੇ ਰਹਿਣਗੇ, ਕਿਹੜੀ ਸੋਸ਼ਲ ਡਿਸਟੈਂਸਿੰਗ, ਕਿਹੜੀ ਫਿਜ਼ੀਕਲ ਡਿਸਟੈਂਸਿੰਗ? ਕਰ ਹੀ ਨਹੀਂ ਸਕਦੇ। ਦੂਜੀ ਗੱਲ, ਜਦੋਂ ਬੰਦਾ ਮੰਨ ਲਓ ਕੰਮ ਕਰਨ ਕਿੱਥੇ ਆਉਂਦਾ, ਚੰਡੀਗੜ੍ਹ ਦੇ ਵਿੱਚ ਬਸਤੀਆਂ 'ਚ ਲੋਕ ਕੰਮ ਕਰਨ ਕਿੱਥੇ ਜਾਂਦੇ ਨੇ? ਜਾਂ ਉਹ ਬਾਜ਼ਾਰ ਦੇ ਵਿੱਚ ਸ਼ੋਰੂਮਾਂ 'ਚ ਬੈਠਦੇ ਨੇ ਕੰਮ ਕਰਨ, ਜਾਂ ਉਹ ਫੈਕਟਰੀਆਂ ਦੇ ਵਿੱਚ ਕੰਮ ਕਰਨ ਜਾਂਦੇ ਨੇ। ਫੈਕਟਰੀ ਦੇ ਵਿੱਚ ਫੈਕਟਰੀ ਦਾ ਮਾਲਕ ਹੈ, ਸੁਪਰਵਾਈਜ਼ਰ ਹੈ, ਮੈਨੇਜਰ ਹੈ, ਜਿਹੜਾ ਉਹਨਾਂ ਨੂੰ ਕਹਿ ਸਕਦਾ ਵੀ ਬਾਈ 6-6 ਫੁੱਟ ਦੀ ਦੂਰੀ ਤੇ ਰਹੋ। ਉਹਨਾਂ ਨੂੰ ਕਹਿ ਸਕਦਾ ਮਾਸਕ ਲਾ ਕੇ ਕੰਮ ਕਰੋ। ਉਹਨਾਂ ਨੂੰ ਕਹਿ ਸਕਦਾ ਵੀ ਆਉਂਦੀ ਸਰ ਵੀ ਹੱਥ ਧੋਵੋ, ਸੈਨੀਟਾਈਜ਼ਰ ਕਰੋ, ਤੇ ਜਾਂਦੇ ਹੋਏ ਵੀ ਕਰੋ, ਤੇ ਇਕੱਠੇ ਵਾਲਾ ਨਾ ਹੋਵੋ। ਇਸੇ ਤਰ੍ਹਾਂ ਦੁਕਾਨਾਂ ਦੇ ਉੱਤੇ ਵੀ ਇਹ ਚੀਜ਼ ਲਾਗੂ ਕੀਤੀ ਜਾ ਸਕਦੀ ਹੈ। ਲੇਕਿਨ ਘਰਾਂ ਦੇ ਵਿੱਚ, ਗਲੀਆਂ ਦੇ ਵਿੱਚ ਕੌਣ ਲਾਗੂ ਕਰਨ ਜਾ ਰਿਹਾ ਹੈ? ਉੱਥੇ ਤਾਂ ਪੁਲਿਸ ਇੱਕੋ ਹੀ ਕੰਮ ਕਰਦੀ ਹੈ ਵੀ ਗੇੜਾ ਕੱਢ ਦਿੰਦੀ ਹੈ ਇੱਕ ਗਲੀ ਦੇ ਵਿੱਚ, ਘੰਟੇ ਬਾਅਦ 2-4 ਦੇ ਲਾਠੀ ਡੰਡੇ ਮਾਰ ਦਿੰਦੇ ਆ, ਦਹਿਸ਼ਤ ਬਣਾ ਦਿੰਦੇ ਨੇ, ਲੋਕ ਭੱਜ ਕੇ ਆਪਦੇ ਘਰਾਂ 'ਚ ਵੜ ਜਾਂਦੇ ਨੇ, ਜਾਂ ਇੱਕ ਗਲੀ 'ਚੋਂ ਭੱਜ ਕੇ ਦੂਜੀ ਗਲੀ ਚਲੇ ਜਾਂਦੇ ਨੇ। ਸਾਰਾ ਲਾਕਡਾਊਨ ਪਿਛਲੇ ਸਾਲ ਲੋਕਾਂ ਨੇ ਇਕੱਠੇ ਬੈਠ ਕੇ ਤਾਸ਼ ਖੇਡੀ ਹੈ। ਹੁਣ ਤਾਸ਼ ਖੇਡੋਗੇ ਤੁਸੀਂ ਐਂ ਕਰਕੇ ਤੇ ਉਸ ਤੋਂ ਬਾਅਦ ਉਹ ਕਰੋਨਾ ਨਹੀਂ ਫੈਲੂਗਾ। ਸੋ ਇਹਨਾਂ ਨੇ ਲੋਕਾਂ ਨੂੰ ਬੰਦ ਕਰਤਾ ਵੀ ਆਪਸ ਦੇ ਵਿੱਚ ਕਰੋਨਾ ਫੈਲਾਈ ਚੱਲੋ, ਔਰ ਜਿਹੜਾ ਸਰਕਾਰ ਦਾ ਕੰਮ ਸੀ ਕਰਨ ਵਾਲਾ ਉਹ ਸਰਕਾਰ ਨੇ ਕੀਤਾ ਨਹੀਂ। ਇਸ ਕਰਕੇ ਅਸੀਂ ਕਹਿੰਦੇ ਤੁਹਾਡਾ ਲਾਕਡਾਊਨ ਜਿਹੜਾ ਹੈਗਾ ਇਹ ਆਪਣੇ ਆਪ ਦੇ ਵਿੱਚ ਮਾਡਲ ਫੇਲ ਹੈ। ਲਾਕਡਾਊਨ ਹਿੰਦੁਸਤਾਨ ਦੇ ਵਿੱਚ ਕਿਤੇ ਕਾਮਯਾਬ ਐਜ਼ ਲਾਕਡਾਊਨ ਵੀ ਨਹੀਂ ਹੋਇਆ। ਪਿਛਲੇ ਸਾਲ ਦਾ ਤੁਸੀਂ ਦੇਖੋ, ਜਿੰਨਾ ਪ੍ਰਵਾਸੀ ਤਬਕਾ ਸੀ ਉਹ ਸਾਰਿਆਂ ਨੂੰ ਤੁਸੀਂ ਲਾਕਡਾਊਨ ਲਾ ਕੇ ਘਰੇ ਬਿਠਾਤਾ, ਔਰ ਉਸ ਤਬਕੇ ਨੂੰ ਜਦ ਖਾਣਾ ਨਹੀਂ ਮਿਲਿਆ, ਜਦੋਂ ਉੱਥੇ ਕਿਰਾਇਆਂ ਦੇ ਉੱਤੇ ਰਹਿ ਰਹੇ ਸੀ ਉਹਨਾਂ ਤੋਂ ਕਿਰਾਇਆ ਨਹੀਂ ਦਿੱਤਾ ਗਿਆ, ਦੁਕਾਨ ਕਿਸੇ ਨੇ ਛੋਟੀ ਜਿਹੀ ਕੀਤੀ ਹੋਈ ਆ ਉਹਦਾ ਕਿਰਾਇਆ ਨਹੀਂ ਕਿਸੇ ਤੋਂ ਗਿਆ, ਆਮਦਨ ਬੰਦ ਹੋ ਗਈ, ਖਰਚਾ ਵਧੀ ਜਾ ਰਿਹਾ ਹੈ। ਉਸ ਹਾਲਤ 'ਚ ਬੰਦਿਆਂ ਨੇ ਕੀ ਕੀਤਾ? ਪੈਦਲ ਤੁਰ ਕੇ 1000 ਕਿਲੋਮੀਟਰ ਆਪਦੇ ਘਰ ਗਏ ਨੇ ਲੋਕ, ਰਾਹਾਂ ਦੇ ਵਿੱਚ ਮਰੇ ਨੇ ਲੋਕ। ਸੋ ਇਸ ਕਰਕੇ ਅਸੀਂ ਲਾਕਡਾਊਨ ਦਾ ਵਿਰੋਧ ਕਰਦੇ ਹਾਂ। ਨਹੀਂ ਦੇਖੋ, ਐਤਕੀ ਜਿਹੜਾ ਤੁਹਾਡਾ ਰਿਕਾਰਡਡ ਸਾਡੇ ਕੋਲੇ ਜਾਣਕਾਰੀ ਆਈ ਸੀ ਉਹ 'ਚ ਵੀ 18 ਜ਼ਿਲ੍ਹਿਆਂ 'ਚ ਇਹ ਆਪਣਾ ਵਿਰੋਧ ਹੋਇਆ ਸੀਗਾ, ਤੇ ਉਹ 'ਚ 87 ਕੁ ਕਸਬਿਆਂ ਦੇ ਵਿੱਚ ਇਹ ਪ੍ਰਦਰਸ਼ਨ ਹੋਈ ਸੀਗੀ। ਪਰ ਲੋਕਾਂ ਦਾ ਹੁੰਗਾਰਾ ਐਤਕੀ ਤੁਹਾਨੂੰ ਉਹਨਾਂ ਵਧੀਆ ਨਹੀਂ ਮਿਲਿਆ। ਮੈਂ ਦੱਸਦਾ ਲੋਕਾਂ ਦਾ ਹੁੰਗਾਰਾ ਕੀ ਹੈ। ਹਰ ਦੁਕਾਨਦਾਰਾਂ ਨੇ ਉਹਨਾਂ ਵਧੀਆ ਹੁੰਗਾਰਾ ਨਹੀਂ ਦਿੱਤਾ। ਮੈਂ ਦੱਸਦਾ ਕੀ ਹੈ ਉਹਦਾ ਜਵਾਬ ਹੈ। ਲੋਕਾਂ ਦਾ ਹੁੰਗਾਰਾ, ਲੋਕਾਂ ਦੀ ਇਹ ਪੂਰੀ ਮੰਗ ਹੈ। ਤੁਸੀਂ ਕਿਸੇ ਦੁਕਾਨਦਾਰ ਨੂੰ ਇੱਥੇ ਬੁਲਾ ਕੇ ਆਪਣੇ ਟੀਵੀ ਦੇ ਉੱਤੇ ਇਹ ਕਹਾ ਦਿਓ ਜਿਹੜਾ ਕਹਿੰਦਾ ਹੋਵੇ ਵੀ ਕਰ ਦਿਓ ਦੁਕਾਨਾਂ ਬੰਦ, ਲਾਕਡਾਊਨ ਲਾਗੂ ਕਰ ਦੋ, ਕੋਈ ਦੁਕਾਨਦਾਰ ਨਹੀਂ ਕਹਿੰਦਾ। ਜਬਰੀ ਨਹੀਂ ਖਿਲਾਉਣੀਆਂ ਦੁਕਾਨਾਂ ਜਾ ਕੇ ਬਹੁਤ ਜਗ੍ਹਾ ਇਸ ਤਰ੍ਹਾਂ ਗੱਲਾਂ ਵੀ ਨਹੀਂ ਸੀ। ਉਹ ਸਾਹਮਣੇ ਮੈਨੂੰ ਲੱਗਦਾ ਮਿਸ ਇੰਟਰਪ੍ਰੀਟੇਸ਼ਨ ਹੈ। ਜਬਰੀ ਖਿਲਾਉਣ ਦੀ ਕਾਲ ਨਹੀਂ ਸੀ ਉਹ। ਜਿਹੜੀ ਜ਼ਬਰਦਸਤੀ ਅਸੀਂ ਕਰਦੇ ਹਾਂ ਸਰਕਾਰ ਨਾਲ ਕਰਦੇ ਹਾਂ, ਅਸੀਂ ਲੋਕਾਂ ਨਾਲ ਨਹੀਂ ਕਰਦੇ। ਜਬਰੀ ਤਾਂ ਅਸੀਂ ਬੰਦ ਨਹੀਂ ਕਰਾਈਆਂ। ਜਿਹੜਾ ਇੱਕ ਪਪੂਲਰ ਗੱਲ ਹੈ ਵੀ ਦੁਕਾਨਾਂ ਬੰਦ ਕਰਾਉਣ ਜਾਂਦੇ ਨੇ, ਅਸੀਂ ਕਦੇ ਜਬਰੀ ਬੰਦ ਨਹੀਂ ਕਰਾਈਆਂ। ਹਰ ਵਾਰ ਦੁਕਾਨਦਾਰਾਂ ਨੇ ਆਪ ਸ਼ਟਰ ਡਾਊਨ ਕਰਕੇ ਸਾਡਾ ਸਮਰਥਨ ਕੀਤਾ। ਐਤਕੀ ਅਸੀਂ ਉਲਟਾ ਉਹਨਾਂ ਦੇ ਸਮਰਥਨ ਦੇ ਵਿੱਚ ਨਾਲ ਖੜੇ ਸੀ, ਕਿਉਂਕਿ ਦੁਕਾਨਦਾਰਾਂ ਦੀ ਇਹ ਸਵਾਲ ਦੁਕਾਨਦਾਰਾਂ ਦੇ ਵਿੱਚ ਆ ਵੀ ਹੁਣ ਸਾਡਾ ਬਿਜ਼ਨਸ ਸਰਕਾਰ ਬੰਦ ਕਰਾ ਦੂਗੀ, ਲਾਕਡਾਊਨ ਲਾ ਦੂਗੀ, ਅਸੀਂ ਕਿੱਥੇ ਜਾਵਾਂਗੇ? ਸੋ ਉਹਦੇ ਤੇ ਅਸੀਂ ਕਿਹਾ ਵੀ ਸਰਕਾਰ ਜਿਹੜੀ ਹੈਗੀ ਹੈ ਜੇ ਤੁਹਾਨੂੰ ਧੱਕਾ ਕਰਦੀ ਹੈ ਕਿਸੇ ਕਿਸਮ ਦਾ, ਅਸੀਂ ਤੁਹਾਡੇ ਨਾਲ ਖੜੇ ਹਾਂ। ਹੁਣ ਮੰਨ ਲਓ ਦੂਜੇ ਪਾਸੇ ਜਿਹੜਾ ਦੁਕਾਨਦਾਰਾਂ ਦੇ ਵਿੱਚ ਪਏ ਆ, ਸਾਰੇ ਦੁਕਾਨਦਾਰ ਜਿਹੜੇ ਨੇ ਉਹਨਾਂ ਦਾ ਇੱਕ ਹਿੱਸਾ ਜਿਹੜਾ ਇਹ ਸਮਝਦਾ ਵੀ ਯਾਰ ਮੇਰੇ ਤੇ ਪਰਚਾ ਜੇ ਸਰਕਾਰ ਨੇ ਦਰਜ ਕਰਤਾ, ਕਿਉਂਕਿ ਪ੍ਰਸ਼ਾਸਨ ਨੇ ਕਿਹਾ ਸੀਗਾ ਵੀ ਜਿਹੜਾ ਲਾਕਡਾਊਨ ਤੋੜੂਗਾ ਉਹਦਾ ਪਰਚਾ ਕਰਾਂਗੇ। ਸੋ ਇਹਦੇ ਬੜੇ ਸਖਤ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਜਿਹੜਾ ਕੋਈ ਵਿਰੋਧ ਕਰੂਗਾ ਤੇ ਸਖਤ ਜੀ। ਉਹਨਾਂ ਦਾ ਹੁਣ ਅਸੀਂ ਕਹਿੰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਟਵੀਟ ਕਰਦਾ ਹੈ ਵੀ ਮੈਨੂੰ ਸੈਂਟਰ ਸਰਕਾਰ ਜਿਹੜੀ ਹੈ ਨਾ ਕੋਟਾ ਦੇ ਰਹੀ ਹੈ ਵੈਕਸੀਨਾਂ ਦਾ ਤੇ ਨਾ ਆਕਸੀਜਨ ਦਾ। ਜਦੋਂ ਕੈਪਟਨ ਅਮਰਿੰਦਰ ਸਿੰਘ ਆਪ ਇੰਨਾ ਲਾਚਾਰ ਹੈ, ਫਿਰ ਉਹਨਾਂ ਨੂੰ ਇਸ ਗੱਲ ਦਾ ਕੀ ਹੱਕ ਹੈ ਵੀ ਉਹ ਲੋਕਾਂ ਦੇ ਐਜੀਟੇਸ਼ਨ ਨੂੰ? ਫਿਰ ਤਾਂ ਉਹ ਆਪ ਲੋਕਾਂ ਦੇ ਨਾਲ ਆ ਕੇ ਖੜ ਜਾਵੇ ਵੀ ਭਾਈ ਮੈਂ ਤਾਂ ਕੀ ਕਰ ਸਕਦਾ ਹੁਣ, ਜਦੋਂ ਉਹਨਾਂ ਦੀ ਹਾਲਤ ਇੰਨੀ ਹੈ। ਤੁਸੀਂ ਆਪ ਦੇਖੋ ਨਾ, ਥੋੜੇ ਦਿਨ ਪਹਿਲਾਂ ਦਾ ਉਹਨਾਂ ਦਾ ਟਵੀਟ ਹੈ ਕੈਪਟਨ ਸਾਹਿਬ ਦਾ ਵੀ ਮੇਰੇ ਕੋਲੇ ਸਿਰਫ 50,000 ਡੋਜ਼ਾਂ ਵੈਕਸੀਨ ਦੀਆਂ ਬਚੀਆਂ ਨੇ ਤੇ ਸਾਰਾ ਪੰਜਾਬ ਹਲੇ ਵੈਕਸੀਨੇਟ ਹੋਣ ਵਾਲਾ ਪਿਆ। ਸੋ ਜਦੋਂ ਸਰਕਾਰ ਦੀ ਇਹ ਹਾਲਤ ਹੋਵੇ, ਫਿਰ ਸਰਕਾਰ ਦੇ ਕੋਲ ਮੋਰਲ ਰਾਈਟ, ਐਥੀਕਲ ਰਾਈਟ ਖਤਮ ਹੋ ਜਾਂਦਾ ਵੀ ਉਹ ਲੋਕਾਂ ਦੇ ਉੱਤੇ ਜਬਰੀ ਲਾਗੂ ਕਰੇ।
ਸੋ ਇਸ ਕਰਕੇ ਮੈਂ ਇਹ ਸਮਝਦਾ ਵੀ ਇਸ ਮਾਮਲੇ ਦੇ ਵਿੱਚ ਅਸੀਂ ਬਿਲਕੁਲ ਸਹੀ ਹਾਂ। ਸਾਡੀ ਪੋਜੀਸ਼ਨ ਬਿਲਕੁਲ ਸਹੀ ਹੈ ਵੀ ਲੋਕਡਾਊਨ ਜਿਹੜਾ ਹੈਗਾ ਇਹ ਤੁਹਾਡਾ ਕੋਈ ਕੰਮ ਨਹੀਂ ਹੈਗਾ। ਤੁਸੀਂ ਆਪਦਾ ਫਰਜ਼ ਅਦਾ ਕੀਤਾ ਹੋਵੇ, ਤੁਸੀਂ ਇੱਥੇ ਸਪਲਾਈਜ਼ ਜਿਹੜੀਆਂ ਨੇ ਰੈਡੀ ਕੀਤੀਆਂ ਹੁਣ ਰਾਸ਼ਨ ਦੀਆਂ, ਲੋਕਾਂ ਦੇ ਜ਼ਰੂਰੀ ਵਸਤਾਂ ਦੀਆਂ, ਤਾਂ ਉਸ ਤੋਂ ਬਾਅਦ ਹੋ ਸਕਦਾ ਲੋਕ ਜਿਹੜੇ ਨੇ ਜਾਂ ਕੰਪਨਸੇਟ ਕਰੋ। ਤੁਸੀਂ ਵੱਡੀ ਗੱਲ ਹੈ ਵਪਾਰੀਆਂ ਨੂੰ ਕੰਪਨਸੇਟ ਕਰੋ, ਜਿਹੜੇ ਬੰਦੇ ਨੇ ਘਰੇ ਬੈਠ ਕੇ ਮਕਾਨ ਦਾ ਕਿਰਾਇਆ ਦੇਣਾ ਉਹਨੂੰ ਕੰਪਨਸੇਟ ਕਰੋ। ਨਹੀਂ ਤਾਂ ਲੋਕ ਆਪਸ 'ਚ ਲੜੀ ਗਏ ਨੇ ਪਿਛਲੀ ਵਾਰੀ, ਕਿਰਾਏਦਾਰ ਮਕਾਨ ਮਾਲਕ ਨੂੰ ਗਾਲਾਂ ਦੇਈ ਜਾਂਦਾ, ਮਕਾਨ ਮਾਲਕ ਕਿਰਾਏਦਾਰ ਨੂੰ ਗਾਲਾਂ ਦੇਈ ਜਾਂਦਾ। ਸੋ ਉਹਦਾ ਕੀ ਹੱਲ ਹੈ? ਉੱਥੇ ਸਰਕਾਰ ਦਾ ਰੋਲ ਬਣਦਾ, ਜਿਹੜਾ ਇਹਨਾਂ ਨੇ ਲੱਖਾਂ ਕਰੋੜਾਂ ਰੁਪਈਆ PM ਕੇਅਰ ਫੰਡ ਦੇ ਨਾਂ ਦੇ ਉੱਤੇ ਜਾਂ ਹੋਰ ਫੰਡਾਂ ਦੇ ਨਾਂ ਤੇ ਇਕੱਠਾ ਕੀਤਾ ਹੈ, ਉਹਦੇ ਚੋਂ ਕੱਢਣ ਦੇਣ ਉੱਥੇ ਲੋਕਾਂ ਨੂੰ ਵੀ ਤੁਹਾਨੂੰ ਹਰ ਮਹੀਨੇ ਦਾ ਤੁਸੀਂ ਕਿਰਾਏਦਾਰ ਤੋਂ ਕਿਰਾਇਆ ਨਹੀਂ ਮੰਗਣਾ ਹੈਗਾ। ਜਿਹੜੇ ਮੰਨ ਲਓ ਬੰਦੇ ਦੇ ਇਨਕਮ ਦਾ ਮੇਨ ਸੋਰਸ ਹੀ ਉਹ ਹੈ, ਉਹਨੂੰ ਵੀ ਕੰਪਨਸੇਸ਼ਨ ਚਾਹੀਦਾ, ਠੀਕ ਹੈ ਨਹੀਂ? ਸੋ ਇਹ ਸਾਰੀਆਂ ਚੀਜ਼ਾਂ ਸਰਕਾਰ ਦੇ ਜਿਹੜੀਆਂ ਕਰਨ ਵਾਲੀਆਂ ਨੇ, ਸਰਕਾਰ ਉਹ ਕਰੇ। ਚਲੋ ਤੁਹਾਡੇ ਕਹਿਣ ਮੁਤਾਬਕ ਜਿਹੜਾ ਤੁਹਾਡਾ ਵਿਰੋਧ ਸੀ ਇਹ ਵਾਜਿਬ ਸੀਗਾ, ਲੋਕਾਂ ਨੇ ਕਿੰਨਾ ਸਾਥ ਦਿੱਤਾ ਉਹ ਵੱਖਰੀ ਗੱਲ ਹੈ, ਜਾਂ ਤੁਹਾਡੀ ਜਿਹੜੀ ਦਲੀਲ ਬੜੀ ਉਹ ਹੈ ਪਾਏਦਾਰ ਸੀਗੀ ਕਿ ਇਹਨਾਂ ਨੂੰ ਇਹ ਜੇ ਤੁਹਾਡੇ ਕੋਲੇ ਸਾਧਨ ਹੀ ਨਹੀਂ ਹੈ ਉਸ ਚੀਜ਼ ਨੂੰ ਸੈੱਟ ਕਰਨ ਦੇ ਤਾਂ ਇਹੋ ਜਿਹੀਆਂ ਹਦਾਇਤਾਂ ਜਾਰੀ ਨਹੀਂ ਕਰਨੀਆਂ ਚਾਹੀਦੀਆਂ। ਉਹਦੇ ਮੈਂ ਇੱਕ ਹੋਰ ਤੁਹਾਨੂੰ ਕੈਟੇਗਰੀਕਲ ਆਨਸਰ ਦੇ ਰਿਹਾ। 6 ਚੀਜ਼ਾਂ ਨੇ ਕਰੋਨਾ ਦੇ ਮਾਮਲੇ 'ਚ। 3 ਚੀਜ਼ਾਂ ਉਹ ਨੇ ਜਿਹੜੀਆਂ ਕਰੋਨਾ ਦੀ ਰੋਕਥਾਮ ਕਰਦੀਆਂ ਨੇ, ਫੈਲਣ ਤੋਂ ਰੋਕਦੀਆਂ ਨੇ, ਤੇ 3 ਚੀਜ਼ਾਂ ਉਹ ਨੇ ਜਿਹੜੀਆਂ ਕਰੋਨਾ ਨੂੰ ਜਦੋਂ ਕਿਸੇ ਨੂੰ ਹੋ ਜਾਵੇ ਉਸ ਤੋਂ ਬਚਾਉਂਦੀਆਂ ਨੇ। ਉਹ ਕਿਹੜੀਆਂ ਨੇ? 3 ਚੀਜ਼ਾਂ ਨੇ, ਮੈਂ ਕਹਿੰਦਾ ਆਕਸੀਜਨ, ਬੈੱਡ ਤੇ ਮੈਡ ਮਤਲਬ ਮੈਡੀਸਿਨ ਜੀ, ਹਸਪੀਟਲ ਦਾ ਬੈੱਡ ਤੇ ਆਕਸੀਜਨ। ਇਹ 3 ਚੀਜ਼ਾਂ ਨੇ ਜਦੋਂ ਕਿਸੇ ਨੂੰ ਕਰੋਨਾ ਹੋ ਜਾਵੇ ਤਾਂ ਉਹਦੇ ਵਾਸਤੇ ਜ਼ਰੂਰੀ ਨੇ, ਤਾਂ ਉਹ ਬਚਦਾ ਹੈ। ਮੈਡੀਸਿਨ ਚਾਹੀਦੀ ਹੈ, ਮੈਡੀਕਲ ਸਟਾਫ ਚਾਹੀਦਾ, ਬੈੱਡ ਚਾਹੀਦਾ ਹਸਪੀਟਲ ਦੇ ਵਿੱਚ, ਤੇ ਉਹਨੂੰ ਆਕਸੀਜਨ ਚਾਹੀਦੀ ਹੈ ਜੀ। 3 ਚੀਜ਼ਾਂ ਨੇ ਜਿਹੜੀਆਂ ਕਰੋਨਾ ਹੋਣ ਤੋਂ ਰੋਕਦੀਆਂ ਨੇ, ਫੈਲਣ ਤੋਂ ਰੋਕਦੀਆਂ ਨੇ। ਉਹ ਕਿਹੜੀਆਂ 3 ਨੇ? ਉਹ 3 ਚੀਜ਼ਾਂ ਨੇ ਸਾਡੀ ਮਾਸਕ, ਵੈਕਸੀਨੇਸ਼ਨ ਤੇ ਜਿਹੜੀ ਇੱਕ ਦੂਜੇ ਤੋਂ ਦੂਰੀ ਰੱਖਣੀ ਹੈ। ਹੁਣ ਇਹਦੇ 'ਚ ਤੁਸੀਂ ਨੋਟ ਕਰੋ ਨਾ, 6 ਚੋਂ 4 ਚੀਜ਼ਾਂ ਸਰਕਾਰ ਦੇ ਕਰਨ ਦੀਆਂ ਨੇ। ਬੈੱਡ ਸਰਕਾਰ ਨੇ ਦੇਣੇ ਹਸਪਤਾਲ 'ਚ, ਮੈਡੀਸਿਨ ਸਰਕਾਰ ਨੇ ਲਿਆਉਣੀ ਹੈ, ਤੇ ਜਿਹੜਾ ਦੂਜੀ ਵੈਕਸੀਨੇਸ਼ਨ ਕਰਨੀ ਹੈਗੀ ਆ ਉਹ ਸਰਕਾਰ ਨੇ ਕਰਨੀ ਹੈਗੀ ਹੈ, ਤੇ ਆਕਸੀਜਨ ਸਰਕਾਰ ਨੇ ਦੇਣੀ ਹੈ। 4 ਚੀਜ਼ਾਂ ਸਰਕਾਰ ਨੇ ਕਰਨੀਆਂ ਨੇ। ਸਾਡੇ ਕਰਨ ਵਾਲੀਆਂ 2 ਚੀਜ਼ਾਂ ਨੇ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਹੈ, ਤੇ ਦੂਜਾ ਪਬਲਿਕ ਦੇ ਵਿੱਚ ਮਾਸਕ। ਤੁਸੀਂ ਨੋਟ ਕਰੋ ਸਰਕਾਰ ਨੇ ਆਪਣੇ ਚਾਰੋਂ ਕੰਮ ਨਹੀਂ ਕੀਤੇ। ਚਾਰੋਂ ਮੋਰਚਿਆਂ ਤੇ ਸਰਕਾਰ ਫੇਲ ਹੈ। ਨਾ ਬੈੱਡ ਪੂਰੇ ਹੋ ਰਹੇ ਨੇ, ਨਾ ਮੈਡੀਸਿਨਸ ਪੂਰੀਆਂ ਹੋ ਰਹੀਆਂ ਨੇ, ਨਾ ਆਕਸੀਜਨ ਸਪਲਾਈ ਪੂਰੀ ਹੈ, ਨਾ ਵੈਕਸੀਨੇਸ਼ਨ ਪੂਰੀ ਹੈ। ਜਿਹੜਾ ਸਾਡੇ ਵਾਲ ਕਰਨ ਵਾਲਾ ਕੰਮ ਹੈ ਵੀ ਸਰਕਾਰ ਨੇ ਜਿਹੜਾ ਅਸੀਂ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਹੈ ਤੇ ਮਾਸਕ ਪਾ ਕੇ ਰੱਖਣਾ, ਸਰਕਾਰ ਦਾ ਸਾਰਾ ਤੰਤਰ ਇਹ 2 ਕੰਮ ਕਰਵਾਉਣ ਤੇ ਲੱਗਿਆ ਹੋਇਆ। ਪੁਲਿਸ ਚਲਾਨ ਕੱਟੀ ਜਾਂਦੀ ਹੈ ਲੋਕਾਂ ਦੇ, ਜਾਂ ਮਤਲਬ ਡੰਡੇ ਮਾਰੀ ਜਾ ਰਹੀ ਹੈ, ਜਾਂ ਪਰਚੇ ਦਰਜ ਕਰ ਰਹੀ ਹੈ, ਜਾਂ ਕਿਸੇ ਦਾ ਵਹੀਕਲ ਇੰਪਾਊਂਡ ਕਰ ਰਹੀ ਹੈ। ਸੋ ਤੁਸੀਂ ਦੇਖੋ ਤਾਂ ਸਹੀ, ਸਰਕਾਰ ਆਪਦੇ ਕਰਨ ਵਾਲੇ 4 ਕੰਮ ਕਰਦੀ ਨਹੀਂ, ਸਾਡੇ ਲੋਕਾਂ ਦੇ ਜ਼ਿੰਮੇ ਵਾਲੇ ਜਿਹੜੇ 2 ਕੰਮ ਨੇ ਉਹਦੇ ਤੇ ਸਰਕਾਰ ਨੇ ਡੰਡਾ ਚਾੜ ਰੱਖਿਆ। ਸੋ ਇਹ ਗੜਬੜ ਹੈ। ਚਲੋ, ਯਾਨੀ ਕਿ ਤੁਹਾਡੀ ਦਲੀਲ ਇਹ ਤਸਦੀਕ ਕਰਦੀ ਹੈ ਜਾਂ ਤੁਸੀਂ ਪੁਸ਼ਟੀ ਕਰਨਾ ਚਾਹੁੰਦੇ ਹੋ ਵੀ ਅਸੀਂ ਕੋਈ ਵੀ ਫੈਸਲਾ ਬਿਨਾਂ ਸੋਚੇ ਸਮਝੇ ਨਹੀਂ ਲੈਂਦੇ, ਉਹ ਜਾਇਜ਼ ਸੀ ਤੇ ਠੀਕ ਸੀਗਾ, ਉਹ 'ਚ ਪਿੱਛੇ ਕਾਰਨ ਸਨ। ਹੁਣ ਜਿਹੜਾ ਕਿਤੇ ਨਾ ਕਿਤੇ ਇੱਕ, ਜਿਵੇਂ ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਪ੍ਰਭਾਵ ਇਹ ਜਾ ਰਿਹਾ ਕਿ ਜਥੇਬੰਦੀਆਂ ਜਾਂ ਜਥੇਬੰਦੀਆਂ ਦੇ ਕੁਝ ਆਗੂ ਜਾਂ ਟੋਟਲ ਸਮੂਹ ਕਿਤੇ ਨਾ ਕਿਤੇ ਸਿਆਸੀ ਥਾਂ ਲੋੜਦਾ, ਜਿਵੇਂ ਕਿ ਪੱਛਮੀ ਬੰਗਾਲ ਦੇ ਵਿੱਚ ਜਾ ਕੇ, ਉੱਥੇ ਜਾ ਕੇ ਬੰਗਾਲ ਦੇ ਵਿੱਚ ਜਾ ਕੇ ਜਥੇਬੰਦੀਆਂ ਦੇ ਮੁੱਖ ਆਗੂਆਂ ਨੇ ਜਾ ਕੇ ਕਿਹਾ ਕਿ ਤੁਸੀਂ ਭਾਜਪਾ ਨੂੰ ਵੋਟ ਨਹੀਂ ਪਾਉਣੀ, ਬਾਕੀ ਜਿਸ ਮਰਜ਼ੀ ਨਹੀਂ ਪਾਓ। ਇਸ ਨੂੰ ਕਿਸੇ ਸੇ ਦੇਖਿਆ ਜਾਵੇ, ਕਿਤੇ ਨਾ ਕਿਤੇ ਤੁਸੀਂ ਦੂਸਰੀ ਧਿਰ ਦੀ ਹਮਾਇਤ ਤਾਂ ਕਰ ਹੀ ਦਿੱਤੀ ਨਾ। ਦੇਖੋ, ਮੈਂ ਇਹ ਕਹਿਣਾ, ਤੁਸੀਂ ਇਹ ਵੀ ਕਹੋਗੇ, ਜੇ ਤੁਸੀਂ ਨਹੀਂ ਵੀ ਕਿਹਾ ਮੈਂ ਕਹਿ ਦਿੰਦਾ, ਕਿ ਜਿੱਦਣ ਪੱਛਮੀ ਬੰਗਾਲ 'ਚ BJP ਹਾਰੀ ਹੈ ਤਾਂ ਭੰਗੜੇ ਪਏ ਨੇ, ਲੱਡੂ ਵੰਡੇ ਗਏ ਨੇ, ਪਟਾਕੇ ਚੱਲੇ ਨੇ। ਸਾਡੇ 'ਚ ਮੈਨੂੰ ਲੱਗਦਾ ਉਹਨੇ ਮਮਤਾ ਬੈਨਰਜੀ ਹੋਰਾਂ ਨੇ ਨਹੀਂ ਚਲਾਏ ਹੋਣੇ, ਉਹਨਾਂ ਦੇ ਸਪੋਰਟਰਾਂ ਨੇ, ਜਿੰਨੇ ਅਸੀਂ ਚਲਾਏ ਨੇ ਜੀ। ਅਸੀਂ ਪੂਰੇ ਖੁਸ਼ ਹਾਂ, ਮੈਨੂੰ ਕੋਈ ਇਹਦੇ ਤੇ ਗੁਰੇਜ ਨਹੀਂ ਇਹ ਗੱਲ ਕਹਿਣ ਤੇ। ਲੇਕਿਨ ਇਸ ਗੱਲ ਨੂੰ ਸਪਸ਼ਟ ਸਮਝਣਾ ਪਊਗਾ, ਜਿਹੜੀ ਸਾਡੀ ਸਿਧਾਂਤਕ ਪੋਜੀਸ਼ਨ ਹੈ, ਅਸੀਂ ਕੋਈ ਮਮਤਾ ਬੈਨਰਜੀ ਦੀ ਜਿੱਤ ਤੇ ਨਹੀਂ ਖੁਸ਼ ਹੋ ਰਹੇ, ਅਸੀਂ ਮੋਦੀ ਦੀ ਹਾਰ ਤੇ ਖੁਸ਼ ਹੋ ਰਹੇ ਹਾਂ। ਤੇ ਅਸੀਂ ਮੋਦੀ ਨੂੰ ਹਲੇ ਵੀ ਇਹ ਚੈਲੰਜ ਕਰਦੇ ਹਾਂ ਕਿ ਤੂੰ ਸਾਨੂੰ ਬਿਠਾ ਕੇ ਰੱਖ ਉੱਥੇ, ਹੋਰ ਜਿੰਨੀ ਦੇਰ ਬਿਠਾ ਕੇ ਰੱਖਣਾ ਬਿਠਾ ਕੇ ਰੱਖ। ਤੇਰੀ UP ਦੀ ਚੋਣ ਆਊਗੀ, ਤੈਨੂੰ ਉਹਦੇ 'ਚ ਵੀ ਆਹੀ ਕੁਝ ਦਿਖਾਵਾਂਗੇ। ਹੋ ਕੇ ਹਟੀ ਹੈ ਪੰਚਾਇਤ ਚੋਣ ਦੇ ਵਿੱਚ ਇਹਨਾਂ ਨੇ ਅਸਰ ਦੇਖ ਲਿਆ। ਕਿਸਾਨ ਅੰਦੋਲਨ ਦਾ ਸਪਸ਼ਟ ਅਸਰ ਜਿਹੜਾ ਹੈਗਾ ਪੰਚਾਇਤ ਚੋਣਾਂ ਦੇ ਵਿੱਚ BJP ਨੂੰ ਉੱਥੇ ਮਿਲਿਆ। ਉੱਥੇ ਇੱਕ ਹੋਰ ਵੀ ਗੱਲ ਹੈ, BJP ਦੇ ਮਾਮਲੇ 'ਚ ਇੱਕ ਗੱਲ ਟੋਕ ਕੇ ਤੁਹਾਨੂੰ ਦੱਸਣਾ ਚਾਹੁੰਦਾ, ਜਿਵੇਂ ਤੁਸੀਂ ਪੱਛਮ ਬੰਗਾਲ ਦੀ ਗੱਲ ਕੀਤੀ, ਤੁਸੀਂ UP ਦਾ ਵੀ ਹੁਣ ਜ਼ਿਕਰ ਕੀਤਾ। ਹੁਣ ਅੱਜ ਹੀ ਆਪਣੇ ਡਾਕਟਰ ਸਾਹਿਬ ਨੇ ਐਲਾਨ ਕੀਤਾ ਕਿ ਅਸੀਂ ਉੱਤਰਾਖੰਡ ਤੇ UP ਦੇ ਵਿੱਚ ਵੀ ਇਸ ਤਰ੍ਹਾਂ ਹੀ ਕਰਾਂਗੇ। ਮੈਂ ਉਹੀ ਕਹਿ ਰਿਹਾ ਵੀ ਹੁਣ ਇਹ ਸਰਕਾਰ ਦੇ ਖੇਮੇ 'ਚ ਬਾਲ ਸਿੱਟ ਰਹੇ ਹਾਂ ਅਸੀਂ, ਕਿ ਜਿੰਨੀ ਦੇਰ ਤੁਸੀਂ ਸਾਨੂੰ ਇੱਥੇ ਬਿਠਾ ਕੇ ਰੱਖੋਗੇ, ਉਸ ਦੌਰਾਨ ਜਿੰਨੇ ਇਲੈਕਸ਼ਨ ਆਉਣਗੇ, ਸਾਰੇ ਇਲੈਕਸ਼ਨਾਂ ਦੇ ਵਿੱਚ ਅਸੀਂ ਤੁਹਾਡੀ ਬੇੜੀ 'ਚ ਬੱਟੇ ਪਾਵਾਂਗੇ ਹੀ ਪਾਵਾਂਗੇ। ਉਹਦਾ ਕਾਰਨ ਹੈ, ਅਸੀਂ ਇਹ ਗੱਲ ਸਮਝਦੇ ਹਾਂ, ਸਰਕਾਰਾਂ ਜਿਹੜੀਆਂ ਨੇ ਉਹ ਆਪਣੀ ਸਿਆਸਤ ਵਾਸਤੇ ਕੰਮ ਕਰ ਰਹੀਆਂ ਨੇ। ਮੋਦੀ ਕਾਹਦੇ ਵਾਸਤੇ ਸਾਰਾ ਕੁਝ ਕਰ ਰਿਹਾ ਹੈ? ਉਹ ਇਸ ਵਾਸਤੇ ਕਰ ਰਿਹਾ ਕਿਉਂਕਿ ਉਹ ਕੁਝ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਹੈ ਮੋਦੀ। ਉਹਨਾਂ ਕਾਰਪੋਰੇਟ ਘਰਾਣੇ ਉਹ ਦੇਸੀ ਵੀ ਨੇ, ਵਿਦੇਸ਼ੀ ਵੀ ਨੇ। ਮੈਂ ਇਕੱਲਾ ਅਡਾਨੀ ਅਬਾਨੀ ਨਹੀਂ ਕਹਿੰਦਾ, ਅਡਾਨੀ ਅਬਾਨੀ ਤਾਂ ਇੱਥੇ ਦਿਖਦੇ ਨੇ ਨਾ ਸਾਨੂੰ, ਇਹਨਾਂ ਤੋਂ ਵੀ ਵੱਡੇ ਮਗਰਮੱਛ ਜਿਹੜੇ ਨੇ ਉਹ ਵਿਦੇਸ਼ਾਂ ਤੇ ਬੈਠੇ ਨੇ। ਆ ਪਿੱਛੇ ਜੇ ਗਡਕਰੀ ਨੂੰ ਸਕੈਨੀਆ ਬੱਸ ਦਾ ਪੂਰਾ ਸਕੈਮ ਸਾਹਮਣੇ ਆਇਆ ਵੀ ਸਕੈਨੀਆ ਬਹੁਤ ਵੱਡੀ ਕੰਪਨੀ ਹੈਗੀ ਹੈ ਯੂਰਪ ਦੀ, ਤੇ ਉਹ ਕਰੋੜਾਂ ਰੁਪਈਏ ਜਿਹੜਾ ਹੈਗਾ ਰਿਸ਼ਵਤ ਦਿੰਦੀ ਹੈ ਇਹਨਾਂ ਨੂੰ, ਤੇ ਉਹਨਾਂ ਨੇ ਬਕਾਇਦਾ ਆਪਦੇ ਉੱਥੇ ਦੀ ਯੂਰਪੀਅਨ ਅਖਬਾਰਾਂ
ਦੇ ਵਿੱਚ ਇਹ ਖਬਰ ਲੀਕ ਹੋਈ ਹੈ, ਉਹ ਤਾਂ ਵੱਖਰੀ ਗੱਲ ਹੈ ਵੀ ਸਾਡੇ ਇੱਥੇ ਮੀਡੀਆ 'ਚ ਹਿੰਮਤ ਨਹੀਂ ਹੈਗੀ ਵੀ ਜਾ ਕੇ ਉੱਥੇ ਘੇਰ ਕੇ ਪੁੱਛ ਲਵੇ ਅਮਿਤ ਸ਼ਾਹ ਨੂੰ ਵੀ ਜਾਂ ਗਡਕਰੀ ਨੂੰ ਵੀ ਦੱਸ ਵੀ ਇਹ ਕੀ ਹੈ। ਸੋ ਉਹ ਸਾਰੇ ਸਕੈਮ ਜਿਹੜੇ ਨੇ ਉਹ ਇਹ ਕਰ ਰਹੇ ਨੇ, ਉਹ ਇਹਨਾਂ ਦਾ ਜਿਹੜਾ ਪਿੱਛੇ ਬੈਠਾ ਕਾਰਪੋਰੇਟ ਤੰਤਰ ਹੈ ਉਹਦੇ ਪਿੱਛੇ ਕਰ ਰਹੇ ਨੇ। ਸੋ ਉਹ ਕਾਰਪੋਰੇਟ ਤੰਤਰ ਇਹਨਾਂ ਤੇ ਤਾਂ ਇੰਨਾ ਜ਼ਿਆਦਾ ਇਨਵੈਸਟ ਕਰਦਾ ਹੈ ਕਿਉਂਕਿ ਇਹ ਸੀਟਾਂ ਜਿੱਤ ਕੇ ਸਟੇਟਾਂ ਦੇ ਵਿੱਚ ਸਰਕਾਰਾਂ ਬਣਾਉਂਦੇ ਨੇ। ਸੋ ਇਸ ਕਰਕੇ ਸਾਨੂੰ ਬਿਠਾ ਕੇ ਰੱਖਣ, ਸਾਨੂੰ ਵੀ ਪਤਾ ਇਹਨਾਂ ਦੀ ਦੁੱਖ ਦੀ ਰਗ ਉਹੀ ਹੈ। ਜਿਵੇਂ ਉਹ ਕਹਿੰਦੇ ਨਾ ਵੀ ਤੋਤੇ ਦੇ ਵਿੱਚ ਜਾਨ ਸੀ, ਉਹ ਪੁਰਾਣੀਆਂ ਕਹਾਣੀਆਂ ਹੁੰਦੀਆਂ ਸੀ, ਜੇ ਇਸ ਤੋਤੇ ਦੀ ਜਾਨ ਸਿਆਸਤ ਦੇ ਵਿੱਚ ਹੈ, ਜਿਹਦੇ ਕਰਕੇ ਅਸੀਂ ਇਹਨਾਂ ਨੂੰ ਸਿਆਸੀ ਨੁਕਸਾਨ ਪਹੁੰਚਾਵਾਂਗੇ। ਚਲੋ ਤੁਸੀਂ ਇਹ ਤੇ ਤੁਹਾਡਾ ਤਰੀਕਾ ਹੈ ਸਿਆਸੀ ਨੁਕਸਾਨ ਪਹੁੰਚਾਉਣ ਦਾ। ਹੁਣ ਤੁਸੀਂ ਦੱਸੋ ਇਹ ਕੀ ਗੱਲਬਾਤ ਦਾ ਡੈਡਲੌਕ ਜਿਹੜਾ ਹੋ ਗਿਆ ਇਹ ਖੁੱਲੇਗਾ? ਡੈਡਲੌਕ ਦੇਖੋ, ਅਸੀਂ ਤਾਂ ਸਰਕਾਰ, ਸਾਡੇ ਵੱਲੋਂ ਕਦੇ ਡੈਡਲੌਕ ਨਹੀਂ ਹੋਇਆ। ਅਸੀਂ ਡੇ 1 ਤੋਂ ਦੇਖੋ, ਮੈਂ ਫਿਰ ਰਿਕਾਪ ਕਰਦਾ ਕਿਉਂਕਿ ਕਾਫੀ ਦੇਰ ਹੋ ਗਈ ਇਸ ਗੱਲਬਾਤ ਬਾਰੇ, ਹੁਣ ਹੋਰ ਗੱਲਾਂ ਤੇ ਚਰਚਾਵਾਂ ਹੁੰਦੀਆਂ ਨੇ, ਇਹ ਜ਼ਿਕਰ ਹੀ ਨਹੀਂ ਆ ਰਿਹਾ। ਤੁਸੀਂ ਦੇਖੋ ਜਦੋਂ ਅਸੀਂ ਪੰਜਾਬ 'ਚ ਬੈਠੇ ਸੀਗੇ ਉਦੋਂ ਤੋਂ ਸਰਕਾਰ ਨੇ ਕਈ ਰਾਊਂਡ ਗੱਲਬਾਤ ਦੇ ਆਪਦੇ ਜਾਣ 'ਚ ਛੇੜੇ ਨੇ। ਤੁਸੀਂ ਦੇਖੋ ਪਹਿਲੇ 6 ਰਾਊਂਡ ਸਰਕਾਰ ਸਿਰਫ ਤੇ ਸਿਰਫ ਸਾਨੂੰ ਟਿਊਸ਼ਨ ਪੜ੍ਹਾਉਂਦੀ ਰਹੀ ਵੀ ਇਹ ਕਾਨੂੰਨ ਸਹੀ ਨੇ। ਜਿੰਨੀ ਵਾਰੀ ਸਾਡੇ ਆਗੂ ਉੱਥੇ ਜਾਂਦੇ ਸੀ ਉਹਨਾਂ ਨੂੰ ਇਹ ਸਮਝਾ ਕੇ ਤੋੜ ਦਿੰਦੇ ਸੀ ਵੀ ਜੀ ਕਾਨੂੰਨ ਸਹੀ ਨੇ। ਆਪਣੇ ਆਗੂ ਫੇਰ ਉਹਨਾਂ ਨੂੰ ਕਹਿ ਦਿੰਦੇ ਸੀਗੇ ਵੀ ਯਾਰ ਅਸੀਂ ਤੁਹਾਡੇ ਕਾਨੂੰਨਾਂ ਦੀ ਆ ਸਾਰੀ ਕਹਾਣੀ ਅਸੀਂ ਤੁਹਾਡੇ ਤੋਂ 10 ਵਾਰੀ ਸੁਣ ਲਈ, ਸਾਨੂੰ ਪਤਾ ਇਹਦੇ ਬਾਵਜੂਦ ਅਸੀਂ ਇਹਨਾਂ ਕਾਨੂੰਨਾਂ ਨੂੰ ਨਹੀਂ ਸਹੀ ਸਮਝ ਰਹੇ, ਸਾਡੀ ਦਲੀਲਾਂ ਦਾ ਜਵਾਬ ਇਹਨਾਂ ਦੇ ਵਿੱਚ ਨਹੀਂ ਹੈ ਤੁਹਾਡੀਆਂ ਗੱਲਾਂ ਦੇ ਵਿੱਚ। ਲੇਕਿਨ ਸਰਕਾਰ ਜਿਹੜੀ ਹੈ ਉਹ ਏਜੰਡੇ ਤੇ ਹੀ ਨਹੀਂ ਸੀ ਆ ਰਹੀ। ਉਸ ਤੋਂ ਬਾਅਦ ਤੁਸੀਂ ਦੇਖੋ ਅਸੀਂ ਆਪਣੇ ਵੱਲੋਂ ਰਿਟਨ ਏਜੰਡਾ ਭੇਜਿਆ ਜਦੋਂ ਪਹਿਲੀ ਵਾਰੀ ਵੀ ਆਹ ਏਜੰਡਾ ਹੈ, ਜੇ ਤਾਂ ਇਹਦੇ ਤੇ ਗੱਲ ਕਰਨੀ ਹੈ ਤਾਂ ਗੱਲ ਕਰੋ, ਨਹੀਂ ਤਾਂ ਤੁਹਾਡੀ ਟਿਊਸ਼ਨ ਪੜ੍ਹਨ ਅਸੀਂ ਵਾਰ-ਵਾਰ ਨਹੀਂ ਆ ਸਕਦੇ। ਇੱਕੋ ਹੀ ਗੱਲ ਅਸੀਂ ਰਿਪੀਟ ਦੇ ਲਾ ਕੇ ਤੁਸੀਂ ਸਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਹੋ ਤੇ ਲੋਕਾਂ ਨੂੰ ਦਿਖਾਉਂਦੇ ਹੋ ਵੀ ਅਸੀਂ ਗੱਲਬਾਤ ਕਰ ਰਹੇ ਹਾਂ। ਨਹੀਂ, ਆਖਿਰ ਗੱਲ ਮੁੱਕਣੀ ਤਾਂ ਟੇਬਲ ਤੇ ਹੀ ਆ ਕੇ ਨਾ। ਅਸੀਂ ਤਾਂ ਬਿਲਕੁਲ, ਅਸੀਂ ਉਹਨਾਂ ਨੂੰ ਉਦੋਂ ਹੀ ਕਿਹਾ ਵੀ ਜੇ ਤੁਸੀਂ ਗੱਲ ਕਰਨੀ ਹੈ ਤਾਂ ਆਹ ਏਜੰਡੇ ਨੇ ਤੇ ਆਪਾਂ ਇੱਕ ਇੱਕ ਕਰਕੇ ਏਜੰਡੇ ਤੇ ਚੱਲੀਏ। ਨਾਲ ਅਸੀਂ ਇਹ ਵੀ ਕਹਿ ਕੇ ਭੇਜਿਆ ਵੀ ਇਸ ਏਜੰਡੇ ਦਾ ਇੱਕ ਸੀਕੁਐਂਸ ਹੈ, ਪਹਿਲੇ ਏਜੰਡੇ ਤੇ ਗੱਲ ਪਹਿਲੇ ਨੰਬਰ ਤੇ, ਦੂਜੇ ਏਜੰਡੇ ਤੇ ਦੂਜੇ ਨੰਬਰ ਤੇ, ਤੀਜੇ ਏਜੰਡੇ ਤੇ ਤੀਜੇ ਨੰਬਰ ਤੇ। ਜੇ ਇਸ ਸੀਕੁਐਂਸ 'ਚ ਚੱਲੋਗੇ ਤਾਂ ਕੋਈ ਹੱਲ ਨਿਕਲੂਗਾ। ਤਾਂ ਤੁਸੀਂ ਦੇਖਦੇ ਹੋ ਜਦੋਂ ਇਹ ਕਿਹਾ ਤਾਂ ਉਸ ਤੋਂ ਬਾਅਦ ਪਹਿਲੇ ਹੀ ਰਾਊਂਡ ਜਿਹੜਾ ਨੈਕਸਟ ਰਾਊਂਡ ਹੋਇਆ ਜਦੋਂ ਸਾਡੇ ਏਜੰਡੇ ਤੇ ਗੱਲ ਹੋਈ ਜੀ, ਉਸੇ ਇਮੀਡੀਏਟ ਰਾਊਂਡ ਦੇ ਵਿੱਚ ਇਹਨਾਂ ਨੇ ਪਹਿਲੀ ਗੱਲ ਕਹੀ ਵੀ ਜੀ ਅਸੀਂ 2 ਕਾਨੂੰਨਾਂ ਦੇ ਉੱਤੇ ਜਿਹੜਾ ਹੈਗਾ ਅਸੀਂ ਮੰਨਦੇ ਹਾਂ ਵੀ ਸਾਡੇ ਤੋਂ ਗੜਬੜਾਂ ਹੋਈਆਂ ਨੇ, ਲੇਕਿਨ ਅਸੈਂਸ਼ੀਅਲ ਕਮੋਡਿਟੀ ਦੇ ਉੱਤੇ ਅਸੀਂ ਹਲੇ ਵੀ ਅੜਦੇ ਹਾਂ ਇਸ ਕਿਸਮ ਦਾ, ਤੇ MRP ਦੇ ਉੱਤੇ ਅਸੀਂ ਹਲੇ ਵੀ ਗੱਲ ਨਹੀਂ ਕਰਨ ਲਈ ਤਿਆਰ। ਸੋ ਇਹਨਾਂ ਨੇ ਕਿਹਾ ਵੀ ਦੇਖੋ ਜੀ ਆਹ ਸਾਰਾ ਕੁਝ ਤਾਂ ਅਸੀਂ ਇਹਨਾਂ ਦਾ ਮੰਨ ਰਹੇ ਹਾਂ ਤੇ ਇਹਨਾਂ ਨੂੰ ਅਸੀਂ 50% ਜਿੱਤ ਦੇਤੀ। ਉਹ ਵੱਖਰੀ ਗੱਲ ਹੈ, ਸਰਕਾਰ ਨੇ ਆਪਣਾ ਪ੍ਰਚਾਰ ਕਰਨਾ ਹੋਇਆ, ਪਰ ਉਹਨਾਂ ਨੂੰ ਏਜੰਡੇ ਤੇ ਆਉਣਾ ਪਿਆ। ਜਦੋਂ ਏਜੰਡਾ ਅਸੀਂ ਕਿਸਾਨ ਆਗੂਆਂ ਨੇ ਬਣਾ ਕੇ ਸਾਡਿਆਂ ਨੇ ਭੇਜਿਆ ਉਦੋਂ ਉਹਨਾਂ ਨੂੰ ਏਜੰਡੇ ਤੇ ਗੱਲ ਕਰਨੀ ਪਈ, ਸਿੰਗਲ ਪੁਆਇੰਟ ਦੇ ਉੱਤੇ ਗੱਲ ਕਰਨੀ ਪਈ। ਤੇ ਗੱਲਬਾਤ ਜਿਹੜੀ ਹੈਗੀ ਉਹ ਮੈਂ ਨਹੀਂ ਕਹਿੰਦਾ ਉਹ ਬਹੁਤ ਵੱਡੀ ਜਿੱਤ ਹੋ ਗਈ ਸੀ, ਪਰ ਗੱਲਬਾਤ ਆਪਣੇ ਰਾਹ ਦੇ ਉੱਤੇ ਤੁਰੀ ਇੱਕ ਕਦਮ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਸਰਕਾਰ ਬਹਾਨਾ ਭਾਲਦੀ ਸੀ ਕੋਈ, ਚਲੋ ਰੁਕੀ ਹੋਈ ਹੈ, ਚੱਲੂ ਕਿਵੇਂ? ਚੱਲੂਗੀ ਤਾਂ ਦੇਖੋ ਸਰਕਾਰ ਨੂੰ ਚਲਾਣੀ ਪਏਗੀ। ਅਸੀਂ ਗੱਲਬਾਤ ਲਈ ਤਿਆਰ ਬੈਠੇ। ਸਰਕਾਰ ਇਹ ਕਹਿ ਰਹੀ ਅਸੀਂ ਸੁਨੇਹੇ ਭੇਜ ਰਹੇ ਹਾਂ, ਗੱਲ ਹੀ ਨਹੀਂ ਕਰ। ਸਰਕਾਰ ਕਦੋਂ ਸੁਨੇਹੇ ਭੇਜਿਆ? ਸਰਕਾਰ ਨੇ ਕੋਈ ਆਫੀਸ਼ੀਅਲ ਨਾ ਏਜੰਡਾ, ਨਾ ਟਾਈਮ, ਨਾ ਡੇਟ, ਨਾ ਮੀਟਿੰਗ ਦੀ ਕੁਝ ਵੀ ਨਹੀਂ ਭੇਜਿਆ ਹੈਗਾ। ਭੇਜੇ ਨਹੀਂ ਉਸ ਦੇ ਉੱਤੇ ਜ਼ਰੂਰ ਮਤਲਬ ਕੋਈ ਠੋਸ ਪ੍ਰਪੋਜ਼ਲ ਬਣਾਵੇ ਸਰਕਾਰ। ਪਹਿਲੇ ਵਾਲੇ ਪ੍ਰਪੋਜ਼ਲ ਅਸੀਂ ਸੁਣੇ ਹੋਏ ਨੇ, ਰਿਜੈਕਟ ਕੀਤੇ ਹੋਏ ਨੇ, ਲਿਆਵੇ ਨਵਾਂ ਕੀ ਪ੍ਰਪੋਜ਼ਲ ਹੈ, ਉਸ ਤੋਂ ਬਾਅਦ ਕੀ ਵਰਕਆਊਟ ਕੀਤਾ ਸਰਕਾਰ ਦੇ ਜਿਹੜੇ ਬੁਲਾਰੇ ਨੇ ਜਾਂ ਸਰਕਾਰ ਨੇ ਮੀਡੀਓਕਰ ਰੱਖੇ ਨੇ ਗਰੇਵਾਲ, ਉਹਨਾਂ ਦੇ ਹੈਗੇ ਨੇ ਆਗੂ, ਉਹਨਾਂ ਦਾ ਕਹਿਣ ਦਾ ਮਤਲਬ ਹੈ ਇਹ ਕਹਿੰਦੇ ਵੀ ਸਿਰਫ ਕਾਨੂੰਨ ਰੱਦ ਤੇ ਗੱਲ ਰੁਕਦੀ ਆ ਕਿ ਦੇਖੋ ਜੀ ਮੀਡੀਏਟਰ ਜਿਹੜੇ ਨੇ ਉਹਨਾਂ ਨੇ ਨਹੀਂ ਗੱਲ ਕਰਨੀ। ਸਰਕਾਰ ਆਪਣਾ ਪ੍ਰਪੋਜ਼ਲ ਬਣਾ ਕੇ ਦੱਸੇ ਵੀ ਅਸੀਂ ਆਹ ਤੁਹਾਡੀ ਗੱਲ ਜਿਹੜੀ ਹੈ ਹੁਣ ਸਮਝ ਲਈ। ਸਰਕਾਰ ਨੇ ਸਿੱਖਿਆ ਕੀ? ਸਵਾਲ ਤਾਂ ਇਹ ਹੈ ਨਾ, ਇੰਨੀ ਦਿਨ ਤੋਂ ਅਸੀਂ ਉੱਥੇ ਬੈਠੇ ਹਾਂ, ਸਰਕਾਰ ਨੇ ਇੱਕ ਪੂਰੀ ਸਟੇਟ ਦੀ ਇਲੈਕਸ਼ਨ ਜਿਹੜੀ ਹੈਗੀ ਆ ਬਿਲਕੁਲ ਮੁੱਢੋਂ ਸੁੱਢੋਂ ਹਾਰ ਲਈ ਇਸੇ ਕਿਸਾਨ ਅੰਦੋਲਨ ਦੇ ਪੈਰੀ। ਇਸੇ ਦੌਰਾਨ ਸਰਕਾਰ ਜਿਹੜੀ ਹੈਗੀ ਆ ਉਹਨੇ ਦੇਸ਼ ਨੂੰ ਕਰੋਨਾ ਦੀ ਬਿਲਕੁਲ ਮਹਾਮਾਰੀ ਦੇ ਵਿੱਚ ਝੋਕਤਾ। ਸੋ ਉਸ ਦੇ ਬਾਵਜੂਦ ਸਰਕਾਰ ਨੇ ਹਾਲੇ ਤੱਕ ਸਿੱਖਿਆ ਹੀ ਕੁਝ ਨਹੀਂਗਾ। ਇਹ ਫਿਰ ਜਿੱਦ ਹੈ। ਅਸੀਂ ਕਹਿੰਦੇ ਸਾਡੀ ਕਿਉਂ ਜਿੱਦ ਹੈ? ਸਰਕਾਰ ਦੀ ਜਿੱਦ ਹੈ। ਜਿਹੜੀ ਚੀਜ਼ ਸਰਕਾਰ ਨੂੰ ਪਤਾ ਹੈ ਕਿ ਸਾਡੇ ਤੋਂ, ਸਰਕਾਰ ਮੰਨੀ ਬੈਠੀ ਹੈ ਵੀ ਸਾਡੇ ਤੋਂ ਗਲਤੀਆਂ ਹੋਈਆਂ ਨੇ, ਸਰਕਾਰ ਮੰਨੀ ਬੈਠੀ ਹੈ ਵੀ ਇਸ ਕਾਨੂੰਨ ਦੇ ਵਿੱਚ ਆਹ ਚੀਜ਼ਾਂ ਦੇ ਉੱਤੇ ਅਸੀਂ ਗਲਤੀਆਂ, ਚਲੋ ਗਲਤੀਆਂ ਹੋਈਆਂ ਨੇ ਸਰਕਾਰ ਤੋਂ, ਤੇ ਕੁਝ ਅੰਦੋਲਨ ਦੇ ਵਿੱਚ ਨਹੀਂ ਗਲਤੀਆਂ ਹੋਈਆਂ। ਅੰਦੋਲਨ ਦੇ ਵਿੱਚ ਗਲਤੀਆਂ ਤਾਂ ਸਰਕਾਰ ਦੀਆਂ ਗਲਤੀਆਂ ਦੇ ਨਾਲ ਟੱਕਰ ਤੇ ਨਹੀਂ ਨਾ ਹੋ ਸਕਦੀਆਂ। ਮਤਲਬ ਤੁਸੀਂ ਕਹੋ ਵੀ ਅੰਦੋਲਨ 'ਚ ਗਲਤੀਆਂ ਹੋਈਆਂ, ਸਰਕਾਰ ਦੀ ਗਲਤੀ ਹੁੰਦੀ, ਇਹ ਕੋਈ ਤਰਾਜੂ ਨਹੀਂ ਹੈਗਾ ਨਾ ਜਿਹਦੇ 'ਚ ਰੱਖਣਾ ਤੁਲਣਾ। ਸਰਕਾਰ ਦੀ ਗਲਤੀ ਉਸ ਚੀਜ਼ ਤੇ ਹੋਈ, ਜੇ ਸਰਕਾਰ ਗਲਤੀਆਂ ਨਾ ਕਰਦੀ, ਇਹੋ ਜਿਹੇ ਕਾਨੂੰਨ ਨਾ ਲਿਆਂਦੀ, ਅੰਦੋਲਨ ਹੀ ਨਹੀਂ ਸੀ ਹੋਣਾ। ਫਿਰ ਕਿਹੜਾ ਅੰਦੋਲਨ ਹੋਣਾ ਸੀ? ਫਿਰ ਕਿਹਨੇ ਜਾ ਕੇ ਦਿੱਲੀ ਦੇ ਹੱਦਾਂ ਤੇ ਬੈਠਣਾ ਸੀ? ਸੋ ਇਸ ਕਰਕੇ ਸਰਕਾਰ ਦੀਆਂ ਗਲਤੀਆਂ ਤੇ ਅੰਦੋਲਨ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਵੱਖਰੇ ਤਰੀਕੇ ਨਾਲ ਦੇਖਦੇ ਹਾਂ। ਅਸੀਂ ਇਸ ਤਰੀਕੇ ਨਾਲ ਦੇਖਦੇ ਹਾਂ ਵੀ ਇਹਨੂੰ ਅਸੀਂ ਹੋਰ ਵਧੀਆ ਕਿਵੇਂ ਕਰਨਾ ਹੈ, ਵੀ ਇਹਦੇ 'ਚ ਇੱਥੇ ਸਾਡੇ ਤੋਂ ਘੱਟ ਰਹਿ ਗਈ, ਗਾਹਾਂ ਨੂੰ ਅਸੀਂ ਕਿਵੇਂ ਕਰਨਾ। ਉਹ ਤਾਂ ਲਗਾਤਾਰ ਦਾ ਪ੍ਰੋਸੈਸ ਹੈ, ਉਹ ਕੋਈ ਇੱਕ ਦਿਨ ਦਾ ਪ੍ਰੋਸੈਸ ਨਹੀਂ ਹੈ। 26 ਜਨਵਰੀ ਦੀ ਗਲਤੀ ਸੀ ਜਾਂ 26 ਜਨਵਰੀ ਨੂੰ ਬਹੁਤ ਵੱਡਾ ਮਤਲਬ ਸਰਕਾਰ ਨੂੰ ਮੌਕਾ ਮਿਲ ਗਿਆ ਕਿ ਜਿਹੜੀ 26 ਜਨਵਰੀ ਦੀ ਘਟਨਾਕ੍ਰਮ, ਅਸੀਂ ਤਾਂ ਹੁਣ ਤੱਕ ਇਹ ਕਹਿ ਰਹੇ ਹਾਂ ਵੀ 26 ਜਨਵਰੀ ਵਾਲਾ ਘਟਨਾਕ੍ਰਮ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਸਰਕਾਰ ਦੀ ਚਾਲ ਦੇ ਵਿੱਚ ਆਏ ਨੇ ਲੋਕ। ਜਿਹੜੀ ਉਹ ਸਰਕਾਰ ਨੇ ਜਿਹੜਾ ਰੂਟ ਜਿਹੜਾ ਸਾਡੇ ਨਾਲ ਇੱਕ ਪਾਸੇ ਰੂਟ ਤੈਅ ਕੀਤਾ, ਦੂਜੇ ਪਾਸੇ ਉਸ ਰੂਟ ਨੂੰ ਆਪ ਤੁੜਵਾਇਆ ਸਰਕਾਰ ਨੇ ਉਸ ਰੂਟ ਦੇ, ਕਿਉਂਕਿ ਅਸੀਂ ਦੇਖਿਆ ਸਰਕਾਰ ਨੇ ਬਿਲਕੁਲ ਰਸਤਾ ਖੁੱਲ੍ਹਾ ਛੱਡਿਆ ਪਿਆ ਸੀਗਾ। ਚਨੂਨੀ ਸਾਹਿਬ ਨੇ ਆਪ ਮੰਨਿਆ ਕਿ 26 ਦੀ ਜਿਹੜੀ ਕਾਲ ਦੇ ਵਿੱਚ ਸਾਡੀ ਇਹ ਗਲਤੀ ਸੀ ਕਿ ਜੋ ਸਰਕਾਰ ਦਾ ਰੂਟ ਸਾਨੂੰ ਦਿੱਤਾ ਸੀ ਉਹ ਸਾਨੂੰ ਨਹੀਂ ਲੈਣਾ ਚਾਹੀਦਾ ਸੀ।
ਨਹੀਂ ਐਸਾ ਅਸੀਂ ਉਹ ਸਵੀਕਾਰ ਕੀਤਾ, ਉਹਨਾਂ ਨੇ ਔਨ ਰਿਕਾਰਡ ਬੋਲਿਆ ਜੀ। ਨਹੀਂ ਇਹ ਫਿਰ ਚਲੋ ਇਹਦਾ ਜਵਾਬ ਤਾਂ ਮੈਂ ਨਹੀਂ ਦੇ ਸਕਦਾ, ਇਹਦਾ ਜਵਾਬ ਤਾਂ ਉਹ ਕਹਿੰਦੇ ਸਾਡੀ ਗਲਤੀ ਇਹ ਹੋਈ ਹੈ ਕਿ ਸਾਨੂੰ ਉਹ ਰੂਟ ਨਹੀਂ ਲੈਣਾ ਚਾਹੀਦਾ। ਸਾਡਾ ਜਿਹੜਾ ਹੈਗਾ ਬਿਲਕੁਲ ਅਸੀਂ ਸਮਝਦੇ ਹਾਂ ਵੀ ਜੋ ਫੈਸਲਾ ਹੋਇਆ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਪੂਰਾ ਅਸੀਂ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ, ਮੈਂ ਖੁਦ ਹਾਜ਼ਰ ਸੀ ਉਸ ਮੀਟਿੰਗ ਦੇ ਵਿੱਚ, ਜਿਹਦੇ 'ਚ ਅਸੀਂ ਬਕਾਇਦਾ ਇਹ ਫੈਸਲਾ ਕਰਕੇ ਆਪਣੇ ਜਿਹੜੇ ਸਾਥੀ ਗਏ ਸੀਗੇ ਉੱਥੇ ਗੱਲਬਾਤ ਕਰਨ, ਉਹਨਾਂ ਨੂੰ ਬਕਾਇਦਾ ਰਾਈਟਸ ਦੇ ਕੇ ਤੋਰਿਆ ਸੀ ਵੀ ਤੁਸੀਂ ਜਿਹੜਾ ਵੀ ਰੂਟ ਫਾਈਨਲ ਕਰਕੇ ਆਓਗੇ ਅਸੀਂ ਸਹਿਮਤ ਹੋਵਾਂਗੇ ਉਸ ਦੇ ਨਾਲ। ਸੋ ਅਸੀਂ ਖੜੇ ਹਾਂ ਉਸ ਸਹਿਮਤੀ ਦੇ ਉੱਤੇ, ਕੋਈ ਦਿੱਕਤ ਖੜ ਕਰਕੇ ਇੱਕ ਨੌਜਵਾਨ ਸਮੂਹ ਦਾ ਜਾਂ ਹੋਰ ਕਈ ਜਥੇਬੰਦੀ ਦੇ ਆਗੂਆਂ ਦੇ ਕਿ 25 ਦੇ ਸ਼ਾਮ ਤੱਕ ਦਾ ਪਤਾ ਹੀ ਨਹੀਂ ਸੀ ਜਾਣਾ ਕਿੱਧਰੇ ਪਾਸੇ। ਨਹੀਂ ਐਸਾ ਨਹੀਂ, ਉਹਨਾਂ ਨੂੰ ਨਹੀਂ ਪਤਾ ਹੋਣਾ, ਲੋਕਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਪਤਾ ਸੀ। ਚਲੋ ਮੇਨ ਆਗੂਆਂ ਨੂੰ ਜਿਹੜੇ ਸੀਗੇ ਉਹਨਾਂ ਨੂੰ ਨਹੀਂ ਲੋਕਾਂ ਨੂੰ ਬਕਾਇਦਾ ਰੂਟ ਜਿਹੜਾ ਹੈਗਾ ਉਹ ਸੋਸ਼ਲ ਮੀਡੀਆ, ਸਾਡਾ ਕਿਸਾਨ ਏਕਤਾ ਮੋਰਚਾ ਉਦੋਂ ਤੱਕ ਆਫੀਸ਼ੀਅਲ ਵਰਕਿੰਗ ਸੀਗਾ, ਉਹਦੇ ਤੇ ਪਾਇਆ ਗਿਆ ਰੂਟ। ਸਾਰੀਆਂ ਜਥੇਬੰਦੀਆਂ ਨੇ ਆਪਦੇ ਕੈਡਰ ਦੇ ਰਾਹੀਂ ਪੂਰਾ ਸੁਨੇਹੇ ਲਾਏ ਨੇ ਔਰ ਹਰ ਇੱਕ ਨੂੰ ਪਤਾ ਸੀਗਾ। ਤੇ ਤਾਂ ਸਗੋਂ ਉਹਨਾਂ ਨੇ ਕੁਝ ਲੋਕਾਂ ਨੇ ਬਹਿਸ ਛੇੜੀ ਵੀ ਇਹ ਤਾਂ ਜੀ ਪੁਲਿਸ ਦਾ ਰੂਟ ਹੈ। ਅਸੀਂ ਉਹਨਾਂ ਨੂੰ ਕਿਹਾ ਵੀ ਪੁਲਿਸ ਦਾ ਰੂਟ ਨਹੀਂ, ਇਹ ਸਹਿਮਤੀ ਦਾ ਰੂਟ ਹੈ, ਜਿੱਥੇ ਸਹਿਮਤੀ ਬਣੀ। SKM ਦਾ ਮੁੱਖ ਏਜੰਡਾ, ਮੁੱਖ ਨਿਸ਼ਾਨਾ 3 ਕਾਨੂੰਨ ਰੱਦ ਕਰਾਉਣਾ ਤੇ ਚੌਥਾ ਬਣਵਾਉਣਾ MSP ਸਾਰੇ ਦੇਸ਼ ਦੇ ਵਿੱਚ ਹਰ ਕਿਸਾਨ ਨੂੰ ਮਿਲੇ ਇਹ ਕਾਨੂੰਨ। ਚੌਥਾ MSP ਦਾ ਬਣਾਉਣਾ, 3 ਰੱਦ ਕਰਾਉਣਾ। 3 ਰੱਦ ਕਰਾਣੇ, ਚੌਥਾ ਬਣਵਾਉਣਾ ਜੀ। ਕੀ ਲੱਗਦਾ ਕੀ ਨਤੀਜਾ ਹੋਊ? ਨਤੀਜਾ ਬਿਲਕੁਲ ਇਹੀ ਹੋਊਗਾ, ਇਸ ਤੋਂ ਬਿਨਾਂ ਮੁੜਾ ਹੀ ਨਹੀਂ ਨਾ ਜਾਣਾ, ਇਸ ਤੋਂ ਬਿਨਾਂ ਅੰਦੋਲਨ ਚੱਲੇਗਾ। ਇਹ ਤਾਂ ਮਤਲਬ ਬਹੁਤ ਸਪਸ਼ਟ ਹੈ, ਜਾਂ ਇਹ ਹੋਊਗਾ ਜਾਂ ਅੰਦੋਲਨ ਚੱਲੂਗਾ, ਕਿਉਂਕਿ ਇਹ ਸਾਡੇ ਵਾਸਤੇ ਕਿਸਾਨੀ ਬੈਠੀ ਹੈ ਉੱਥੇ, ਇਹ 4 ਲੀਡਰਾਂ ਦਾ ਕੰਮ ਨਹੀਂ ਹੈਗਾ। ਕਿਸਾਨੀ ਜਦ ਤੱਕ ਇਸ ਗੱਲ ਤੋਂ ਬਹੁਤ ਚੰਗੀ ਤਰ੍ਹਾਂ ਕਨਵਿੰਸਡ ਹੈ ਵੀ ਅਸੀਂ ਮਾਰੇ ਜਾਵਾਂਗੇ, ਇਸ ਤੋਂ ਪਹਿਲਾਂ ਹੀ ਕ੍ਰਾਈਸਿਸ 'ਚ ਸੀ, ਅਸੀਂ ਹੋਰ ਜ਼ਿਆਦਾ ਵੱਡੇ ਕ੍ਰਾਈਸਿਸ ਨਹੀਂ। 26 ਤੋਂ ਬਾਅਦ ਕੁਝ ਨਾ ਕੁਝ ਅੰਦਰ ਇੱਕ ਜਿਹਨੂੰ ਆਪਾਂ ਕਹਿੰਦੇ ਕਾਨਾਫੂਸੀ ਦੀ ਗੱਲ ਸ਼ੁਰੂ ਹੋਈ ਹੈ ਕਿ ਬਹੁਤ ਲੰਬਾ ਹੋ ਗਿਆ, ਇਹਨੂੰ ਕਿਤੇ ਨਾ ਕਿਤੇ ਨਤੀਜੇ ਤੇ ਲਿਆਂਦਾ ਜਾਵੇ। ਪਤਾ ਹੁੰਦਾ, ਸਾਨੂੰ ਜੋ ਪਤਾ ਹੈ ਉਹ ਇਹ ਆ ਵੀ ਸਾਡੇ ਉੱਥੇ ਕਿਸਾਨ ਜਿਹੜੇ ਗਏ ਨੇ ਉਹ ਬਹੁਤ ਸਮਝ ਕੇ ਗਏ ਨੇ ਕਿ ਇਹ ਕਾਨੂੰਨ ਬਰਬਾਦ ਕਰ ਦੇਣਗੇ ਪੰਜਾਬ ਨੂੰ। ਇਹ ਕਾਨੂੰਨ ਸਾਰੀ ਕਿਸਾਨੀ ਨੂੰ ਪੂਰੇ ਦੇਸ਼ 'ਚ, ਖਾਸ ਕਰਕੇ ਗ੍ਰੀਨ ਰੈਵੋਲੂਸ਼ਨ ਬੈਲਟ ਸਾਰੀ ਦੀ ਸਾਰੀ ਜਿੱਥੇ ਕਿਸਾਨੀ ਕਮਰਸ਼ੀਅਲ ਖੇਤੀ ਕਰਦੀ ਹੈ, ਉਹ ਸਾਰੀ ਦੀ ਸਾਰੀ ਖੇਤੀ ਜਿਹੜੀ ਹੈ ਉਹ ਸਮਝ ਰਹੀ ਹੈ ਵੀ ਇਹ ਸਾਨੂੰ ਮਾਰ ਦੇਣਗੇ ਇਹ ਕਾਨੂੰਨ। ਸੋ ਉਹਨਾਂ ਦਾ ਸਵਾਲ ਹੈ, ਕਿਸੇ ਦੀ ਕਾਨਾਫੂਸੀ ਦੇ ਉੱਤੇ ਕੁਝ ਨਹੀਂ ਹੋਣਾ, ਉਹਨਾਂ ਦੇ ਫੈਸਲੇ ਨੇ। ਚਲੋ ਹੁਣ ਤੱਕ ਦੇ ਕਿਸਾਨ ਅੰਦੋਲਨ 'ਚ 26 ਦੀ ਕਾਲ ਸਭ ਤੋਂ ਵੱਡੀ ਕਾਲ ਮੰਨੀ ਜਾਂਦੀ ਹੈ। ਹੁਣ ਇੱਕ ਪਿਛਲੇ ਦਿਨ ਇੱਕ ਪਾਰਲੀਮੈਂਟ ਘੇਰਨ ਦੀ ਗੱਲ ਦਿੱਤੀ ਸੀ, ਉਹ ਫਿਰ ਵਾਪਸ ਲੈ ਲਏਗੀ। ਕੀ ਪਾਰਲੀਮੈਂਟ ਘੇਰਨ ਦੀ ਕਾਲ ਜਲਦੀ ਹੋ ਰਹੀ ਹੈ? ਕੋਵਿਡ ਉਹ ਜਦੋਂ ਵਾਪਸ ਲਿੱਤੀ ਗਈ ਹੈ, ਉਹ ਪੂਰਾ ਕਰੋਨਾ ਮਹਾਮਾਰੀ ਦੇ ਜਿਹੜੀ ਸਥਿਤੀ ਹੈ ਉਹਦੇ 'ਚ ਆਮ ਲੋਕਾਂ ਦੀਆਂ ਹਾਲਤਾਂ ਨੂੰ ਦੇਖ ਕੇ, ਸਰਕਾਰ ਦੀਆਂ ਚਾਲਾਂ ਦੀ ਸੰਭਾਵਨਾ ਨੂੰ ਦੇਖਦੇ ਹੋਏ ਵੀ ਇਹਦੇ ਨਾਲ ਮੋਰਚਾ ਜਿਹੜਾ ਹੈਗਾ ਉਹਨੂੰ ਕਿਤੇ ਨਾ ਕਿਤੇ ਸਪਰੈਡਰ ਦੇ ਤੌਰ ਤੇ ਬਦਨਾਮ ਕਰ ਦਿੱਤਾ ਜਾਊਗਾ। ਉਹ ਆਪਣੇ ਜਿਹੜੇ ਸਰਕਾਰ ਦੀਆਂ ਆਪਦੀਆਂ ਰੈਲੀਆਂ ਨੇ ਜਾਂ ਆਪਦੀਆਂ ਜਿਹੜੀਆਂ 26 ਟ੍ਰੇਨਾਂ ਇਹਨਾਂ ਨੇ ਚਲਾਈਆਂ ਸਪੈਸ਼ਲ ਕੁੰਭ ਵਾਸਤੇ, ਉਹਨਾਂ ਸਾਰਿਆਂ ਦੇ ਉੱਤੇ ਪਰਦਾਪੋਸ਼ੀ ਕਰਨ ਵਾਸਤੇ ਹੁਣ ਇਹ ਕੋਈ ਕਾਰਨ ਲੱਭਦੇ ਫਿਰਦੇ ਨੇ ਵੀ ਅਸੀਂ ਕੀ ਦਿਖਾਈਏ ਲੋਕਾਂ ਨੂੰ ਵੀ ਕਿਹਦੀ ਗਲਤੀ ਨਾਲ ਇਹ ਕਰੋਨਾ ਫੈਲ ਗਿਆ। ਸਰਕਾਰ ਆਪਦੀ ਗਲਤੀ ਥੋੜ੍ਹੀ ਮੰਨੂਗੀ। ਸੋ ਉਹਨਾਂ ਨੂੰ ਅਸੀਂ ਉਹ ਦੇਣਾ ਨਹੀਂ ਚਾਹੁੰਦੇ ਹਾਲੇ ਮੌਕਾ। ਤੇ ਦੂਜੀ ਗੱਲ, ਜਿਹੜੇ ਕਰੋਨਾ ਦੇ ਨਾਲ ਆਕਸੀਜਨ ਦੀ ਕਮੀ ਦੇ ਨਾਲ ਖਾਸ ਕਰਕੇ ਜਿਹੜੇ ਲੋਕ ਮਰੇ ਨੇ ਪਿਛਲੇ ਦਿਨਾਂ 'ਚ, ਕਿਹਦੇ ਲੋਕ ਨੇ? ਸਾਡੇ ਲੋਕ ਨੇ ਉਹ। ਸੋ ਇਸ ਕਰਕੇ ਅਸੀਂ ਆਪਦੇ ਲੋਕਾਂ ਨੂੰ ਕੋਈ ਬਹੁਤ ਉਸ ਦੇ ਵਿੱਚ ਝੋਕਣ ਦੇ ਹਾਲੇ ਮੂਡ 'ਚ ਨਹੀਂ ਹੈਗੇ। ਅਸੀਂ ਉਸ ਪੱਖ ਤੋਂ ਜਿਹੜਾ ਹੈ ਸਾਰਾ ਵਿਚਾਰ ਕੇ ਜੋ ਵੀ ਸੰਯੁਕਤ ਮੋਰਚਾ ਫੈਸਲਾ ਕਰੇਗਾ ਫਾਈਨਲ ਉਹਦੇ ਮੁਤਾਬਕ ਹੋਊਗਾ। ਸੰਯੁਕਤ ਮੋਰਚਾ ਫੈਸਲਾ ਕਰਦਾ, ਉਹ 'ਚ ਜ਼ਿਆਦਾਤਰ ਕਈ ਵਾਰੀ ਬਹੁਤ ਕਾਫੀ ਆਗੂ ਬਾਹਰ ਆ ਕੇ ਕਹਿੰਦੇ ਮੇਰੇ ਨਿੱਜੀ ਰਹੇ ਆ, ਗੱਲ ਤਾਂ ਮੇਰੀ ਇਹ ਸੀ, ਪਰ ਜਿਹੜੇ 32 ਜਥੇਬੰਦੀਆਂ ਨੇ ਕਹਿਤਾ ਉਹ ਫਾਈਨਲ ਹੋ ਗਿਆ। ਹੁਣ ਕਰੋਨਾ ਵਾਲੀ ਜਿਹੜੀ ਕਾਲ ਸੀਗੀ, ਇਹ ਜਿਹੜੀ ਆਹ ਵਿਰੋਧ ਵਾਲੀ 8 ਵਾਲੀ, ਉਹਦੇ 'ਚ ਵੀ ਕਾਫੀ ਆਗੂਆਂ ਨੇ ਕਿਹਾ। ਨਹੀਂ ਤਾਂ ਫਿਰ ਬਹਿਸ ਕਾਦੀ ਹੋਊਗੀ? ਜੇ ਡਿਫਰੈਂਸ ਆਫ ਓਪੀਨੀਅਨ ਕੋਈ ਹੈ ਹੀ ਨਹੀਂ, ਫਿਰ ਬਹਿਸ ਕਾਦੀ ਤੇ ਹੁੰਦੀ ਹੈ? ਬਹਿਸ ਫੇਰ ਹੀ ਹੁੰਦੀ ਹੈ ਜਦੋਂ ਅੱਡ ਰਾਇਆਂ ਨੇ, ਲੇਕਿਨ ਅਸੀਂ ਇੱਕ ਸਹਿਮਤੀ ਬਣਾਈ ਆਪਸ ਦੇ ਵਿੱਚ। ਬਾਹਰ ਆ ਕੇ ਕਹਿ ਰਹੇ ਮੇਰੀ ਨਿੱਜੀ ਰੈਸਿਪੀ, ਇਹ ਤਾਂ ਗੱਲ ਨਿੱਜੀ ਰਾਏ ਕੋਈ ਦੱਸ ਸਕਦਾ, ਕੋਈ ਨਹੀਂ ਦੱਸਦਾ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਲਾਗੂ ਜਿਹੜਾ ਦੱਸ ਵੀ ਰਿਹਾ ਤੁਹਾਨੂੰ, ਉਸਨੂੰ ਇਹ ਪੁੱਛੋ ਤੁਸੀਂ ਮੋੜ ਕੇ ਵੀ ਭਾਈ ਤੁਸੀਂ ਮੋਰਚੇ ਦੀ ਕਾਲ ਮੰਨੋਗੇ ਕਿ ਨਹੀਂ ਮੰਨੋਗੇ, ਉਹ ਤੁਹਾਨੂੰ ਤੁਰੰਤ ਕਹੂਗਾ ਵੀ ਮੋਰਚੇ ਦੀ ਕਾਲ ਤਾਂ ਸੁਪਰ ਮੰਨਾਂਗੇ, ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸਿਆ ਮੇਰੀ ਰਾਏ ਆ ਸੀ। ਚਲੋ ਯਾਨੀ ਕਿ ਤੁਸੀਂ ਕਰੋਨਾ ਨੂੰ ਮੰਨਦੇ ਹੋ, ਵੈਕਸੀਨੇਸ਼ਨ ਨੂੰ ਵੀ ਮੰਨਦੇ ਹੋ, ਇਹਦੇ ਵਿੱਚ ਤੁਸੀਂ ਆਪਦੇ ਵਿਰੋਧ ਦਾ ਦੱਸਿਆ ਕਿ ਇਹਦਾ ਕਾਰਨ ਇਹ ਸੀਗਾ ਲਾਕਡਾਊਨ ਦਾ ਜਿਹੜਾ ਸੀਗਾ। ਹੁਣ ਤੁਸੀਂ ਇਹ ਮੰਨਦੇ ਹੋ ਜਿਹੜੇ ਕਿਸਾਨ ਅੰਦੋਲਨ 'ਚ ਬੈਠੇ ਨੇ, ਬਹੁਤ ਗਿਣਤੀ ਬੈਠੇ ਨੇ, ਉਹਨਾਂ ਦਾ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ? ਦੇਖੋ ਅਸੀਂ ਸਮਝਦੇ ਹਾਂ ਵੀ ਵੈਕਸੀਨੇਸ਼ਨ ਜਿਹੜੀ ਹੈਗੀ ਹੈ, ਇਹਦਾ ਸਰਕਾਰ ਇੱਕ ਗੱਲ ਸਮਝੇ, ਵੈਕਸੀਨੇਸ਼ਨ ਦਾ ਤਾਂ ਹੀ ਫਾਇਦਾ ਹੈ ਜੇ ਵੈਕਸੀਨੇਸ਼ਨ ਇੱਕ ਲਿਮਿਟਿਡ ਪੀਰੀਅਡ ਆਫ ਟਾਈਮ ਦੇ ਵਿੱਚ ਹੋ ਜਾਂਦੀ ਹੈ। ਜਿਹੜੇ ਸਪੀਡ ਨਾਲ ਸਰਕਾਰ ਲੱਗੀ ਹੋਈ ਹੈ, ਇਹ ਸਪੀਡ ਦੇ ਨਾਲ ਲੋਕਾਂ ਦੇ ਮਤਲਬ ਕਹਿ ਲਓ ਇਹ ਮੋਢੇ ਵੀ ਪਾੜ ਦੂਗੀ ਸੂਈਆਂ ਲਾ ਕੇ, ਤੇ ਇਸ ਵੈਕਸੀਨੇਸ਼ਨ ਦਾ ਫਾਇਦਾ ਵੀ ਕੋਈ ਨਹੀਂ ਹੋਣਾ। ਇਸ ਦਾ ਜੇ ਫਾਇਦਾ ਲੈਣਾ ਸਰਕਾਰ ਦਾ, ਤਾਂ ਸਰਕਾਰ ਫੁੱਲ ਸਪੀਡ ਦੇ ਉੱਤੇ ਵੈਕਸੀਨੇਸ਼ਨ ਕਰੇ, ਮਤਲਬ 60% ਪਾਪੂਲੇਸ਼ਨ ਜਿਹੜੀ ਹੈਗੀ ਹੈ ਉਹ ਵੈਕਸੀਨੇਟ ਕਰੇ ਵਿਦਿਨ 1 or 2 months। ਇਸ ਹੱਦ ਦੀ ਸਰਕਾਰ ਦੀ ਰੈਡੀਨੈਸ ਨਹੀਂ ਹੈ। 1.25 ਕਰੋੜ ਪਰਸੋਂ ਮਿਨਿਸਟਰੀ ਆਫ ਹੈਲਥ ਦਾ ਕਹਿਣਾ ਸੀਗਾ ਵੀ 1 ਕਰੋੜ 18 ਲੱਖ ਡੋਜ਼ਾਂ ਸਾਡੇ ਕੋਲ ਬਚੀਆਂ ਨੇ ਵੈਕਸੀਨ ਦੀਆਂ। ਸੋ ਕੀ ਲੈ ਕੇ ਖਾਲੀ ਹੱਥ ਲੈ ਕੇ ਕਰੋਨਾ ਨਾਲ ਲੜਨ ਤੁਰੇ ਹੋਏ ਨੇ? ਚਲੋ ਆਪਾਂ ਇਕੱਲੇ ਕਿਸਾਨ ਅੰਦੋਲਨ ਤੇ ਆਈਏ ਵੀ ਉੱਥੇ ਜਿਹੜੇ ਕਿਸਾਨ ਅੰਦੋਲਨ ਤੇ ਕਾਫੀ ਬਹੁਤ ਵੱਡਾ ਰਸ਼ ਹੈ, ਉੱਥੇ ਵੈਕਸੀਨੇਸ਼ਨ ਹੋਣੀ ਚਾਹੀਦੀ ਹੈ ਨਾ। ਮੈਂ ਨਿੱਜੀ ਤੌਰ ਦੇ ਉੱਤੇ ਵੀ ਬਹੁਤ ਸਾਰੇ ਚੈਨਲਾਂ ਦੇ ਰਾਹੀਂ ਵੀ ਆਪਦੇ ਜਿੰਨੇ ਸਾਡੇ ਮੇਰੇ ਸੰਪਰਕ ਦੇ ਵਿੱਚ ਆਉਂਦੇ ਨੇ ਜਾਂ ਹੋਰ ਸਾਡੇ ਆਗੂਆਂ ਦੇ ਸੰਪਰਕ, ਅਸੀਂ ਸਾਰਿਆਂ ਨੂੰ ਇਹ ਸਮਝਾਉਂਦੇ ਹਾਂ ਵੀ ਵੈਕਸੀਨੇਸ਼ਨ ਜਿਹੜੀ ਹੈਗੀ ਹੈ ਇਹ ਜ਼ਰੂਰ ਕਰਵਾਉਣੀ ਚਾਹੀਦੀ ਹੈ। ਸਗੋਂ ਬਲਕਿ ਜੇ ਸਰਕਾਰ ਨਹੀਂ ਦੇ ਰਹੀ ਤਾਂ ਆਪਾਂ ਮੰਗ ਕਰੀਏ ਸਰਕਾਰ ਨੂੰ ਵੀ ਕਿਉਂ ਨਹੀਂ ਦਿੰਦੀ ਤੁਸੀਂ।
ਸੋ ਵੈਕਸੀਨੇਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਹੈ। ਉਹਦੇ ਤੇ ਬਹੁਤ ਸਾਰੀਆਂ ਥਿਊਰੀਆਂ ਅੱਡ ਕੁਝ ਲੋਕ ਲਿਆਉਂਦੇ ਨੇ ਵੀ ਵੈਕਸੀਨੇਸ਼ਨ ਦੇ ਨਾਲ ਇਹ ਤਾਂ ਕੰਪਨੀਆਂ ਦੇ ਮੁਨਾਫੇ ਵਾਸਤੇ ਆ। ਬਿਲਕੁਲ ਸਾਨੂੰ ਪਤਾ ਹੈ ਸਾਮਰਾਜੀ ਕੰਪਨੀਆਂ ਨੇ, ਦਵਾਈਆਂ ਵਾਲੀਆਂ ਕੰਪਨੀਆਂ ਨੇ, ਇਹਨਾਂ ਨੇ ਹਰ ਚੀਜ਼ 'ਚੋਂ ਮੁਨਾਫਾ ਕਮਾਉਣਾ। ਜਿਹੜਾ ਅਸੀਂ ਇਸ ਤੋਂ ਪਹਿਲਾਂ ਆਟਾ ਖਾਂਦੇ ਆ ਨੋਰਮਲ, ਜਿਹੜੀਆਂ ਅਸੀਂ ਨੋਰਮਲ ਚੀਜ਼ਾਂ ਬਾਜ਼ਾਰ 'ਚੋਂ ਲਿਆ ਕੇ ਮਾਰਕੀਟ ਦੇ ਵਿੱਚੋਂ ਖਾਂਦੇ ਆ, ਉਹਦੇ 'ਚ ਵੀ ਤਾਂ ਮੁਨਾਫਾਖੋਰੀ ਕਰਦੇ ਨੇ। ਫਿਰ ਅਸੀਂ ਚੀਜ਼ਾਂ ਥੋੜੀ ਖਾਣੀਆਂ ਛੱਡ ਦਿੰਦੇ ਆ। ਮੁਨਾਫਾਖੋਰੀ ਤਾਂ ਹੈਗੀ ਕਰਦੇ ਨੇ। ਉੱਥੇ ਕਿਤੇ ਨਾ ਕਿਤੇ ਵਿਰੋਧ ਆਇਆ ਸੀ ਵੀ ਉਹ ਕਹਿੰਦੇ ਵੀ ਅਸੀਂ ਸਰਕਾਰੀ ਡਾਕਟਰਾਂ ਤੋਂ ਨਹੀਂ ਕਰਾਉਣੀ, ਸਾਡੇ ਅਵੇਲੇਬਲ ਡਾਕਟਰ ਇੱਥੇ ਹੈਗੇ ਨੇ, ਉਹ ਵੈਕਸੀਨੇਸ਼ਨ ਸਾਨੂੰ ਵੈਕਸੀਨੇਸ਼ਨ ਦੇ ਦੇਣ। ਉਹ ਤੁਸੀਂ ਦੇਖੋ ਅਸਲ ਦੇ ਵਿੱਚ ਇਹਦੇ ਤੋਂ ਕੀ ਨਜ਼ਰ ਆਉਂਦਾ ਹੈ, ਇਹਦੇ ਚੋਂ ਤੁਸੀਂ ਨਤੀਜਾ ਕੀ ਕੱਢਦੇ ਹੋ? ਬੇਭਰੋਸਗੀ। ਸੋ ਇਸ ਕਰਕੇ ਸਰਕਾਰ ਦੇ ਉੱਤੇ ਬੇਭਰੋਸਗੀ ਤਾਂ ਕਿਉਂ ਨਾ ਹੋਵੇ? ਮੈਨੂੰ ਦੱਸੋ, ਸਰਕਾਰ ਦਾ ਕੋਈ ਵੀ ਚੀਜ਼ ਅੱਜ ਤੱਕ ਸਿੱਧੀ ਪਈ ਹੈ? ਉਹਨਾਂ ਤੇ ਬੇਭਰੋਸਗੀ ਕਿਉਂ ਨਾ ਹੋਵੇ? ਸਾਡੀ ਸਾਰਿਆਂ ਦੀ ਬੇਭਰੋਸਗੀ ਹੈ। ਲੇਕਿਨ ਇਹ ਠੀਕ ਹੈ ਵੀ ਮੈਨੂੰ ਲੱਗਦਾ ਵੀ ਜਿਹੜੇ ਡਾਕਟਰ ਇਸ ਕੰਮ ਦੇ ਵਿੱਚ ਦਿਨ ਰਾਤ ਇੱਕ ਕਰਕੇ ਡਾਕਟਰ ਤੇ ਨਰਸਾਂ ਲੱਗੇ ਹੋਏ ਨੇ, ਮੈਂ ਘੱਟੋ ਘੱਟ ਸਰਕਾਰੀ ਸਿਸਟਮ ਦੇ ਉੱਤੇ ਬੇਭਰੋਸਗੀ ਪੂਰੀ ਹੈ, ਲੇਕਿਨ ਉਹਨਾਂ ਨੂੰ ਸਲਾਮ ਹੈ। ਕਿਉਂਕਿ ਅਸੀਂ ਹਾਲਤ ਦੇਖੀ ਹੈ ਪਿਛਲੇ ਦਿਨਾਂ 'ਚ ਹਸਪਤਾਲਾਂ 'ਚ ਜਾ ਕੇ, ਬਹੁਤ ਬੁਰੀ ਹਾਲਤ ਹੈ ਮਰੀਜ਼ਾਂ ਨੂੰ, ਲੇਕਿਨ ਫਿਰ ਵੀ ਬੁਰੀਆਂ ਹਾਲਤਾਂ ਦੇ ਵਿੱਚ ਵੀ ਆਪਦੀ ਜਾਨ ਰਿਸਕ 'ਚ ਪਾ ਕੇ ਵੀ ਸਧਾਰਨ ਡਾਕਟਰ ਥੱਲੇ ਸਫਾਈ ਕਰਮਚਾਰੀ ਤੋਂ ਲੈ ਕੇ ਉਹ ਸਾਰੇ ਦਿਨ ਰਾਤ ਇੱਕ ਕਰਕੇ ਮਰੀਜ਼ਾਂ ਨੂੰ ਸਾਂਭ ਸੰਭਾਲ ਰਹੇ ਨੇ, ਲੋਕਾਂ ਦੀਆਂ ਜ਼ਿੰਦਗੀਆਂ ਬਚਾ ਰਹੇ ਨੇ। ਇਹ ਠੀਕ ਹੈ ਵੀ ਸਰਕਾਰ ਨੇ ਉਹਨਾਂ ਨੂੰ ਵਜਨ ਵੱਧ ਪਾਤਾ ਉਹਨਾਂ ਤੇ ਉਹਨਾਂ ਇੰਤਜ਼ਾਮ ਸਰਕਾਰ ਕੋਲ ਖੁਦ ਕੋਲ ਨਹੀਂ ਹੈ। ਸੋ ਬੇਭਰੋਸਗੀ ਸਰਕਾਰ ਬਾਰੇ ਹੈ, ਇਹਨਾਂ ਵਿਅਕਤੀਆਂ ਬਾਰੇ ਕੋਈ ਬੇਭਰੋਸਗੀ ਨਹੀਂ ਹੈਗੀ। ਇਹਨਾਂ ਨੂੰ ਸਲਾਮ ਹੈ। ਚਲੋ ਦੂਸਰੀ ਗੱਲ ਆਪਾਂ ਹੁਣ ਫੇਰ ਕਿਸਾਨ ਅੰਦੋਲਨ ਦੇ ਨੌਜਵਾਨ ਵਰਗ ਤੇ ਆਈਏ ਜੀ। ਹੁਣ ਇਹਦੇ ਵਿੱਚ ਮੰਨਿਆ ਜਾ ਰਿਹਾ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਨੂੰ ਮੰਨਿਆ ਜਾ ਰਿਹਾ ਕਿ 26 ਤਰੀਕ ਨੂੰ ਜਿਹੜੀ ਵੀ ਕੋਈ ਘਟਨਾਕ੍ਰਮ ਹੋਇਆ ਉਹਦੇ ਵਿੱਚ ਕਈ ਵਾਰੀ ਕਿਸਾਨ ਮੋਰਚੇ ਦੇ ਮੰਚ ਤੋਂ ਵੀ ਬੋਲਿਆ ਗਿਆ ਵੀ ਇਹਨਾਂ ਨੇ ਕੁਛ ਨਾ ਕੁਛ ਬਿਨਾਂ ਨਾਂ ਲੈ ਕੇ ਕਿਹਾ ਗਿਆ ਸੀ, ਇਹਨਾਂ ਨੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਇਹ ਸੱਤਾਧਾਰੀ ਪਾਰਟੀ ਦੇ ਬੰਦੇ ਨੇ ਜਾਂ ਹੋਰ ਨੇ। ਤੁਸੀਂ ਉਹਨਾਂ ਉਹ ਦੋ ਜਿਹੜੇ ਨਵੇਂ ਨਾਮ ਆਏ ਨੇ ਨੌਜਵਾਨ ਵਰਗ ਨੂੰ ਮੰਨਿਆ ਵੀ ਜਾਂਦਾ ਵੀ ਵੱਡੇ ਵਰਗ ਨੂੰ ਉਹ ਕਰਦੇ ਨੇ। ਲੱਖੇ ਸਿਧਾਣੇ ਤਾਂ ਇਸ ਟਾਈਮ ਹੁਣ ਵੀ ਇਨਾਮ ਆ, ਫਿਰ ਵੀ ਉਹ ਰੈਲੀਆਂ ਨੂੰ ਸੰਬੋਧਨ ਕਰਦਾ, ਉਹ ਇੱਕ ਜਥੇ ਲੈ ਕੇ ਜਾਂਦਾ। ਕੀ ਦੋਨਾਂ ਵਿੱਚੋਂ ਤੁਸੀਂ ਪਹਿਲਾਂ ਤਾਂ ਦੋਨਾਂ ਵਿੱਚੋਂ ਵਖਰੇਵਾਂ ਕਿਵੇਂ ਕਰਦੇ ਹੋ? ਦੇਖੋ, ਮੈਂ ਵਿਅਕਤੀਆਂ ਦੇ ਉੱਤੇ ਕਮੈਂਟ ਨਾ ਕਰਕੇ ਮੈਂ ਉਹਨਾਂ ਦੇ ਜਿਹੜੇ ਪਿਛਲੇ ਦਿਨਾਂ 'ਚ ਤੁਸੀਂ 26 ਦੀ ਗੱਲ ਕਰਦੇ ਹੋ, ਮੈਂ 26 ਦੀ ਘਟਨਾਕ੍ਰਮ ਦੇ ਉੱਤੇ ਕਮੈਂਟ ਕਰੂੰਗਾ। ਇਹ ਵਿਅਕਤੀਆਂ ਨੇ ਤੈਅ ਕਰਨਾ, ਉਹਨਾਂ ਨੇ ਉਸ ਘਟਨਾਕ੍ਰਮ ਦੇ ਨਾਲ ਖੜਨਾ ਕਿ ਉਹਨੂੰ ਕੰਡੈਮ ਕਰਨਾ ਹੈ। ਮੈਂ ਇਹ ਸਮਝਦਾ ਵੀ 26 ਤਰੀਕ ਨੂੰ ਜੋ 25 ਤਰੀਕ ਦੀ ਰਾਤ ਨੂੰ ਜੋ ਸਟੇਜ ਤੇ ਕਬਜ਼ਾ ਕੀਤਾ ਗਿਆ ਉਹ ਨਿੰਦਣਯੋਗ ਹੈ, ਗਲਤ ਹਰਕਤ ਸੀ। ਜੋ ਉਸ ਤੋਂ ਬਾਅਦ ਇਹ ਕਾਲ ਦੇ ਦਿੱਤੀ ਗਈ ਸੰਯੁਕਤ ਮੋਰਚੇ ਦੀ ਕਾਲ ਦੇ ਪੈਰਲਲ ਵੀ ਅਸੀਂ ਤਾਂ ਆਪਦੀ ਮਰਜ਼ੀ ਦੇ ਰੂਟ ਤੇ ਜਾਵਾਂਗੇ, ਤੇ ਉਹ ਮਤਲਬ ਸਾਰਾ ਬਣੀ ਬਣਾਏ ਇੱਕ ਮੋਰਚੇ ਨੂੰ ਸੈਬੋਟੇਜ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ, ਉਹ ਸੈਬੋਟੇਜ ਦੀ ਕੋਸ਼ਿਸ਼ ਬਿਲਕੁਲ ਗਲਤ ਸੀ, ਨਿੰਦਣਯੋਗ ਹੈ। ਹੁਣ ਇਹ ਵਿਅਕਤੀਆਂ ਨੇ ਤੈਅ ਕਰਨਾ ਵੀ ਕਿਹੜਾ ਵਿਅਕਤੀ ਉਸ ਕੋਸ਼ਿਸ਼ ਨੂੰ ਬਹੁਤ ਸਲਾਮ ਕਰਦਾ ਤੇ ਕਿਹੜਾ ਵਿਅਕਤੀ ਉਸ ਨੂੰ ਨਿੰਦਣਯੋਗ ਕਹਿੰਦਾ। ਸੋ ਉਹਨਾਂ ਦੋਨਾਂ ਹੀ ਨਾਵਾਂ ਨੇ ਸਿੱਧੇ ਤੌਰ ਤੇ ਉਹਨਾਂ ਨੂੰ ਸਵਾਲ ਪੁੱਛਣਾ, ਖੁੱਲੇ ਤੌਰ ਤੇ ਕਿਹਾ ਕਿ ਅਸੀਂ ਐਸਕੇਐਮ ਦੇ ਸਾਰੇ ਫੈਸਲੇ ਮੰਨਦੇ ਉਹਨਾਂ ਦੇ ਨਾਲ ਹੈ, ਹੋ ਸਕਦਾ ਸਾਡੇ ਵਿਚਾਰਕ ਮਤਭੇਦ ਹੋਣ, ਜੇ ਸਾਰੇ ਫੈਸਲੇ ਮੰਨਦੇ ਨੇ ਸਵਾਗਤ। ਖੁੱਲੇ ਤੌਰ ਤੇ ਕਿਸਾਨ ਮੋਰਚੇ ਨੇ ਨਹੀਂ ਕਿਹਾ ਵੀ ਇਹ ਆ ਵੀ ਕਿਤੇ ਨਾ ਕਿਤੇ ਹੁਣ ਲੱਖਾ ਸਿਧਾਣਾ ਤਾਂ ਤਕਰੀਬਨ ਨਾਲ ਹੀ ਚੱਲ ਰਿਹਾ ਉੱਥੇ, ਜਿਹੜੇ ਨਾਲ ਚੱਲ ਰਹੇ ਨੇ ਉਹਨਾਂ ਨੂੰ ਕਿਸੇ ਨੂੰ ਰੋਕ ਨਹੀਂ ਰਹੇ। ਬਿਲਕੁਲ ਉਹ ਸਾਰੇ ਵਧੀਆ ਨੇ ਜਿਹੜੇ ਦੇਖੋ ਜਿਹੜੇ ਸਾਰਿਆਂ ਦੇ ਨਾਲ ਚੱਲਦੇ ਨੇ। ਹੁਣ ਸਾਡੇ ਕਿਹੜਾ 32 ਜਥੇਬੰਦੀਆਂ ਦੇ ਆਪਸ ਦੇ ਵਿੱਚ ਸਹਿਮਤੀ ਹੈ, ਅੱਡ ਵਿਚਾਰ ਹੋ ਸਕਦੇ ਨੇ, ਕੋਈ ਰੌਲਾ ਨਹੀਂ ਸਾਡਾ। ਲੇਕਿਨ ਇਹ ਹੈ ਵੀ ਜੋ ਫੈਸਲਾ ਸਾਂਝਾ ਲੈ ਲਿਆ ਜਾਵੇ, ਉਹਨੂੰ ਅਚਾਨਕ ਕੋਈ ਵੀ ਕੱਲਾ ਵਿਅਕਤੀ ਉੱਠ ਕੇ ਪਲਟ ਦੇਣ ਦੀ ਕੋਸ਼ਿਸ਼ ਕਰੇ ਜਾਂ ਸਾਰੇ ਕੰਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੇ, ਉਦੋਂ ਉਹਨੂੰ ਮਾੜਾ ਕਿਹਾ ਜਾਂਦਾ ਹੈ। ਜੇ ਕੋਈ ਸਾਥੀ ਇਹ ਕਹਿ ਰਹੇ ਨੇ, ਚਾਹੇ ਕੋਈ ਵੀ ਹੋਵੇ, ਜੇ ਉਹ ਇਹ ਕਹਿ ਰਹੇ ਨੇ ਵੀ ਬਿਲਕੁਲ ਠੀਕ, ਅਸੀਂ ਜਿਵੇਂ ਸਾਰੇ ਸਮੂਹ ਦਾ ਫੈਸਲਾ ਹੁੰਦਾ ਅਸੀਂ ਉਹਦੇ ਮੁਤਾਬਕ ਅਸੀਂ ਚੱਲ ਰਹੇ ਹਾਂ, ਫਿਰ ਤਾਂ ਲੋਕ ਹੀ ਉਹਨਾਂ ਨੂੰ ਸ਼ਾਬਾਸ਼ੀ ਦਿੰਦੇ ਨੇ, ਫਿਰ ਅਸੀਂ ਦਈਏ ਨਾ ਦਈਏ। ਨਹੀਂ, ਵੱਡਾ ਵਰਗ ਤਾਂ ਖੈਰ ਕਿਤੇ ਨਾ ਕਿਤੇ ਚੱਲ ਹੀ ਰਿਹਾ ਉਹਨਾਂ ਨਾਲ। ਨਹੀਂ, ਜੇ ਵੱਡਾ ਵਰਗ, ਮੈਨੂੰ ਕਮਾਲ ਦੀ ਸਮਝ ਲੱਗਦੀ ਹੈ ਪ੍ਰੈਸ ਮੀਡੀਆ ਦੀ ਵੀ, ਤੁਸੀਂ ਕੈਲਕੂਲੇਟ ਕਰੋ, ਜੇ ਵੱਡਾ ਵਰਗ ਇਸ ਤਰ੍ਹਾਂ ਦਾ ਹੁੰਦਾ ਫਿਰ ਮੋਰਚਾ ਖਾਲੀ ਹੋ ਜਾਂਦਾ। ਹੁਣ ਨਹੀਂ, ਫਿਰ ਮੰਚ ਤੋਂ ਇਹ ਕਿਵੇਂ ਬੋਲਿਆ ਗਿਆ? ਫਿਰ ਤਾਂ ਇਹ ਵੀ ਕਹਿ ਦਿੱਤਾ ਜਾਂਦਾ ਹੈ ਵੀ ਜੇ ਮੰਨ ਲਓ ਹੁਣ ਕਾਲ ਦਾ ਹੀ ਮਾਮਲਾ ਸੀਗਾ, ਇਹ ਪਿਛਲੇ ਦਿਨਾਂ ਦੇ ਵਿੱਚ ਕੁਝ ਜਣਿਆਂ ਨੇ ਇਕੱਠੇ ਹੋ ਕੇ ਮਤਲਬ ਬੁਲੀ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਆਗੂਆਂ ਨੂੰ ਵੀ ਤੁਸੀਂ ਡੇਟ ਦਿਓ ਸਾਨੂੰ। ਉਹ ਆਗੂਆਂ ਨੇ ਇਹੀ ਕਿਹਾ ਵੀ ਦੇਖੋ ਸਾਡਾ ਫੈਸਲਾ ਇਹ ਹੈ, ਤੁਸੀਂ ਆਪਦੀ ਡੇਟ ਦੇ ਦਿਓ, ਜੇ ਵੱਡਾ ਵਰਗ ਤੁਹਾਡੇ ਨਾਲ ਹੋਊਗਾ ਤੁਸੀਂ ਲੈ ਜਾਓ ਪੈਦਲ ਮਾਰਚ ਕਰਕੇ। ਫਿਰ ਮੋਰਚੇ ਦੇ ਮੰਚ ਤੋਂ ਇਹ ਵੀ ਬੋਲਿਆ ਗਿਆ ਨਾ ਵੀ ਕੁਝ ਬੰਦੇ ਗੁੰਮਰਾਹ ਕਰਕੇ ਸਾਡੇ ਬਹੁਤ ਵੱਡੇ ਸਮੂਹ ਨੂੰ ਉੱਧਰ ਲੈ ਗਏ। ਕੀ ਕਹਾਂਗੇ? ਹਾਂਜੀ, ਜਦੋਂ ਇੰਨੇ ਦੋ ਬੰਦੇ ਜਾਂ ਇੱਕ ਬੰਦਾ ਜਾਂ ਗੁੰਮਰਾਹ ਕਰਕੇ ਉੱਥੇ ਲੈ ਜਾਂਦਾ, ਇਹਦਾ ਮਤਲਬ ਕਿਤੇ ਨਾ ਕਿਤੇ ਫਿਰ ਉਹ ਹੈ ਨਾ। ਗੁੰਮਰਾਹ ਕਰਕੇ ਕਿਵੇਂ ਲੈ ਕੇ ਗਿਆ? ਉਹ ਗੁੰਮਰਾਹ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਹਾਂ ਉੱਥੇ ਕਿਸੇ ਨਾਲ ਕੋਈ ਦਲੀਲ ਸਵਾਲ ਨਹੀਂ ਕੀਤਾ ਗਿਆ, ਸੈਬੋਟੇਜ ਕੀਤਾ ਗਿਆ। ਸੈਬੋਟੇਜ ਕਰਨ ਦਾ ਤਰੀਕਾ ਕੀ ਸੀਗਾ? ਜਿਹੜਾ ਰੂਟ ਸੀਗਾ ਉਸ ਦਿਨ ਜਿੱਥੋਂ ਦੀ ਜਾਣਾ ਚਾਹੀਦਾ ਸੀ ਲੋਕਾਂ ਨੂੰ, ਉਸ ਰੂਟ ਦੇ ਉੱਤੇ ਬਕਾਇਦਾ ਰੂਟ ਮੈਂ ਆਪ ਦੇਖਿਆ, ਮੈਂ ਉੱਥੇ ਗਿਆ, ਉਹ ਰੂਟ ਬੰਦ ਕੀਤਾ ਪਿਆ ਸੀ ਬਕਾਇਦਾ। ਸੋ ਇਹਨੂੰ ਹੁਣ ਤੁਸੀਂ ਕੋਈ ਗੁੰਮਰਾਹ ਥੋੜੀ ਕਹੋਗੇ। ਹੁਣ ਲੋਕਾਂ ਨੂੰ ਦਿੱਲੀ ਦੇ ਨਕਸ਼ੇ ਸਾਨੂੰ ਨਹੀਂ ਪਤਾ ਕਿਸੇ ਨੂੰ ਅੱਜ ਤੱਕ, ਜਿਹੜਾ ਰੂਟ ਖੁੱਲਾ ਦਿਖਿਆ ਲੋਕ ਜਿੱਧਰ ਨੂੰ ਜਾ ਰਹੇ ਸੀ ਵੀ ਤੁਰੇ ਗਏ। ਸੋ ਇਸ ਕਰਕੇ ਸਾਰਿਆਂ ਨੂੰ ਲਾਲ ਕਿਲ੍ਹਾ ਹੀ ਦਿਖਿਆ? ਨਹੀਂ, ਲਾਲ ਕਿਲ੍ਹਾ ਤਾਂ ਕੋਈ ਸਾਰੇ ਬਹੁਤ ਗਿਣਤੀ ਨੂੰ ਲਾਲ ਕਿਲ੍ਹਾ ਹੀ ਦਿਖਿਆ। ਬਹੁਤ ਗਿਣਤੀ ਤੁਸੀਂ ਦੇਖ ਲਓ, ਫਿਰ ਤੁਸੀਂ ਮੈਨੂੰ ਲੱਗਦਾ ਜਾਣਕਾਰੀ ਵਿੱਚ ਵਾਧਾ ਕਰੋ। ਬਹੁਤ ਗਿਣਤੀ ਲਾਲ ਕਿਲ੍ਹੇ ਨਹੀਂ ਪਹੁੰਚੀ, ਬਹੁਤ ਗਿਣਤੀ ਨਹੀਂ ਗਈ ਲਾਲ ਕਿਲ੍ਹੇ। ਬਹੁਤ ਗਿਣਤੀ ਜਿਹੜੀ ਹੈਗੀ ਚੱਲਦੇ ਰੂਟ ਤੇ ਵੱਡੇ ਲੀਡਰ ਨਜ਼ਰ ਵੀ ਨਹੀਂ ਆਏ।
ਕਿੱਥੇ ਉੱਥੇ ਜਦੋਂ ਰੋਕਦੇ ਹੋਏ ਜਾਂ ਕਿਸੇ ਗੁੰਮਰਾਹ ਕਰਦੇ ਉਹ ਇਹ ਵੀ ਗੱਲ ਆਈ ਹੈ ਕਿ ਕਿਸੇ ਨਾ ਕਿਤੇ ਜੇ ਕੋਈ ਗਲਤ ਮੁਰਾ ਹੈਗਾ ਸੀ ਤੁਸੀਂ ਇੱਕ ਵਾਰੀ ਉਹਨੂੰ ਜਾ ਕੇ ਉਸ ਦਿਨ ਦਾ ਮਾਹੌਲ ਦੇਖਣਾ ਸੀ। ਉਸ ਦਿਨ ਇੰਨੀ ਕੁ ਥਾਂ ਦੇ ਵਿੱਚ ਹਿੰਦੁਸਤਾਨ ਮਤਲਬ ਪੰਜਾਬ ਦਾ ਘੱਟੋ ਘੱਟ ਮਤਲਬ 4 ਤੋਂ 5 ਲੱਖ ਬੰਦਾ ਇਕੱਲੇ ਸਿੰਘੂ ਬਾਰਡਰ ਤੇ ਬਾਕੀ ਦਾ ਤੁਸੀਂ ਉਨਾ ਹੀ ਟਿਕਰੀ ਲਾ ਲਓ। ਕਿੰਨੀ ਕੁ ਸੜਕ ਚੌੜੀ ਹੋਣੀ ਹੈ, ਉਹ 200 ਫੁੱਟ ਚੌੜੀ ਹੋਣੀ ਹੈ। ਤੁਸੀਂ ਇਮੇਜਿਨ ਕਰ ਸਕਦੇ ਹੋ ਵੀ ਜੇ ਕੋਈ ਇੱਕ ਬੰਦਾ ਭੀੜ ਦੇ ਵਿੱਚ ਪਿੱਛੇ ਫਸ ਗਿਆ ਤਾਂ ਉਹ ਮੂਹਰੇ ਜਾ ਕੇ ਕੁਝ ਕਰ ਲੂਗਾ? ਕੁਝ ਵੀ ਨਹੀਂ ਕਰ ਸਕਦਾ ਸੀ। ਸੋ ਇਸ ਕਰਕੇ ਉਸ ਦਿਨ ਦੀ ਸਥਿਤੀ ਨੂੰ ਦੇਖੋ, ਕਿਤੇ ਨਾ ਕਿਤੇ ਪ੍ਰਬੰਧਾਂ ਦੀ ਵੀ ਗੱਲ ਆਉਂਦੀ ਨੇ। ਜਦੋਂ ਪੂਰੇ ਪੰਜਾਬ ਨੂੰ ਆਪਾਂ ਮਹੀਨੇ ਤੋਂ ਕਾਲ ਕਰ ਰਹੇ ਹਾਂ, ਬਹੁਤ ਵੱਡਾ ਵਰਗ ਉੱਥੇ ਆ ਗਿਆ। ਪ੍ਰਬੰਧ ਕੀਤੇ ਗਏ ਸੀ। ਉਹ ਪ੍ਰਬੰਧ ਜਿਹੜੇ ਨੇ ਉਹਨਾਂ ਦੇ ਜਿਸ ਕਿਸਮ ਦਾ ਉਹ ਵੱਡਾ ਉਹ ਸੀਗਾ, ਤੇ ਉਹ ਜਿਹੜਾ ਬੇਸਿਕਲੀ ਮੈਂ ਕਹਿ ਰਿਹਾ ਕਿ ਤੁਸੀਂ ਸੈਬੋਟੇਜ ਵਾਲਿਆਂ ਨੂੰ ਕੁਐਸਚਨ ਕਿਉਂ ਨਹੀਂ ਕਰਦੇ ਵੀ ਉਹਨਾਂ ਨੇ ਸੈਬੋਟੇਜ ਕਿਸ ਕਿਸਮ ਨਾਲ ਕੀਤਾ? ਉਹ ਸੈਬੋਟੇਜ ਇਸ ਕਿਸਮ ਨਾਲ ਕੀਤਾ ਗਿਆ ਕਿ ਉਹ ਸੈਬੋਟੇਜ ਮੌਕੇ ਤੇ ਪੋਸੀਬਲ ਸੀ। ਸੋ ਨਹੀਂ ਪਤਾ ਤਾਂ ਹੁੰਦਾ ਹੀ ਕਿ ਸਾਡਾ ਵਿਰੋਧੀ ਕੀ ਕੋਈ ਆਰਮੀ ਵਾਂਗੂ ਨਹੀਂ ਲੜਦੇ ਵੀ ਪਹਿਲਾਂ ਅਸੀਂ ਚੈੱਕ ਕਰਦੇ ਹਾਂ ਵੀ ਕਿੱਥੇ ਮਾਈਨ ਵਿਛਾਈ ਹੋ ਸਕਦੀ ਹੈ, ਕਿੱਥੇ ਕੁਝ ਹੈ। ਮਾਸ ਮੂਵਮੈਂਟ ਹੈ। ਮਾਸ ਮੂਵਮੈਂਟ ਜਿਹੜੀ ਹੈਗੀ ਮਾਸ ਮੂਵਮੈਂਟ ਵਾਂਗੂ ਹੀ। ਜਦੋਂ ਆਪਾਂ ਦੇਖਦੇ ਹਾਂ ਵਿਰੋਧੀ ਵੀ ਕੁਝ ਨਾ ਕੁਝ ਤਾਂ ਕਰਦਾ ਹੀ ਹੈ ਨਾ। ਚਲੋ ਹੁਣ ਇਹ ਹੈ ਕਿ 26 ਵਾਲੀ ਜੋ ਵੀ ਘਟਨਾਕ੍ਰਮ ਹੋਇਆ ਠੀਕ ਹੈ। ਹੁਣ ਜਿਹੜਾ ਪਾਰਲੀਮੈਂਟ ਨੂੰ ਘੇਰਨ ਦਾ ਸੱਦਾ, ਉਹ ਪੂਰਾ ਪ੍ਰਬੰਧ ਤਿਆਰੀ ਹੋਊਗੀ ਤਿਆਰੀ। ਦੇਖੋ ਜੀ ਕਰੋਨਾ ਦੇ ਵੇਵ ਤੋਂ ਬਾਅਦ ਜੀ ਬਿਲਕੁਲ ਉਹ ਜੋ ਸੰਯੁਕਤ ਕਿਸਾਨ ਮੋਰਚਾ ਜੋ ਹੁਕਮ ਦੇ ਦੂਗਾ ਉਹਦੇ ਮੁਤਾਬਕ ਤੁਸੀਂ ਦੇਖ ਲਿਓ ਤਿਆਰੀਆਂ ਫੁੱਲ ਨੇ। ਲੋਕ ਤਾਂ ਇਹ ਕਹਿ ਰਹੇ ਨੇ ਵੀ ਸਾਨੂੰ ਦੱਸੋ ਅਗਲਾ ਕੀ ਕਰੀਏ। ਲੋਕਾਂ ਵੱਲੋਂ ਤਿਆਰੀ ਦੀ ਕੋਈ ਕਮੀ ਨਹੀਂ ਹੈ। ਆਪਾਂ ਨੇ ਬਸ ਸਹੀ ਸਮਾਂ ਸਹੀ ਸਥਾਨ ਜਿਹੜਾ ਹੈਗਾ ਉਹ ਆਗੂਆਂ ਨੇ ਆਪਣੇ ਸਾਰੀ ਕੈਲਕੂਲੇਸ਼ਨਾਂ ਦੇ ਵਿੱਚੋਂ ਫਿਕਸ ਕਰਨਾ। ਜਿਵੇਂ ਅਕਾਲ ਆਊਗੀ ਨਾਲ ਦੀ ਨਾਲ ਤਿਆਰੀਆਂ, ਕੋਈ ਚੱਕਰ ਨਹੀਂ। 3 ਕਾਨੂੰਨ ਰੱਦ ਕਰਾ ਕੇ ਮੁੜੋਗੇ। 3 ਕਾਨੂੰਨ ਰੱਦ, ਐਮਐਸਪੀ ਦਾ ਨਵਾਂ ਬਣਵਾ ਕੇ। ਜੀ ਬਿਲਕੁਲ ਜੀ ਸੰਘਰਸ਼ ਬਹੁਤ ਲੰਬਾ ਚੱਲ ਗਿਆ, ਇਲੈਕਸ਼ਨਾਂ ਤੱਕ ਚੱਲਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ। ਨਹੀਂ ਇਹ ਤਾਂ ਸਟੇਟਾਂ ਚੱਲ ਰਹੀ ਤਾਂ ਅਸੀਂ ਤਾਂ ਤਿਆਰੀ ਚ ਬਸ ਵੀ ਜਿੰਨਾ ਮਰਜ਼ੀ ਲੰਬਾ ਚੱਲੇ ਅਸੀਂ ਕੋਈ ਸੰਭਾਵਨਾ ਉਹਦੀ ਕੈਲਕੂਲੇਸ਼ਨ ਕਰ ਨਹੀਂ ਰਹੇ ਵੀ ਇੰਨੇ ਦਿਨ ਖਤਮ, ਕਿਉਂਕਿ ਉਹਦਾ ਕੋਈ ਵਜ੍ਹਾ ਨਹੀਂ ਹੈ ਨਾ। ਕਿੱਥੋਂ ਕੈਲਕੂਲੇਟ ਕਰੀਏ? ਕਿਹੜਾ ਪੈਮਾਨਾ ਸਾਡੇ ਕੋਲ ਵੀ ਨਾਪਣ ਦਾ ਵੀ ਸਰਕਾਰ ਦੇ ਕੋਲ ਇੰਨੀ ਕੁ ਦੇਰ ਦੇ ਵਿੱਚ ਸਰਕਾਰ ਜਿਵੇਂ ਹੁਣ ਐਸਕੇਐਮ ਨੇ ਤਰੀਕੇ ਬਦਲਤੇ ਆਪਦੇ ਕੰਮ ਕਰਨ ਦੇ। ਹੁਣ ਬੰਗਾਲ ਗਏ, ਇੱਧਰ ਹੁਣ ਯੂਪੀ ਦਾ ਐਲਾਨ ਹੋ ਗਿਆ, ਫਿਰ ਉੱਤਰਾਖੰਡ ਦਾ ਹੋ ਗਿਆ। ਹੋ ਸਕਦਾ ਪੰਜਾਬ ਦੇ ਵਿੱਚ ਹੁਣ ਤੋਂ ਪੰਜਾਬ ਦਾ ਹੋ ਜਾਊਗਾ ਜੋ ਹੋਏਗਾ। ਪੰਜਾਬ 'ਚ ਹਾਲਾਂਕਿ ਉਸ ਤਰ੍ਹਾਂ ਹੈ ਨਹੀਂਗਾ। ਪੰਜਾਬ 'ਚ ਕਿਉਂਕਿ ਬੇਸਿਕਲੀ ਅਸੀਂ ਬੀਜੇਪੀ ਨੂੰ ਹਰਾਉਣ ਦੀ ਗੱਲ ਕਰ ਰਹੇ। ਪੰਜਾਬ 'ਚ ਉਸ ਰੂਪ ਪੰਜਾਬ ਦਾ ਬੀਜੇਪੀ ਹੈ ਹੀ ਨਹੀਂ ਸਰ। ਪਹਿਲਾਂ ਹੀ ਆਪਾਂ ਨੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਵੈਸੇ ਹੀ ਨਹੀਂ ਕਿਤੇ ਨਹੀਂ ਹੁਣ ਕਿਤੇ ਨਾ ਕਿਤੇ ਕੈਪਟਨ ਸਰਕਾਰ ਦਾ ਹੀ ਬਹੁਤ ਵਿਰੋਧ ਹੋ ਰਿਹਾ। ਹਾਂ ਉਹ ਅੱਡ ਮਸਲੇ ਤੇ ਹੋ ਰਿਹਾ। ਮਤਲਬ ਕਹਿਣ ਦਾ ਮਤਲਬ ਉਹ ਆ ਤਾਂ ਨਹੀਂ ਨਾ ਹੈਗਾ ਵੀ ਅਸੀਂ ਵੜਨ ਨਹੀਂ ਦੇਣੇ ਜਾਂ ਹੋਰ ਇਸ ਕਿਸਮ ਦਾ ਵਿਰੋਧ ਤਾਂ ਅਸੀਂ ਜਿੱਥੇ ਹੈਗਾ ਬੀਜੇਪੀ ਹੈ ਉਸੇ ਦੇ ਕਰਨਾ। ਰੌਲਾ ਉਹਨਾਂ ਨਾਲ ਜਦ ਸਾਡਾ ਇਹ ਹੈ। ਇਹ ਸਨ ਸ਼੍ਰੀ ਕਵਲਜੀਤ ਸਿੰਘ ਜੀ, ਜਿਨ੍ਹਾਂ ਨੇ ਬੜੀ ਬੇਬਾਕੀ ਨਾਲ ਆਪਦੇ ਕਿਸਾਨ ਅੰਦੋਲਨ ਦੀ ਜਿਹੜੇ ਆਗੂਆਂ ਦੀ ਰਹਿਨਮਾਈ ਤੇ ਪਹਿਰਵੀ ਕੀਤੀ ਕਿ ਜੋ ਵੀ ਅੱਜ ਤੱਕ ਹੋਇਆ ਬਹੁਤੀ ਸੋਚ ਸਮਝ ਕੇ ਕੀਤਾ ਗਿਆ। ਕਿਸੇ ਵੀ ਸਿਸਟਮ ਦਾ ਕੋਈ ਸਿਆਸੀ ਪ੍ਰਭਾਵ ਇਹ ਜਥੇਬੰਦੀਆਂ ਨਹੀਂ ਕਬੂਲਦੀਆਂ, ਨਾ ਕੋਈ ਸਿਆਸੀ ਸਪੇਸ ਇਹਨਾਂ ਦੇ ਦਿਮਾਗ ਦੇ ਵਿੱਚ ਲੋੜ ਦੀ ਹੈਗੀ ਹੈ। ਤੇ ਜਿਹੜਾ ਨੌਜਵਾਨ ਵਰਗ ਹੈ ਉਹ ਜਿੰਨੀ ਉਹਦੀ ਭੂਮਿਕਾ ਹੈ, ਜਿੰਨੀ ਉਹਨੂੰ ਜਗ੍ਹਾ ਚਾਹੀਦੀ ਹੈ, ਉਨੀ ਸਪੇਸ ਜਥੇਬੰਦੀਆਂ ਦੇ ਆਗੂ ਸੂਝ-ਬੂਝ ਨਾ ਦਿੰਦੇ ਨੇ। ਜਿੰਨੀਆਂ ਵੀ ਘਟਨਾਕ੍ਰਮ ਹੋਏ ਨੇ ਵੱਡੇ ਅੰਦੋਲਨ 'ਚ ਹੋ ਜਾਂਦੀਆਂ ਨੇ, ਪਰ ਫਿਰ ਵੀ ਇਹ ਵਿਰੋਧੀ ਧਿਰ ਸੱਤਾ 'ਚ ਬੈਠੀ ਹੈ, ਉਹ ਆਪਦੇ ਹੱਥਕੰਡੇ ਬਣਾ ਰਹੀ ਹੈ। ਇਹ ਆਪਦੇ ਬਚ ਕੇ ਚੱਲ ਰਹੇ ਨੇ ਤੇ 3 ਕਾਨੂੰਨ ਰੱਦ ਕਰਵਾ ਕੇ ਐਮਐਸਪੀ ਦਾ ਨਵਾਂ ਬਣਵਾ ਕੇ ਫਿਰ ਹੀ ਉਹ ਅੰਦੋਲਨ ਵਾਪਸ ਲੈਣਗੇ, ਜਿੱਤ ਕੇ ਵਾਪਸ ਆਉਣਗੇ। ਆਉਣ ਵਾਲੀ ਕੱਲ੍ਹ 'ਚ ਕੀ ਹੁੰਦਾ ਹੈ, ਪਾਰਲੀਮੈਂਟ ਨੂੰ ਘੇਰਨ ਦਾ ਕੀ ਪ੍ਰੋਗਰਾਮ ਬਣਦਾ ਹੈ। ਕਰੋਨਾ ਵੇਵ ਨੂੰ ਇਹਨਾਂ ਨੇ ਮੰਨ ਲਿਆ ਕਿ ਕਰੋਨਾ ਹੈ। ਜਿਹੜੇ ਸਾਡੇ ਵਿਰੋਧ ਨੇ ਉਹ ਸਰਕਾਰ ਦੀਆਂ ਨੀਤੀਆਂ 'ਤੇ ਹੈ, ਜਿਹੜੀਆਂ ਸਰਕਾਰ ਜਿੱਥੋਂ ਫੇਲ ਹੋਈ ਹੈ ਵੀ ਜੇ ਤੁਸੀਂ ਇਹ ਹਦਾਇਤਾਂ ਜਾਰੀ ਕਰਨੀਆਂ ਤਾਂ ਪਹਿਲਾਂ ਆਪਦੀਆਂ ਜਿਹੜੀਆਂ ਜ਼ਿੰਮੇਵਾਰੀ ਬਣਦੀਆਂ ਨੇ ਪੂਰੀਆਂ ਕਰੋ, ਫਿਰ ਇਹ ਕਰੋ। ਇਸ ਕਰਕੇ ਇਹ ਜਿਹੜਾ ਵਿਰੋਧ ਇਸ ਕਰਕੇ ਕੀਤਾ ਗਿਆ ਸੀ ਲੋਕਡਾਊਨ ਦਾ। ਤੇ ਹੁਣ ਦੇਖਦੇ ਹਾਂ ਆਉਣ ਵਾਲੀ ਕੱਲ੍ਹ 'ਚ ਕੀ ਨਿਬੜਦਾ। ਲਗਾਤਾਰ ਦੇਖਦੇ ਰਹੋ ਸਕਾਈ ਨਿਊਜ਼ ਪੰਜਾਬ।